ਉਹ ਪਹਿਲੀ ਜਦੋਂ ਆਪਾਂ ਨਸ਼ਾ ਕਰਦੇ ਨਾ ਕੋਈ ਪਹਿਲੇ ਇੱਕ ਦਿਨ ਦਾ ਜਿਹੜਾ ਸਵਾਦ ਹੁੰਦਾ ਉਹ ਬੰਦਾ ਲੱਭਦਾ ਰੋਜ਼ ਵੀ ਮੈਨੂੰ ਇਹੀ ਸਵਾਦ ਰੋਜ਼ ਮਿਲੇ, ਉਹ ਆਪਦੀ ਡੋਜ਼ ਵਧਾਈ ਜਾਂਦਾ ਬਈ। ਇਹ ਚੀਜ਼ ਮੈਂ ਖਣੀ ਆਪਦੇ ਡੈਡੀ ਦਾ ਕਤਲ ਕੀਤਾ। ਪ੍ਰਿੰਸੀਪਲ ਦੇ ਸਾਹਮਣੇ ਮੇਰੇ ਥੱਪੜ ਵੀ ਮਾਰੇ। ਸਕੂਲਾਂ ਟੀਚਰ ਹੁੰਦੇ ਨਾ ਬਾਈ ਜੀ, ਚਲੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਉਹ ਸਿਰਫ ਆਹ ਚੀਜ਼ ਵਾਸਤੇ ਹੁੰਦੇ ਆ ਵੀ ਪੈਸੇ ਆ। ਮੈਂ ਹੱਥ ਕਰ ਦਿੰਦਾ 20,000 ਰੱਖ, ਡੈਡੀ ਨੂੰ ਕਹਿੰਦਾ ਇੱਥੇ ਰੱਖ ਮੇਰੇ ਹੱਥ, ਰੱਖੋ ਨਹੀਂ ਬੋਲਦੇ ਰੱਖਣਾ। ਕਿਤੇ ਕਾਲਜ 'ਚ ਪ੍ਰਧਾਨਗੀ ਆ ਉੱਥੋਂ ਪੈਸੇ ਇਕੱਠੇ ਕਰ ਲੈਣੇ ਵੀ ਅਸੀਂ ਬੰਦੇ ਲੈ ਕੇ ਆਉਣੇ ਆ, ਅਤੇ ਜਾਂ ਲਾ ਲਓ ਤੁਸੀਂ ਵੋਟਾਂ ਚਲੇ ਜਾਣਾ, ਬੂਥ ਕੈਪਚਰਿੰਗ ਵਗੈਰਾ, ਕਿਸੇ ਲੀਡਰ ਦੀ ਰੈਲੀ 'ਤੇ ਜਾਣਾ ਉਦੋਂ ਪੈਸੇ, ਜਾਂ ਕੋਈ ਪੈਲੀ ਦਾ ਰੌਲਾ ਕਬਜ਼ਿਆਂ 'ਤੇ ਐਂ ਜਾਣ ਲੱਗ ਗਏ। ਅਤੇ ਤੂੰ ਆਪਦੇ ਡੈਡੀ ਨੂੰ ਖਾ ਗਿਆ, ਖਿੱਝ ਕੇ ਕਹਿੰਦੇ ਵੀ ਤੇਰੀ ਵਜ੍ਹਾ ਕਰਕੇ ਤੇਰਾ ਪਿਓ ਮਰਿਆ। ਸਤਿ ਸ਼੍ਰੀ ਅਕਾਲ ਜੀ, ਮੈਂ JS ਸਿੱਧੂ ਤੁਹਾਡਾ ਸਾਰਿਆਂ ਦਾ PMP ਚੈਨਲ ਦੇ ਉੱਤੇ ਸਵਾਗਤ ਕਰਦਾ ਗਾ। ਅੱਜ ਅਸੀਂ ਫੇਰ ਇੱਕ ਵਾਰੀ ਨਸ਼ੇ ਦੇ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਆਏ ਹਾਂ ਅਤੇ ਇਸ ਵਾਰ ਤੁਹਾਨੂੰ ਅਸੀਂ ਮਿਲਾਵਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ ਜੋ ਖੁਦ 13 ਸਾਲ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਰਹੇ ਆ ਅਤੇ ਹੁਣ ਉਹਨਾਂ ਨੂੰ ਘੱਟੋ ਘੱਟ 1 ਸਾਲ ਹੋ ਚੁੱਕਿਆ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲਿਆ। ਤਾਂ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਇਹ ਨਸ਼ਾ ਛੱਡਿਆ ਅਤੇ ਉਹਨਾਂ ਨਾਲ ਜਾ ਕੇ ਹੁਣ ਅਸੀਂ ਗੱਲਬਾਤ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਪਵਿੱਤਰੀ ਦਾ ਸਵਾਗਤ ਕਰਦਾ ਗਾ। ਪਵਿੱਤਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਦੇ ਉੱਤੇ ਆਉਣ 'ਤੇ। ਧੰਨਵਾਦ ਬਾਈ ਜੀ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ PMP ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਸਾਰੇ ਮੇਰੇ ਭਰਾਵਾਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਬਾਈ ਜੀ। ਧੰਨਵਾਦ ਬਹੁਤ ਬਹੁਤ। ਅਤੇ ਹੁਣ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਅੱਗੇ ਸਟਾਰਟ ਕਰਦੇ ਹਾਂ। ਤਾਂ ਹਰ ਵਾਰ ਦੀ ਤਰ੍ਹਾਂ ਅਸੀਂ ਜਿਹੜੀ ਗੱਲ ਆ ਪਵਿੱਤਰ ਜੀ ਨਾਲ ਸ਼ੁਰੂ ਤੋਂ ਹੀ ਸ਼ੁਰੂਆਤ ਕਰਨਾ ਚਾਹੁੰਦੇ ਆ ਵੀ ਤੁਸੀਂ ਕਿਸ ਤਰ੍ਹਾਂ ਇਸ ਨਸ਼ੇ ਦੀ ਲੈਣ ਦੇ ਵਿੱਚ ਆਏ। ਮੈਂ ਨਾ ਜੀ +2 'ਚ ਹੁੰਦਾ ਸੀਗਾ, ਆਪਣਾ ਕਨਵੈਂਟ ਸਕੂਲ 'ਚ ਪੜ੍ਹਿਆ ਮੈਂ। ਅੱਛਾ ਅੱਛਾ। ਮੁਕਤਸਰ ਸਾਹਿਬ। ਅੱਛਾ। ਅਤੇ ਉੱਥੇ ਮੈਂ ਬਾਈ ਜੀ +2 ਦੇ ਹਾਫ ਈਅਰਲੀ ਐਗਜ਼ਾਮ ਹੋਏ ਸੀ ਅਤੇ ਉੱਥੇ ਮੇਰੇ ਫਰੈਂਡ ਦਾ ਕੋਈ ਰਿਸ਼ਤੇਦਾਰ ਸੀਗਾ, ਉਹ ਸਾਨੂੰ ਲੈਣ ਆਉਂਦਾ ਹੁੰਦਾ ਸੀਗਾ ਛੁੱਟੀ ਤੋਂ ਬਾਅਦ, ਐਗਜ਼ਾਮ ਤੋਂ ਬਾਅਦ। ਅਤੇ ਉਹਨੇ ਆ ਕੇ ਕਿਤੇ ਛੁੱਟੀ ਤੋਂ ਬਾਅਦ ਜੋ ਲੈਣ ਆਇਆ 20 ਰੁਪਏ ਜਾਂਦਾ ਸੀ ਮੋਟਰਸਾਈਕਲ 'ਤੇ ਬੈਠਾ ਸਕੂਲ ਤੋਂ ਬਾਅਦ। ਅਤੇ ਮੇਰੀ ਬਚਪਨ ਤੋਂ ਇਹ ਆਦਤ ਸੀ ਵੀ ਮੈਂ ਕੋਈ ਵੀ ਚੀਜ਼ ਦੇਖਦਾ ਚੰਗੀ ਜਾਂ ਮਾੜੀ ਉਹਨੂੰ ਟਰਾਈ ਕਰਦਾ ਆਪਦੇ 'ਤੇ। ਅੱਛਾ ਅੱਛਾ। ਲਾ ਲਓ ਕੋਈ ਸਟੰਟ ਲਾ ਲਓ, ਕਿਵੇਂ ਕਰਾਂ ਲਾ ਲਓ। ਅਤੇ ਮੈਂ ਜਦੋਂ ਟਰਾਈ, ਅਤੇ ਮੈਂ ਇਹਨੂੰ ਆਖਿਆ, ਮੈਂ ਕਿਹਾ ਬਈ ਆਹ ਕੀ ਪੀ ਜਾਂਦਾ? ਕਹਿੰਦਾ ਬੀਅਰ ਆ। ਮੈਂ ਕਿਹਾ ਮੈਨੂੰ ਵੀ ਤੂੰ ਦੇ। ਕਿੱਥੇ ਤਾਂ ਉਹਨੇ ਆਖਣਾ ਸੀ ਯਾਰ ਤੂੰ ਬੱਚਾ ਨਾ ਇਹ ਟਰਾਈ ਕਰ, ਮੈਨੂੰ ਕਹਿੰਦਾ ਆ ਲੈ ਪੀ ਲਾ। ਹਾਂਜੀ। ਅਤੇ ਮੈਂ ਫੜੀ ਉੱਤੋਂ ਅਤੇ ਪੀ ਲਈ, ਕੌੜੀ ਲੱਗੀ ਪਰ ਮੈਂ ਪੀ ਗਿਆ ਅਤੇ ਮੈਨੂੰ ਸਰੂਰ ਜਿਹਾ ਦਿੱਤਾ ਉਹਨੇ। ਅਗਲੇ ਦਿਨ ਫੇਰ ਮੈਂ ਉਹੀ ਲੈਣ ਆਇਆ, ਪੇਪਰ ਹੋਇਆ ਸਾਡਾ, ਲੈਣ ਆਇਆ ਅਤੇ ਮੈਂ ਫੇਰ ਉਵੇਂ ਉਹ ਤੋਂ ਬੀਅਰ ਦੀ ਮੰਗ ਕੀਤੀ। ਉਹ ਸਿਗਰਟ ਵੀ ਪੀ ਰਿਹਾ ਸੀਗਾ ਨਾਲ। ਮੈਂ ਕਿਹਾ ਆ ਵੀ ਦੇ ਕੀ ਆ? ਕਹਿੰਦਾ ਸਿਗਰਟ ਆ, ਪੀਣੀ ਆ? ਮੈਂ ਕਿਹਾ ਲਿਆ। ਉਹ ਸਿਗਰਟ ਵੀ ਪੀਣ ਲੱਗ ਗਿਆ ਫਿਰ ਬਈ ਨਾਲ, ਬੀਅਰ ਦੇ ਨਾਲ ਮੈਂ। ਉਹ ਇੱਦਾਂ ਚੱਲਦਾ। ਫਿਰ ਇੱਕ ਦਿਨ ਉਹ ਜਿਹੜਾ ਉਹ ਰਿਸ਼ਤੇਦਾਰ ਸੀ ਮੇਰੇ ਫਰੈਂਡ ਦਾ, ਉਹਨਾਂ ਦੇ ਰਾਤ ਲਾਉਣ ਦਾ ਸਾਨੂੰ ਹੋਇਆ ਨਾ ਵੀ ਉੱਥੇ ਰਾਤ ਰਹੇ ਅਸੀਂ। ਉਹ ਰਾਤ ਨੂੰ ਵਿਸਕੀ ਪੀ ਜਾਂਦਾ ਸੀਗਾ ਵੀ ਦਾਰੂ ਬੀਅਰ ਦੇ ਨਾਲ ਵਿੱਚ। ਅਤੇ ਉਹ ਕਹਿੰਦਾ ਇਹ ਵੀ ਪੀਣੀ ਆ ਤੂੰ? ਮੈਂ ਖਾਣ ਲਿਆ, ਇਹ ਵੀ ਪੀ ਕੇ ਦੇਖਦੇ ਹਾਂ। ਅਤੇ ਮੈਂ ਉਹ ਨਾਲ ਬਹਿ ਕੇ ਪੈਗ ਲਾਉਣ ਲੱਗਿਆ, ਮੈਨੂੰ ਉਹ ਬਹੁਤ ਕੌੜੀ ਲੱਗੀ ਅਤੇ ਮੈਨੂੰ ਉਦੋਂ ਜਾਣੀ ਕਿ ਵੱਤ ਜੇ ਆ ਗਏ। ਅੱਛਾ ਅੱਛਾ। ਅਤੇ ਮੈਂ ਕਿਹਾ ਯਾਰ ਇਹ ਤਾਂ ਕੌੜੀ ਆ। ਕਹਿੰਦਾ ਕੋਈ ਨਹੀਂ ਸੁਬਾਹ ਚੱਲ ਤੈਨੂੰ ਮਿੱਠੀ ਚੀਜ਼ ਪਿਆਉਣਾਂਗੇ। ਅੱਛਾ ਅੱਛਾ। ਅਤੇ ਮੈਂ ਕਿਹਾ ਚਲੋ, ਮੈਨੂੰ ਐਂ ਐਕਸਾਈਟਡ ਜਿਹਾ ਹੋਇਆ ਜਿਵੇਂ ਹੁੰਦਾ ਹੀ ਆਪਾਂ ਨੂੰ ਪਤਾ ਨਹੀਂ ਕੀ ਚੀਜ਼ ਹੋਊਗੀ, ਵੀ ਦੂਸਰੇ ਦਿਨ ਸਾਨੂੰ ਕੋਈ ਨਵੀਂ ਚੀਜ਼ ਪਿਆ ਰਿਹਾ। ਹਾਂਜੀ ਹਾਂਜੀ। ਅਤੇ ਮੈਂ ਸੁਬਾਹ ਉਹਨਾਂ ਨਾਲ ਗਿਆ। ਉੱਥੇ ਸਾਡੇ ਬੱਸ ਸਟੈਂਡ ਹੁੰਦਾ ਸੀ, ਉਹਦੇ ਸਾਹਮਣੇ ਬਹਿੰਦੇ ਹੁੰਦੇ ਸੀ ਉਹ ਸਾਰੇ ਭਰਾ। ਅਤੇ ਉੱਥੇ ਚਲੇ ਗਏ ਅਤੇ ਉਹ ਲਿਆਂਦੀ ਉਹਨਾਂ ਨੇ। ਅਤੇ ਸੀਸੀ ਸੀਗੀ ਉਹ ਜਿਹੜੀ ਹੁੰਦੀ ਖੰਘ ਵਾਲੀ। ਅਤੇ ਮੈਨੂੰ ਕਹਿੰਦੇ ਆ ਪੀ ਕੇ ਦੇਖ। ਮੈਂ ਜਦੋਂ ਇੱਕ ਘੁੱਟ ਭਰੀ ਅਤੇ ਬਾਈ ਜੀ ਪੀਂਦੇ ਸਰ ਉੱਤੋਂ ਚਾਹ ਪੀ ਜਾਂਦਾ ਸੀ, 2 ਘੁੱਟਾਂ ਭਰੀਆਂ ਸੀ ਅਤੇ ਮੈਨੂੰ ਐਂ ਨਹੀਂ ਪਤਾ ਲੱਗਿਆ ਮੇਰੇ ਹੱਥ 'ਚੋਂ ਗਲਾਸ ਕਦੋਂ ਛੁੱਟ ਗਿਆ। ਉਹਦਾ ਨਸ਼ਾ ਹੀ ਇੰਨਾ ਸੀਗਾ ਅਤੇ ਸਰੂਰ ਹੋਇਆ ਮੈਨੂੰ। ਰਾਤ ਤੱਕ ਰਿਹਾ ਨਸ਼ਾ ਨਾ। ਸੁਬਾਹ ਫੇਰ ਮੈਂ ਕਿਹਾ ਬਾਈ ਅੱਜ ਫੇਰ ਮੈਂ ਵੀ ਮੈਨੂੰ ਅੱਜ ਫੇਰ ਲਵਾਓ, ਤੁਸੀਂ ਸ਼ੀਸ਼ੀ ਲਵਾਓ। ਤੁਹਾਨੂੰ ਤੋੜ ਲੱਗੀ? ਹਾਂ, ਤੋੜ ਨਹੀਂ, ਮਤਲਬ ਕਹਿ ਲਓ ਵੀ ਸਵਾਦ ਜਿਹਾ ਪੈ ਗਿਆ ਵੀ ਸਵਾਦ ਆਊਗਾ ਮੈਨੂੰ ਫੇਰ। ਅਤੇ ਮੈਂ ਫੇਰ ਬਈ ਉਸ ਚੀਜ਼ 'ਤੇ ਮੈਨੂੰ ਫੇਰ ਪਈ। ਜਦੋਂ 1 ਘੁੱਟ ਭਰੀ ਅਤੇ ਥੋੜ੍ਹੇ ਚਿਰ ਬਾਅਦ ਮੈਂ ਕਿਹਾ ਬਈ ਸਵਾਦ ਜਿਹਾ ਨਹੀਂ ਆਉਂਦਾ, ਇੱਕ ਹੋਰ ਭਰ ਲਾ। ਉਹ ਬਈ 1 ਘੁੱਟ ਤੋਂ 2 ਘੁੱਟ ਹੁੰਦੇ ਹੁੰਦੇ ਮੈਂ ਕਦੋਂ, ਮੈਨੂੰ ਪਤਾ ਨਹੀਂ ਲੱਗਿਆ ਕਦੋਂ ਪੂਰੀ ਸ਼ੀਸ਼ੀ ਪੀਣ ਲੱਗ ਗਿਆ। ਫਿਰ ਉਹ ਸ਼ੀਸ਼ੀ ਇਕੱਲੀ ਸਵਾਦ ਨਹੀਂ ਦਿੰਦੀ ਸੀ, ਉਹ ਕਹਿੰਦਾ ਨਾਲ ਆ ਨਾ ਗੋਲੀਆਂ ਆਉਂਦੀਆਂ ਹੁੰਦੀਆਂ ਸੀ ਨਾਲ, ਉਹਦੀ ਸ਼ੀਸ਼ੀ ਨਾਲ ਖਾਣੀ ਹੁੰਦੀ। ਮੈਨੂੰ ਕਹਿੰਦਾ ਆਹ ਖਾ ਲਾ। ਫਿਰ ਬਈ ਕਿੱਥੇ ਸ਼ੀਸ਼ੀ ਤੋਂ ਜੱਗਾਂ 'ਤੇ ਪਹੁੰਚ ਗਿਆ ਕੰਮ ਬਈ। ਹੌਲੀ ਹੌਲੀ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਇਹ ਚੀਜ਼ ਦਾ ਵੀ ਉਹ ਪਹਿਲੀ ਜਦੋਂ ਆਪਾਂ ਨਸ਼ਾ ਕਰਦੇ ਨਾ ਕੋਈ ਪਹਿਲੇ ਇੱਕ ਦਿਨ ਦਾ ਜਿਹੜਾ ਸਵਾਦ ਹੁੰਦਾ ਉਹ ਬੰਦਾ ਲੱਭਦਾ ਰੋਜ਼ ਵੀ ਮੈਨੂੰ ਇਹੀ ਸਵਾਦ ਰੋਜ਼ ਮਿਲੇ, ਉਹ ਆਪਦੀ ਡੋਜ਼ ਵਧਾਈ ਜਾਂਦਾ ਬਈ ਇਹ ਚੀਜ਼ 'ਚ। ਉਹ ਮੈਂ ਆਪ ਕੀਤੀ ਚੀਜ਼। ਮੇਰੇ ਖਿਆਲ 'ਚ ਤੁਹਾਡੀ ਉਸ ਵੇਲੇ ਉਮਰ ਕੀ ਹੋਊਗੀ ਜਦੋਂ ਪਹਿਲੀ ਉਮਰ ਬਾਈ ਜੀ ਹੋਊਗੀ ਉਦੋਂ
17-18 ਸਾਲ ਸੀਗੀ। ਹਾਂਜੀ ਇੰਨੀ ਕੁ ਸੀਗੀ ਮੇਰੀ। ਹਾਂਜੀ। ਹਾਂਜੀ ਤਾਂ ਮੇਨ ਆਪਾਂ ਨੂੰ ਕਈ ਵਾਰੀ ਘਰਦਿਆਂ ਨੂੰ ਮਾਂ-ਬਾਪ ਨੂੰ ਲੱਗਦਾ ਵੀ ਸ਼ਾਇਦ ਸਾਡੇ ਬੱਚੇ ਕਾਲਜ ਜਾ ਕੇ ਨਸ਼ਿਆਂ 'ਚ ਪੈਂਦੇ ਆ। ਹਾਂਜੀ ਪਰ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਨਸ਼ੇ ਦਾ ਇੰਨਾ ਦੌਰ ਚੱਲ ਚੁੱਕਿਆ ਵੀ ਸਕੂਲਾਂ ਤੋਂ ਸਾਡੇ ਬੱਚੇ ਮਤਲਬ ਕਿ ਨਸ਼ੇ ਦੇ ਵਿੱਚ ਪੈਣਾ ਸਟਾਰਟ ਹੋ ਚੁੱਕੇ ਨੇ। ਤੇ ਅੱਗੇ ਮਤਲਬ ਕਿ ਤੁਹਾਡੇ ਨਾਲ ਕੀ ਘਟਨਾਵਾਂ ਬੀਤੀਆਂ? ਘਟਨਾਵਾਂ ਐ ਸੀ ਬਾਈ ਜੀ, ਮੈਂ ਹੁੰਦਾ +2 ਹੀ ਸੀਗਾ ਉਦੋਂ। ਹਾਂਜੀ ਤੁਹਾਨੂੰ ਦੱਸਿਆ ਹਾਫ ਈਅਰ ਐਗਜ਼ਾਮ ਨਸ਼ਾ ਕਰਦਾ ਮਹੀਨੇ 2 ਮਹੀਨਿਆਂ ਬਾਅਦ ਮੈਂ ਸਾਡੇ ਗਵਰਨਮੈਂਟ ਕਾਲਜ ਹੁੰਦਾ ਸੀਗਾ ਅੱਛਾ ਤੇ ਮੈਂ ਉਸ 'ਚ ਜਾ ਕੇ ਕਾਲਜ 'ਚ ਜਾ ਕੇ ਬਹਿਣ ਲੱਗ ਗਿਆ ਕਿ ਸਕੂਲ ਸਟੂਡੈਂਟ ਕਾਲਜ ਲਾਈਫ 'ਚ ਜਾ ਕੇ ਬਹਿਣ ਲੱਗ ਗਿਆ, ਯਾਨੀ ਕਿ ਉਹਨਾਂ 'ਚ ਵਿਚਰਨ ਲੱਗ ਗਿਆ। ਤੇ ਉੱਥੇ ਕੀ ਹੁੰਦਾ ਸੀ, ਸਾਡੇ ਪ੍ਰਧਾਨੀਆਂ ਦਾ ਇੰਨਾ ਕੁ ਰੌਲਾ ਹੁੰਦਾ ਸੀ। ਪ੍ਰਧਾਨਗੀ ਸਾਡੇ ਵੋਟਾਂ ਤੇ ਨਹੀਂ ਹੁੰਦੀ ਸੀ ਕਾਲਜ ਵਿੱਚ। ਉੱਥੇ ਕਿਸੇ ਦਾ ਸਿਰ ਪਾੜ ਕੇ ਜਾਂ ਇੱਕ ਦੂਜੀ ਧਿਰ ਦੂਜੇ ਨੂੰ ਭਜਾ ਦਿੰਦੀ ਸੀਗੀ ਬਦਮਾਸ਼ੀ ਦੇ ਨਾਲ। ਹਾਂਜੀ ਜੁੜਨ ਲੱਗ ਗਿਆ ਮੈਂ ਉੱਥੇ। ਮੈਨੂੰ ਉਹ ਚੀਜ਼ ਦਾ ਕਰੇਜ਼ ਹੋ ਗਿਆ ਮੇਰਾ ਵੀ ਨਾਂ ਬਣੇ ਉਸੇ ਟਾਈਮ ਬਾਈ। ਇੱਕ ਨਵਾਂ ਖੂਨ ਸੀ, ਮਤਲਬ ਕਿ ਉਬਾਲੇ ਖਾਂਦਾ ਸੀ ਅਸੀਂ ਵੀ ਕੁਛ ਕਰੀਏ। ਹਾਂਜੀ ਬਾਈ ਜੀ ਹਨਾ, ਮਤਲਬ ਕਿ ਭਾਵੇਂ ਉਹ ਮੁੱਦੇ ਨਹੀਂ ਸਹੀ ਸੀ ਪਰ ਇੱਕ ਨਵਾਂ ਖੂਨ ਹੁੰਦਾ, ਉਹਨੂੰ ਕੁਛ ਕਰਨ ਦੀ ਚਾਹ ਹੁੰਦੀ ਹੈ। ਹਾਂਜੀ ਉਹੀ ਮੇਰੇ ਖਿਆਲ ਦੇ ਵਿੱਚ ਇੱਕ ਮੌਕਾ ਹੁੰਦਾ ਜਦੋਂ ਕਿਸੇ ਬੱਚੇ ਨੂੰ ਆਪਾਂ ਇੱਕ ਸੇਧ ਦੇ ਸਕਦੇ ਹਾਂ, ਇੱਕ ਹਨਾ ਸੇਧ ਦੇ ਸਕਦੇ ਹਾਂ। ਉਸ ਟਾਈਮ ਜੇ ਤੁਹਾਡਾ ਮਤਲਬ ਕਿ ਮਾਂ-ਬਾਪ ਜਾਂ ਕੋਈ ਚੰਗਾ ਬੰਦਾ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਗਲਤ ਸੰਗਤ ਦੇ ਵਿੱਚ ਫਸ ਜਾਂਦੇ ਹੋ। ਫਸਦੇ ਹਾਂ ਬਾਈ ਜੀ। ਹਾਂਜੀ ਉਮਰ ਇਹ ਜੀ ਹੁੰਦੀ ਹੈ ਬਾਈ। ਹਾਂਜੀ। ਤਾਂ ਇਹ ਨਸ਼ੇ ਬਾਰੇ ਤੁਹਾਡੇ ਮਤਲਬ ਕਿ ਘਰ ਦੇ ਵਿੱਚ ਕਦੋਂ ਪਤਾ ਲੱਗਿਆ ਫਿਰ? ਨਸ਼ੇ ਬਾਰੇ ਦੇਖੋ ਬਾਈ ਜੀ, ਵੀ ਲਾ ਲਓ 7-8 ਮਹੀਨੇ ਹੋ ਚੱਲੇ ਸੀ ਮੈਂ ਇਸ ਲਾਈਨ 'ਚ। ਹਾਂਜੀ। ਤੇ ਜਦੋਂ ਮੇਰੇ ਨਾ +2 ਦੇ ਪੇਪਰ ਹੋਣੇ ਸੀ, ਰੋਲ ਨੰਬਰ ਨਾ ਦਿੱਤਾ ਮੈਨੂੰ ਕਿਉਂਕਿ ਮੈਂ ਜਾਣੋ ਹੀ ਹਟ ਗਿਆ ਸੀਗਾ। ਹਾਫ ਈਅਰਲੀ ਤੋਂ ਬਾਅਦ ਇੱਧਰ ਪਾਸੇ ਹੋ ਗਿਆ। ਤੇ ਪਾਪਾ ਨੇ ਕੁਦਰਤੀ ਫੋਨ ਮੈਨੂੰ ਕਹਿੰਦਾ ਵੀ ਤੂੰ ਕਾਲਜ ਸਕੂਲ ਕਿਉਂ ਨਹੀਂ ਗਿਆ? ਮੈਂ ਕਿਹਾ ਫ੍ਰੀ ਕਰਤਾ ਪੇਪਰ ਆ। ਕਹਿੰਦੇ ਰੋਲ ਨੰਬਰ ਕਿੱਥੇ ਆ? ਮੈਂ ਕਿਹਾ ਰੋਲ ਨੰਬਰ ਹੈ ਦਿੱਤਾ ਨਹੀਂ। ਤੇ ਉਹਨਾਂ ਨੂੰ ਪਤਾ ਲੱਗਿਆ ਵੀ ਦੂਜੇ ਸਟੂਡੈਂਟ ਦਾ ਰੋਲ ਨੰਬਰ ਮਿਲ ਗਿਆ, ਮੇਰੇ ਬੇਟੇ ਨੂੰ ਕਿਉਂ ਨਹੀਂ ਮਿਲਿਆ? ਉਹਨਾਂ ਨੇ ਸਕੂਲ 'ਚ ਫੋਨ ਲਾ ਲਿਆ। ਉਹ ਕਹਿੰਦੇ ਵੀ ਕੌਣ ਪਵਿੱਤਰ? ਅਸੀਂ ਤਾਂ ਜਾਣਦੇ ਨਹੀਂ, ਕਿਉਂਕਿ ਮੈਨੂੰ 6 ਮਹੀਨੇ ਹੋ ਗਏ ਗਿਆ ਹੀ ਨਹੀਂ ਸੀ, ਨਾ ਕੋਈ ਲੈਕਚਰ ਅਟੈਂਡ ਕੀਤਾ ਸੀ ਉਦੋਂ ਸਕੂਲ ਦਾ। ਕੋਈ ਕਮਰਸ ਰੱਖੀ ਹੋਈ ਸੀ ਬਾਈ ਮੇਰੀ। ਤੇ ਉਹ ਕਹਿੰਦੇ ਵੀ ਕੌਣ ਪਵਿੱਤਰ? ਅਸੀਂ ਤਾਂ ਜਾਣਦੇ ਨਹੀਂ ਗੇ। ਡੈਡੀ ਨੂੰ ਅੱਗ ਲੱਗ ਗਈ। ਕਹਿੰਦੇ ਵੀ ਮੈਨੂੰ ਪਹਿਲਾਂ ਪਿਆਰ ਨਾਲ ਪੁੱਛ, ਤੂੰ ਗਿਆ ਸੀ? ਮੈਂ ਕਿਹਾ ਹਾਂਜੀ ਮੈਂ ਜਾਂਦਾ ਰਿਹਾ। ਝੂਠ ਬੋਲਦੇ ਸਕੂਲ ਵਾਲੇ ਤਾਂ। ਤੇ ਜਦੋਂ ਮੇਰੇ ਨਾਲ ਅਗਲੇ ਦਿਨ ਉਹ ਸਕੂਲ ਗਏ, ਫਿਰ ਕਹਿੰਦੇ ਚਲੋ ਸਕੂਲ ਚੱਲਦੇ ਆ। ਉੱਥੇ ਕੀ ਹੋਇਆ, ਕਹਿੰਦੇ ਜੀ ਫੀਸ ਨਹੀਂ ਭਰੀ ਪਹਿਲਾਂ ਤਾਂ। ਉਹ ਕਹਿੰਦੇ ਸਾਤੋਂ ਤਾਂ ਲੈ ਗਿਆ ਪੂਰੀ 6 ਮਹੀਨਿਆਂ ਦੀ ਫੀਸ। ਤੇ ਮੇਰੇ ਉਹਨਾਂ ਨੇ, ਐਵੇਂ ਤੁਹਾਨੂੰ ਆਖਾਂ, ਪ੍ਰਿੰਸੀਪਲ ਦੇ ਸਾਹਮਣੇ ਮੇਰੇ ਥੱਪੜ ਵੀ ਮਾਰੇ ਡੈਡੀ ਨੇ ਮੇਰੇ। ਪਹਿਲੀ ਵਾਰੀ ਹੋਇਆ ਸੀ ਜ਼ਿੰਦਗੀ 'ਚ ਜਦੋਂ ਦਾ ਮੈਂ, ਜਾਣੀ ਕਿ ਮੇਰਾ ਬਰਥ ਹੋਇਆ, ਵੀ ਡੈਡੀ ਨੇ ਕਦੇ ਮੇਰੇ ਤੇ ਹੱਥ ਚੱਕਿਆ ਸੀ। ਉਹ ਪਹਿਲੇ ਟਾਈਮ ਸੀਗਾ ਮੇਰੇ ਥੱਪੜ ਵੱਜਿਆ। ਤੇ ਬਟ ਉੱਥੇ ਮੈਂ ਚਾਹੁੰਦਾ ਤਾਂ, ਮੇਰੀ ਉਮਰ ਇਹੋ ਜਿਹੀ ਸੀ ਵੀ ਉਹ ਚੀਜ਼ ਨੂੰ ਮੈਂ ਪੋਜ਼ਿਟਿਵ ਲੈਂਦਾ ਵੀ ਮੈਂ ਸੁਧਰ ਜਾ, ਪਰ ਮੈਂ ਖਿੱਝ ਕੇ ਉੱਦਾਂ ਹੀ ਪਾਪਾ ਨਾਲ ਉਹਦੇ ਨਾਲ ਲੜ ਕੇ। ਤੇ ਮੇਰੇ ਕੁਝ ਫਰੈਂਡ ਸੀ ਮੋਗੇ ਏਰੀਏ 'ਚ, ਮੈਂ ਉੱਧਰ ਬੱਸ ਚੜ੍ਹ ਗਿਆ, ਉੱਧਰ ਚਲਾ ਗਿਆ। ਮਤਲਬ ਕਿ ਉਸੇ ਟਾਈਮ ਤੁਸੀਂ ਘਰੇ ਨਹੀਂ ਗਏ, ਸਿੱਧਾ ਮਤਲਬ ਕਿ ਉੱਥੇ ਚੱਲ ਗਏ? ਤੇ ਮੈਂ 2-3 ਮਹੀਨੇ ਨਹੀਂ ਮੁੜਿਆ ਬਾਈ ਜੀ। ਤਾਂ ਮੈਂ ਇੱਥੇ ਇਹ ਵੀ ਪੁੱਛਣਾ ਚਾਹੂੰਗਾ ਵੀ ਤੁਸੀਂ ਪੜ੍ਹਾਈ ਦੇ ਵਿੱਚ ਕਿਵੇਂ ਸੀ? ਮਤਲਬ ਕਿ ਤੁਹਾਡੀ 10ਵੀਂ ਦੇ ਵਿੱਚ ਕੀ ਪਰਸੈਂਟੇਜ ਸੀ? ਮੇਰੀ ਪੜ੍ਹਾਈ ਵੀ ਆਪਾਂ ਕਹਿ ਦਈਏ ਫਸਟ ਆਉਂਦਾ ਹੁੰਦਾ ਸੀ ਬਾਈ ਜੀ ਮੈਂ ਹਰੇਕ ਕਲਾਸ 'ਚੋਂ। ਹਾਂਜੀ 84% ਸੀ ਮੇਰੇ 10th 'ਚ। ਹਾਂਜੀ। ਤੇ +1 ਮੇਰੀ ਕਮਰਸ ਸੀ। 78 ਆਈ ਥਿੰਕ 79 ਸੀ ਮੇਰੇ ਕਮਰਸ 'ਚ +1 'ਚ। ਤੇ ਹਾਫ ਈਅਰਲੀ 'ਚ ਵੀ ਜਦੋਂ ਮੈਂ, ਜਾਣੀ ਕਿ ਇਸ ਦਲਦਲ 'ਚ ਜਾਂਦਾ ਉਦੋਂ ਪੇਪਰ ਹੋ ਰਹੇ ਸੀ ਮੇਰੇ। ਜਦੋਂ ਮੈਂ ਪੀਅਰ ਟਰਾਈ ਕੀਤੀ ਹੈ ਉਦੋਂ ਵੀ ਮੇਰੇ 74-75 ਸੀਗੇ ਬਾਈ ਜੀ ਮੇਰੇ। ਮਤਲਬ ਕਿ ਪੜ੍ਹਾਈ ਦੇ ਵਿੱਚ ਵੀ ਤੁਸੀਂ ਕਾਫੀ ਹੁਸ਼ਿਆਰ ਸੀਗੇ? ਪੜ੍ਹਾਈ ਦੇ ਵਿੱਚ ਵੀ ਬਾਈ, ਤੇ ਬੈਸਟ ਐਥਲੀਟ ਹੁੰਦਾ ਸੀ ਮੈਂ। ਜਿਹੜੇ ਸਕੂਲ 'ਚ ਮੈਂ 3-4 ਸਕੂਲ ਬਦਲੇ ਸੀ, ਉਹਨਾਂ 'ਚ ਜਿਹੜੇ ਸਕੂਲ 'ਚ ਜਾਂਦਾ ਸੀ ਬੈਸਟ ਐਥਲੀਟ ਮੈਂ ਹੀ ਹੁੰਦਾ ਸੀ ਹਰੇਕ ਗੇਮ 'ਚ ਅੱਗੇ ਬਾਈ। ਤੇ ਮੇਰੀ 100 ਮੀਟਰ ਮੇਰੀ ਬਹੁਤ ਜ਼ਿਆਦਾ ਸੀ, ਬਹੁਤ ਭਾਜ, ਯਾਨੀ ਕਿ ਰੇਸ ਬਹੁਤ ਜ਼ਿਆਦਾ ਸੀ ਮੇਰੀ। ਫਿਰ ਭੰਗੜੇ ਕਰਿਕੂਲਮ ਐਕਟੀਵਿਟੀਜ਼ ਹੁੰਦੀਆਂ ਜਿਹੜੀਆਂ ਆਪਣੇ ਕਰਾਉਂਦੇ ਆ, ਉਸ ਸਾਰਿਆਂ 'ਚ ਵੱਲ ਭੰਗੜੇ ਦਾ ਕੈਪਟਨ ਬਾਈ। ਵੀ ਮੈਨੂੰ ਲੱਗਦਾ ਵੀ ਕੋਈ, ਮੈਂ ਚਲੋ ਮੈਂ ਤਾਂ ਨਹੀਂ ਕਹਿੰਦਾ ਗਾ ਵੀ ਹੁੰਦਾ ਵੀ ਕੋਈ ਇਹੋ ਜਿਹਾ ਇਨਸਾਨ ਉਹਦੇ 'ਚ ਇੰਨੇ ਗੁਣ ਹੁੰਦੇ ਆ ਵੀ ਮੈਨੂੰ ਪਰਮਾਤਮਾ ਨੇ ਵੀ ਇੰਨੀ ਕੁ ਦੇਣ ਸੀ, ਟੈਲੈਂਟ ਬਹੁਤ ਸੀ ਮੇਰੇ 'ਚ, ਪਰ ਉੱਥੇ ਕੋਈ ਗਾਈਡ ਕਰਨ ਵਾਲਾ ਚੰਗਾ ਕੋਈ ਟੀਚਰ ਲਾ ਲਓ। ਕਿਉਂਕਿ ਪ੍ਰਾਈਵੇਟ ਸਕੂਲਾਂ 'ਚ ਟੀਚਰ ਹੁੰਦੇ ਆ ਨਾ ਬਾਈ ਜੀ, ਚਲੋ ਕਹਿਣਾ ਤਾਂ ਨਹੀਂ ਚਾਹੀਦਾ, ਪਰ ਉਹ ਸਿਰਫ ਆਹ ਚੀਜ਼ ਵਾਸਤੇ ਹੁੰਦੇ ਆ ਵੀ ਪੈਸੇ ਵਾਸਤੇ, ਵੀ ਉਹ ਇਕੱਲਾ ਪੜ੍ਹਾਉਂਦੇ ਆ ਬਸ। ਕੋਈ ਨਾਲ ਕੋਈ ਚੰਗੀ ਸਿੱਖਿਆ ਨਹੀਂ ਦਿੰਦੇ, ਆਪਾਂ ਕਹਿ ਦਈਏ ਵੀ ਸੇਧ ਨਹੀਂ ਦਿੰਦੇ, ਕੋਈ ਦੁਨਿਆਵੀ ਸਿੱਖਿਆ ਨਹੀਂ ਦਿੰਦੇ, ਮਤਲਬ ਕਿ ਸਿਰਫ ਬਸ ਕਿਤਾਬੀ ਦਿੰਦੇ ਆ, ਕਿਤਾਬਾਂ ਵਾਲੀ ਸਿੱਖਿਆ ਦਿੰਦੇ ਆ, ਕੋਈ ਪ੍ਰੈਕਟੀਕਲੀ ਕੋਈ ਚੀਜ਼ ਉਹ ਨਹੀਂ ਕਰਾਉਂਦੇਗੇ। ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਮਤਲਬ ਕਿ ਚਲੇ ਗਏ ਆਪਣੇ ਦੋਸਤਾਂ ਕੋਲ, ਮੋਗੇ ਚਲੇ ਗਏ? ਹਾਂਜੀ। ਤੇ ਉਸ ਤੋਂ ਬਾਅਦ ਮਤਲਬ ਕਿ ਤੁਸੀਂ ਘਰੇ ਕਿੰਨੇ ਟਾਈਮ ਬਾਅਦ ਲੌਟੇ? ਮੈਨੂੰ ਜੀ 2-2.5 ਮਹੀਨੇ ਬਾਅਦ ਲੌਟਿਆ ਆਊਂਗਾ ਘਰੇ ਮੈਂ। ਉਦੋਂ ਘਰਦਿਆਂ ਨੂੰ ਪਤਾ ਲੱਗਿਆ ਕਿਉਂਕਿ ਫੋਨ ਕਰਦੇ ਸੀਗੇ। ਤੇ ਮੈਂ ਘਰੇ ਬਸ, ਕਿਉਂਕਿ ਆਵਾਜ਼ ਤੁਤਲਾਉਂਦੀ ਸੀਗੀ ਉਹ ਸ਼ੀਸ਼ੀਆਂ ਨਾਲ, ਤੇ ਨਾਲ ਗੋਲੀਆਂ ਖਾਂਦੇ ਸੀ, ਉਹਨਾਂ ਕੰਬਣ ਲੱਗ ਗਏ, ਤੋਤਲਾਪਣ ਆ ਜਾਂਦਾ ਸੀਗਾ ਜ਼ੁਬਾਨ ਤੇ। ਉੱਥੇ ਜਾ ਕੇ ਤੁਸੀਂ ਫੁੱਲ ਨਸ਼ਾ ਕਰਨ ਲੱਗ ਗਏ? ਫੁੱਲ ਕਰਨ ਲੱਗ ਗਿਆ ਬਾਈ ਜੀ ਮੈਂ, ਨਾ ਦਿਨ ਨਾ ਰਾਤ, ਕਿਉਂਕਿ ਸੰਗਤ ਵੀ ਉਹ ਜੀ ਸੀਗੀ ਲਾ ਲਓ।
ਇਹ ਸਾਰੇ ਹਨਾ। ਹਾਂਜੀ ਹਾਂਜੀ ਤੇ ਉਹਦੇ ਕਰਕੇ ਫੋਨ ਤੇ ਜਦੋਂ ਫੋਨ ਕਰਦੇ ਸੀਗੇ ਡੈਡੀ ਜਾਂ ਪਾਪਾ ਮੇਰੇ ਜਾਂ ਮੇਰੇ ਛੋਟੇ ਬ੍ਰਦਰ ਸੀ ਚਾਚਾ ਜੀ ਦੇ ਬੇਟੇ, ਉਹ ਕਹਿੰਦੇ ਬਾਈ ਘਰੇ ਆ ਜਾ, ਦਿਲ ਨਹੀਂ ਲੱਗਦਾ ਸਾਡਾ। ਹਾਂਜੀ ਤੇ ਮੈਂ ਕਹਿੰਦਾ ਸੀਗਾ ਡੈਡੀ ਨੇ ਥੱਪੜ ਕਿਵੇਂ ਮਾਰਿਆ, ਪਹਿਲਾਂ ਸੌਰੀ ਮੰਗੇ ਮੇਰੇ ਤੋਂ। ਅੱਛਾ ਜੀ। ਹਾਲਾਤ ਇਹ ਹੋ ਗਏ ਸੀ, ਮੈਂ ਆਪਦੀ ਗਲਤੀ ਮੇਰੀ ਤੇ ਸੌਰੀ ਮੈਂ ਆਪਦੇ ਡੈਡੀ ਤੋਂ ਮੰਗਾਉਣਾ ਚਾਹੁੰਦਾ ਸੀਗਾ। ਇਹ ਚੀਜ਼ ਹੋਈ ਬਾਈ, ਐਂ ਪਤਾ ਲੱਗਿਆ ਮੇਰੇ ਘਰੇ ਫੋਨ ਤੇ ਜਦੋਂ ਮੈਂ ਗੱਲ ਕਰਦਾ ਸੀਗਾ। ਹਾਂਜੀ। ਤੇ ਉਸ ਤੋਂ ਬਾਅਦ ਮਤਲਬ ਕਿ ਜਦੋਂ 2.5 ਮਹੀਨੇ ਬਾਅਦ ਤੁਹਾਡਾ ਕਿਵੇਂ ਦਿਲ ਕੀਤਾ ਵੀ ਹੁਣ ਮੈਨੂੰ ਘਰੇ ਮੁੜ ਜਾਣਾ ਚਾਹੀਦਾ? 2.5 ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਕਿੱਥੇ ਆ ਇਹ। ਅੱਛਾ ਜੀ। ਤੇ ਉਹ ਰਿਸ਼ਤੇਦਾਰੀ 'ਚ ਅਪਰੋਚ ਕੀਤੀ, ਕਿਉਂਕਿ ਸਾਡੇ ਪਿੰਡੋਂ ਰਿਸ਼ਤੇਦਾਰੀ ਸੀ ਉੱਥੇ ਘਰਦਿਆਂ ਨੇ ਵੀ ਇਹਨੂੰ ਇੱਥੋਂ ਵੀ ਭੇਜੋ ਤੁਸੀਂ। ਹਾਂਜੀ ਹਾਂਜੀ। ਤੇ ਫਿਰ ਜਦੋਂ ਉਹਨਾਂ ਨੇ ਕਹਿਤਾ ਵੀ ਭਾਈ ਕਾਕਾ ਘਰੇ ਜਾ ਤੂੰ ਹੁਣ, ਹਾਂਜੀ ਹਾਂਜੀ, ਤੇ ਫਿਰ ਮੈਨੂੰ ਆਉਣਾ ਪੈ ਗਿਆ ਘਰੇ। ਬਟ ਉਦੋਂ ਨੂੰ ਮੈਂ ਇੰਨਾ ਕੁ ਹੋ ਚੁੱਕਿਆ ਸੀਗਾ ਵੀ ਸਿੱਧਾ ਹੀ ਹੋ ਗਿਆ ਸੀ ਘਰਦਿਆਂ ਨੂੰ ਇੱਕ ਹਿਸਾਬ ਦਾ, ਵੀ ਪਤਾ ਚੱਲ ਹੀ ਗਿਆ ਸੀ। ਫਿਰ ਵੀ ਮੈਂ ਘਰੇ ਨਹੀਂ ਟਿਕਦਾ ਹੁੰਦਾ ਸੀ, ਸੁਬਾਹ ਲੰਘ ਜਾਣਾ ਤੇ ਰਾਤ ਨੂੰ ਆਉਣਾ, ਕਈ ਵਾਰੀ ਆਉਣਾ ਇਹਨਾਂ 2-2 3-3 ਦਿਨ ਮੁਕਤਸਰ ਰਹਿ ਪੈਂਦਾ। ਤੇ ਉੱਥੇ ਮਤਲਬ ਕਿ ਜਿਹੜਾ ਨਸ਼ੇ ਦੇ ਲਈ ਪੈਸਿਆਂ ਦਾ ਪ੍ਰਬੰਧ ਕਿਵੇਂ ਕਰਦੇ ਫਿਰ ਤੁਸੀਂ? ਪੈਸਿਆਂ ਦਾ ਤੁਹਾਨੂੰ ਦੱਸਦਾ ਬਾਈ ਜੀ, ਇਹ 'ਚ ਨਾ ਇੱਕ ਛੋਟੀ ਜਿਹੀ ਗੱਲ ਮੈਂ ਦੱਸਣੀ ਭੁੱਲ ਗਿਆ। ਹਾਂਜੀ। ਮੈਂ ਛੋਟੇ ਹੁੰਦਿਆਂ ਤੋਂ ਲੈ ਕੇ ਲਾ ਲਓ ਫਸਟ ਤੋਂ ਲੈ ਕੇ +2 ਤੱਕ ਮੈਂ ਨਾ ਆਪਦੇ ਥੀਏਟਰ ਕੀਤਾ, ਮੈਂ ਯਾਨੀ ਕਿ ਐਕਟਿੰਗ ਵੀ ਕੀਤੀ ਹੈ। ਉਹ ਚੀਜ਼ ਦਾ ਮੇਰੇ ਦਿਮਾਗ 'ਚ ਇਹੋ ਜਿਹਾ ਖੁਰਾਫਾਤੀ ਆਈਡੀਆ ਆਇਆ ਵੀ ਮੈਂ ਆਪਦੇ ਆਪ 'ਚ ਕਹਿਣ ਲੱਗ ਗਿਆ ਸੀ ਮੇਰੇ 'ਚ ਬਾਬਾ ਆਉਂਦਾ। ਮੈਂ ਐਕਟਿੰਗ ਕਰਦਾ ਸੀ, ਮੈਂ ਬਾਬਾ ਆਉਂਦਾ ਪੁੱਛਾਂ ਦਿੰਦਾ। ਹਾਂਜੀ ਹਾਂਜੀ। ਤੇ ਜਿੱਦੇ ਮੈਨੂੰ ਐਂ ਲੱਗਦੇ ਪੈਸੇ ਮੁੱਕਣ ਜੇ ਲੱਗੇ, ਉਹਦੇ ਰਾਤ ਨੂੰ ਮੇਰੇ 'ਚ ਬਾਬਾ ਆ ਜਾਂਦਾ ਸੀ। ਅੱਛਾ। ਤੇ ਰਾਤ ਨੂੰ ਬਸ ਪੂਰਾ ਐਂ ਤੰਗ ਕਰਨਾ ਘਰਦਿਆਂ ਨੂੰ ਵੀ ਇਹਨੂੰ ਮੈਂ ਮਾਰ ਦੂੰ, ਮੈਂ ਨਾਲ ਲੈ ਜੂ ਆਪਦੇ, ਵੀ ਮੁਸਲਮਾਨ ਆ ਗਿਆ ਮੇਰੇ, ਇਹ ਮੇਰਾ ਪੁਰਾਣੇ ਜਨਮ ਦਾ ਭਰਾ ਲਾ ਲਓ। ਅੱਛਾ ਅੱਛਾ। ਤੇ ਤੜਕੇ ਨੂੰ ਫਿਰ ਮੈਂ ਹੱਥ ਕਰ ਦਿੰਦਾ 20,000 ਰੱਖ, ਡੈਡੀ ਨੂੰ ਕਹਿੰਦਾ ਇੱਥੇ ਰੱਖ ਮੇਰੇ ਹੱਥ, ਰੱਖੋ ਨਹੀਂ ਬੋਲਦੇ ਰੱਖ, ਕਿਉਂਕਿ ਨਸ਼ੇ 'ਚ ਇੰਨਾ ਖਿੱਚ ਕੇ ਬੋਲਦਾ ਸੀਗਾ। ਤੇ ਵੀ 20,000 ਇੱਥੇ ਰੱਖ ਤਲੀ, ਤੇ ਕਿਤੋਂ ਲਿਆ ਮੇਰੇ ਨੇ। ਅੱਛਾ ਅੱਛਾ। ਤੇ ਉਹ ਡੈਡੀ ਮੇਰੇ ਲਾ ਲਓ ਵੀ ਡਰਦੇ ਲਾ ਲਓ ਕਿ ਇੱਕ ਲਾਡਲਾ ਵਾਲਾ ਸੀ ਸ਼ੁਰੂ ਤੋਂ, ਕਿਉਂਕਿ 5 ਭੈਣਾਂ ਸੀਗੀਆਂ ਚਾਚੇ ਤਾਏ ਦੀਆਂ, ਮੇਰੀ ਇੱਕ ਰੀਅਲ ਸਿਸਟਰ ਸੀ, 3 ਮੇਰੇ ਚਾਚਾ ਜੀ ਦੀ ਤੇ ਇੱਕ ਮੇਰੇ ਦੂਜੇ ਚਾਚਾ ਜੀ ਦੀ ਬੇਟੀ, ਕੋਈ ਪਹਿਲਾਂ ਬੇਟਾ ਨਹੀਂ ਸੀ। ਉਹਦੇ ਕਰਕੇ ਮੈਨੂੰ ਇੰਨਾ ਲਾਡਲਾ ਰੱਖਿਆ ਸੀਗਾ, ਉਹਨਾਂ ਨੇ ਐਸੀ ਕੁਛ ਕਰ ਨਾ ਲਵੇ। ਤੇ ਉਹ ਪੈਸੇ ਮੇਰੇ ਹੱਥ ਤੇ 20,000 ਐਂ ਲੈ ਜਾਂਦਾ ਸੀ ਤੇ ਮੈਂ 2-3 ਦਿਨਾਂ 'ਚ ਕਪਾ ਦਿੰਦਾ ਸੀ। ਹਾਂਜੀ, ਪੂਰਾ ਤੁਸੀਂ ਖਤਮ ਕਰਕੇ ਤੇ ਫਿਰ ਉਦੋਂ ਬਾਬਾ ਫੇਰ ਆ ਜਾਂਦਾ ਸੀਗਾ। ਉਸ ਤੋਂ ਬਾਅਦ ਮਤਲਬ ਕਿ ਤੁਹਾਡੇ ਪਾਪਾ ਨੇ ਜਾਂ ਪਰਿਵਾਰ ਨੇ ਤੁਹਾਨੂੰ ਅੱਗੇ ਪੜ੍ਹਨ ਲਈ ਨਹੀਂ ਮਤਲਬ ਕਿ ਫੋਰਸ ਕੀਤਾ? ਨਹੀਂ, ਪੜ੍ਹਨ ਲਈ ਫਿਰ ਬਾਈ ਜੀ ਲੱਛਣ ਮਾੜੇ ਹੋ ਗਏ। ਤੇ ਉਹਨਾਂ ਨੇ ਪਹਿਲਾਂ ਤਾਂ ਕਈ ਵਾਰੀ ਰੋਂਦੇ ਹੁੰਦੇ ਸੀ ਮੇਰੇ ਕੋਲੇ ਪਾਪਾ ਬਹਿ ਕੇ ਵੀ ਤੂੰ ਯਾਰ ਜੇ ਆਹ ਨਾ ਕਰਦਾ, ਮੇਰਾ ਸੁਪਨਾ ਹੈ ਤੈਨੂੰ IPS ਜਾਂ IAS ਬਣਾਉਣ ਦਾ, ਪਰ ਹੁਣ ਮੇਰਾ ਜੀਅ ਨਹੀਂ ਕਰਦਾ ਤੈਨੂੰ ਕਹਿਣ ਨੂੰ ਵੀ ਤੂੰ ਪੜ੍ਹ ਅੱਗੇ, ਵੀ ਪਤਾ ਹੀ ਤੇਰੇ ਹਾਲਾਤ ਕੀ ਹੋਏ ਪਏ ਆ ਹੁਣ। ਹਾਂਜੀ ਬਾਈ। ਤੇ ਇਸ ਤੋਂ ਬਾਅਦ ਮਤਲਬ ਕਿ ਤੁਹਾਡੀ ਜ਼ਿੰਦਗੀ ਕਿਵੇਂ ਚੱਲੀ ਅੱਗੇ, ਕਿੰਨਾ ਸਾਲ ਜ਼ਿੰਦਗੀ ਬਾਈ ਜੀ? ਉਦੋਂ ਬਾਅਦ ਸਮੈਕ ਦਾ ਥੋੜ੍ਹਾ ਜਿਹਾ 1.5 ਸਾਲ ਚੱਲਿਆ ਦੌਰ। ਉੱਥੇ ਸਾਡੇ ਮਿਲਦੀ ਹੁੰਦੀ ਮੁਕਤਸਰ, ਕਿਉਂਕਿ ਮੈਂ ਛੋਟਾ ਸੀਗਾ, ਕਾਲਜ ਵਾਲੇ ਨਾਲ ਬਹਿਣੀ ਉੱਠਣੀ ਹੋ ਗਈ। ਜਦੋਂ ਸੀਨੀਅਰ ਸੀ ਉਹ ਕਹਿਣ ਲੱਗਿਆ ਆਹ ਚੀਜ਼ ਨਵੀਂ ਸਮੈਕ ਹੈ ਕਿ ਜੇ ਅਗਰ ਯਾਦ ਨਹੀਂ ਰਹਿੰਦਾ ਵੀ ਆਪਾਂ ਨੇ ਕੀ ਹੋਇਆ ਜਿੱਦੇ ਕੀਤੀ ਹੋਵੇ ਸਮੈਕ ਪੀਤੀ ਹੋਵੇ। ਮੈਂ ਕਿਹਾ ਇਹ ਵੀ ਟਰਾਈ ਕਰਕੇ ਦੇਖੀਏ। ਫਿਰ ਕੋਈ ਸਾਲ 6 ਮਹੀਨੇ ਉਹ ਸਮੈਕ ਚੱਲੀ ਜੀ। ਉਦੋਂ ਬਾਅਦ ਬਾਈ ਜੀ ਫਿਰ 12-13 'ਚ ਚਿੱਟਾ ਆਉਂਦਾ ਆਪਣੇ ਜ਼ਿਆਦੇ, ਜਦੋਂ ਜ਼ਿਆਦੇ ਆ ਗਿਆ। ਤੇ ਬਠਿੰਡੇ ਮੈਂ ਆਇਆ, ਕੋਈ ਸੀਗਾ ਯਾਰ ਦੋਸਤ ਮੇਰਾ, ਉਹਦੀ ਹੁਣ ਡੈਥ ਹੋ ਗਈ, ਨਾਲ ਦੇ ਪਿੰਡਾਂ ਦਾ ਹੀ ਸੀਗਾ। ਉਹਨੇ ਕਮਰਾ ਲਿਆ ਹੋਇਆ ਸੀਗਾ ਤੇ ਉਹਦੇ ਕੋਲੇ ਰਹਿਣ ਆਇਆ। ਮੈਨੂੰ ਆਂਦਾ ਯਾਰ ਚਿੱਟਾ ਲਾ ਕੇ ਦੇਖਣਾ ਤੂੰ? ਮੈਂ ਕਿਹਾ ਉਹ ਕੀ ਚੀਜ਼ ਹੁੰਦੀ ਆ? ਕਹਿੰਦਾ ਟਰਾਈ ਕਰ। ਮੈਂ ਕਿਹਾ ਆਉਣ ਦਿਓ ਵੀ ਲਵਾ ਦੇ ਮੈਨੂੰ। ਮੈਂ ਕਿਹਾ ਇਹ ਵੀ ਦੇਖ ਲਾਂ ਮੈਂ ਕੀ ਚੀਜ਼ ਆ। ਤੇ ਬਾਈ ਜੀ ਮੈਂ ਪੰਨੀ ਤੋਂ ਨਹੀਂ ਲਵਾਇਆ ਮੈਨੂੰ ਪਹਿਲੀ ਵਾਰੀ ਉਹਦੇ ਕਮਰੇ 'ਚ ਬਹਿ ਕੇ। ਤੇ ਬਸ ਉੱਥੋਂ ਬਾਈ ਚਿੱਟੇ ਦਾ ਕੰਮ ਸ਼ੁਰੂ ਹੋ ਗਿਆ। ਫਿਰ ਉਹ ਉੱਥੋਂ ਆਪਣੇ ਪਿੰਡ ਆ ਗਿਆ ਆਪਦੇ ਬਠਿੰਡੇ। ਮੈਂ ਵੀ ਪਹਿਲਾਂ ਆ ਗਿਆ ਉੱਥੋਂ। ਤੇ ਫਿਰ ਉਹ ਆ ਗਿਆ ਮੇਰੇ ਮਗਰ। ਫਿਰ ਉਹਨੂੰ ਟੀਕੇ ਲਾਉਣ ਲੱਗ ਗਿਆ ਸੀ, ਇੰਜੈਕਟ ਕਰਨ ਲੱਗ ਗਿਆ ਸੀ। ਇਹ ਗੱਲ ਹੈਗੀ 13-14 ਦੀ। ਮਤਲਬ ਕਿ ਸਮੈਕ ਤੋਂ ਬਾਅਦ ਚਿੱਟੇ ਤੋਂ ਬਾਅਦ ਟੀਕੇ ਵੀ? ਹਾਂਜੀ, 13-14 'ਚ। ਤਾਂ ਮੈਂ ਇੱਥੇ ਪੁੱਛਣਾ ਚਾਹੁੰਦਾ ਵੀ ਤੁਹਾਡਾ ਖਰਚਾ ਪੂਰਾ ਘਰ ਤੋਂ ਹੀ ਚੱਲਦਾ ਰਿਹਾ ਉਦੋਂ ਤੱਕ, ਜਾਂ ਕੋਈ ਹੋਰ ਵੀ ਮਤਲਬ ਕਿ ਤੁਸੀਂ ਹੱਥ ਪੈਰ ਮਾਰਦੇ ਸੀ ਕਿਸੇ ਪਾਸੇ? ਹੱਥ ਪੈਰ ਬਾਈ ਜੀ ਐਂ ਸੀ, ਘਰੋਂ ਵੀ ਚੱਲਦਾ ਸੀਗਾ, ਤੁਹਾਨੂੰ ਦੱਸਿਆ ਜਿਵੇਂ ਉਹ ਐਕਟਿੰਗ ਕਰਦਾ ਸੀਗਾ ਮੈਂ। ਤੇ ਬਾਕੀ ਬਾਈ ਥੋੜਾ ਜਿਹਾ ਬਦਮਾਸ਼ੀ ਟਾਈਪ ਵੀ ਹੋ ਗਏ ਸੀਗੇ। ਤੇ ਜਿਵੇਂ ਰੌਲਾ ਹੋਣਾ ਕਿਤੇ ਕਾਲਜ 'ਚ, ਪ੍ਰਧਾਨਗੀ ਉੱਥੋਂ ਪੈਸੇ ਇਕੱਠੇ ਕਰ ਲੈਣੇ ਵੀ ਅਸੀਂ ਬੰਦੇ ਲੈ ਕੇ ਆਉਣੇ ਆ। ਤੇ ਜਾਂ ਲਾ ਲਓ ਤੁਸੀਂ ਵੋਟਾਂ ਚਲੇ ਜਾਣਾ, ਬੂਥ ਕੈਪਚਰਿੰਗ ਵਗੈਰਾ, ਕਿਸੇ ਲੀਡਰ ਦੀ ਰੈਲੀ ਤੇ ਜਾਣਾ, ਉਦੋਂ ਪੈਸੇ, ਜਾਂ ਕੋਈ ਪੈਲੀ ਦਾ ਰੌਲਾ ਕਬਜ਼ਿਆਂ ਤੇ, ਐਂ ਜਾਣ ਲੱਗ ਗਏ ਸੀ ਬਾਈ ਜੀ। ਇਦਾਂ ਵੀ ਹੋ ਜਾਂਦੇ ਸੀਗੇ। ਮਤਲਬ ਕਿ ਨਸ਼ੇ ਦੇ ਨਾਲ ਬੰਦਾ ਬਦਮਾਸ਼ੀ 'ਚ ਜਾਂਦਾ ਬਾਈ ਜੀ, ਜਾਂਦਾ ਹੀ ਹੈ। ਤਾਂ ਮਤਲਬ ਕਿਤੇ ਨਾ ਕਿਤੇ ਸਾਨੂੰ ਪੈਸਾ ਇਕੱਠਾ ਹੋਣ ਲੱਗ ਜਾਵੇ, ਕਿਵੇਂ ਹੋਵੇ। ਹਾਂਜੀ, ਚਾਹੇ ਸਾਥੋਂ ਕੋਈ ਕਿਸੇ ਨੂੰ ਕੁਟਵਾ ਲਓ, ਚਾਹੇ ਮਰਵਾ ਲਓ ਤੱਕ। ਹਾਂਜੀ। ਮਤਲਬ ਕਿ ਬੰਦਾ ਆਪਣੀ ਜ਼ਮੀਰ ਭੁੱਲ ਜਾਂਦਾ। ਤੇ ਬਾਕੀ ਬਾਈ ਜੀ ਮੇਰੇ ਤੇ ਪਹਿਲਾ ਪਰਚਾ ਵੀ 2008-9 ਚ ਉਦੋਂ ਹੀ ਹੋਇਆ, ਜਦੋਂ ਮੈਂ ਇਹ ਨਸ਼ੇ ਦੌਰ 'ਚ ਚੱਲਦਾ ਆ ਸੀਗਾ। 24-25 ਦਾ ਪਰਚਾ ਹੋਇਆ ਉਦੋਂ ਮੇਰੇ ਤੇ ਪਹਿਲਾਂ।
ਤੇ ਇਸ ਤੋਂ ਬਾਅਦ ਮਤਲਬ ਕਿ ਤੁਹਾਡੇ ਘਰਦਿਆਂ ਨੇ ਨਹੀਂ ਕੋਸ਼ਿਸ਼ ਕੀਤੀ ਵੀ ਤੁਹਾਨੂੰ ਕਿਸੇ ਕੈਂਪ ਦੇ ਵਿੱਚ ਜਾ ਕੇ ਨਸ਼ਾ ਛਡਾਊ ਕੈਂਪ ਦੇ ਵਿੱਚ ਭਰਤੀ ਕਰਾਉਣ ਜਾਂ ਕਿਵੇਂ ਨਾ ਕਿਵੇਂ? ਹਾਂਜੀ ਬਾਈ, ਨਹੀਂ ਇਦਾਂ ਨਹੀਂ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ, ਵੀ ਲਾ ਲਓ ਪਿਆਰ ਨਾਲ ਹੀ ਸਮਝਾਉਂਦੇ ਸੀ ਜ਼ਿਆਦਾ ਅੱਛਾ ਅੱਛਾ। ਵੀ ਜਦੋਂ ਮੈਂ ਘਰੇ, ਬਲਕਿ ਤਾਂ ਮੈਂ ਜ਼ਿਆਦਾ ਟਿਕਦਾ ਨਹੀਂ ਸੀ ਘਰੇ, ਹਾਂਜੀ ਵੀ ਕਈ ਵਾਰੀ ਮਹੀਨਾ ਵੀ ਬਾਹਰ ਹੀ ਰਹਿੰਦਾ ਸੀਗਾ। ਤੇ ਕਿਉਂਕਿ ਰਾਤ ਸੁਬਾਹ ਨਿਕਲ ਜਾਣਾ ਮੈਂ 6-7 ਵਜੇ, ਤੇ ਜਿਵੇਂ ਡਿਊਟੀ ਤੇ ਬਾਹਲਾ ਤਕੜਾ ਮੈਂ ਹੁਣ ਲੱਗਿਆ ਨਾ ਕੋਈ ਆਫੀਸਰ। ਸਹੀ ਗੱਲ ਆ ਬਾਈ ਜੀ, ਇਹ ਪੈਨ ਪੁੰਨ ਟੰਗ ਕੇ ਆਪਦੇ, ਸੌਰੀ ਪੈਨ ਟੰਗ ਕੇ ਆਪਦੇ, ਤੇ ਪੂਰੇ ਵਾਲ ਖੜੇ ਕਰਕੇ ਜੈਲ ਲਾ ਕੇ ਤੇ ਮੋਟਰਸਾਈਕਲ ਤੇ ਵੀ ਮੈਂ ਚੱਲਿਆ। ਤੇ ਸ਼ਾਮ ਨੂੰ ਜੇ ਕੋਈ ਕੰਮ ਕਹਿੰਦੇ ਕਰਦੇ, ਮੈਨੂੰ ਬਹੁਤ ਕੰਮ ਆ, ਮੈਂ ਤਾਂ ਚੱਲਿਆ ਆਪਦਾ ਤਿਆਰ ਹੋ ਕੇ ਜਾਣਾ, ਤੇ ਰਾਤ ਨੂੰ 10-11 ਵੱਜ ਜਾਂਦੇ, ਤੇ ਘਰਦਿਆਂ ਦੇ ਮੱਥੇ ਨਹੀਂ ਲੱਗਦਾ ਸੀ ਬਾਈ, ਮਾੜਾ ਮੋਟਾ ਜੇ ਕਹਿੰਦੇ ਵੀ ਤਾਂ ਅਣਸੁਣੀ ਕਰ ਦਿੰਦਾ ਸੀਗਾ। ਮੇਰੇ ਖਿਆਲ ਖਾਸ ਗੱਲ ਤਾਂ ਘਰੇ ਮੱਥੇ ਲੱਗਣ ਦੀ ਇਹੀ ਸੀ ਵੀ ਮੈਨੂੰ ਟੋਕਣਗੇ ਜਾਂ ਕਰਨਗੇ। ਟੋਕਣਗੇ ਬਾਈ ਜੀ, ਕਿਸੇ ਤਰ੍ਹਾਂ ਮੈਂ ਇਹਨਾਂ ਤੋਂ ਬਾਹਰ ਰਹਾਂ, ਦੂਰ ਰਹਾਂ। ਜੇ ਕੋਈ ਰਿਸ਼ਤੇਦਾਰ ਵੀ ਆਉਂਦਾ ਸੀਗਾ, ਕੋਈ ਫੁੱਫੜ ਜੀ ਆ ਜਾਂਦੇ ਜਾਂ ਕੋਈ ਮਾਮਿਆਂ ਦੇ ਮੁੰਡੇ ਆ ਜਾਂਦੇ, ਮਾਮੇ ਜੀ ਹੋਰਾਂ ਦੀ ਤਾਂ ਡੈਥ ਹੋ ਗਈ ਸੀਗੀ, ਤੇ ਜਾਂ ਮਾਸੀ ਦੇ ਮੁੰਡੇ ਆ ਜਾਂਦੇ, ਉਦੋਂ ਵੀ ਮੈਂ ਟਲਦਾ। ਮੈਨੂੰ ਪਤਾ ਸੀ ਵੀ ਇਹ ਸੂਈ ਮੇਰੇ ਤੇ ਘਮਾਉਣਗੇ, ਵੀ ਸਮਝਾਉਣਗੇ, ਤੇ ਮੈਂ ਉਹ ਚੀਜ਼ ਦੀ ਖਿਝ ਮੰਨਦਾ ਸੀਗਾ, ਉਹਦੇ ਮੈਂ ਨਿਕਲ ਜਾਣਾ ਘਰੋਂ। ਠੀਕ ਹੈ। ਹਾਂਜੀ ਹਾਂਜੀ। ਤੇ ਤੁਹਾਡੇ ਮਤਲਬ ਕਿ ਘਰ ਦੇ ਉੱਤੇ ਕੀ ਇਸ ਦਾ ਬੁਰਾ ਅਸਰ ਪਿਆ? ਮਤਲਬ ਕਿ ਕੋਈ ਆਂਢ ਗੁਆਂਢ ਕੁਛ ਬੋਲਣ ਲੱਗ ਗਿਆ ਜਾਂ ਕਹਿਣ ਲੱਗ ਗਿਆ? ਕਿਸ ਤਰ੍ਹਾਂ ਮਤਲਬ ਕਿ ਤੁਹਾਡਾ ਵਤੀਰਾ ਕਿਸ ਤਰ੍ਹਾਂ ਹੋ ਗਿਆ ਤੁਹਾਡੇ ਘਰਦਿਆਂ ਨਾਲ ਲੋਕਾਂ ਦਾ ਬਾਈ ਜੀ ਵਤੀਰਾ ਐਂ ਸੀਗਾ ਵੀ ਜਿਵੇਂ ਹੁਣ ਡੈਡੀ ਮੇਰੇ ਪਾਪਾ ਵੀ ਉਹ ਇਹਨਾਂ ਦੀ ਇੰਨਾ ਕੁ ਨਾਂ ਸੀਗਾ ਵੀ ਅਫਸਰਾਂ ਨਾਲ ਵੀ ਲੀਡਰੀ ਟਾਈਪ ਨਹੀਂ ਸੀਗੇ ਉਹ, ਪਰ ਉਹ ਇੰਨਾ ਕੁ ਸੋਸ਼ਲ ਵਰਕ ਬਹੁਤ ਕਰਦੇ ਸੀਗੇ ਉਹ, ਵੀ ਗਰੀਬ ਦਾ ਭਲਾ ਹੋ ਜੇ, ਕਿਸੇ ਦਾ ਕੰਮ ਕਰਵਾਤਾ, ਤੇ ਉਹ ਚੀਜ਼ ਉਹ ਘਟਾਉਣ ਲੱਗ ਗਏ ਸੀ, ਕਿਉਂਕਿ ਜਿੱਥੇ ਤੇਰਾ ਮੁੰਡਾ ਸੁਧਰਿਆ ਨਹੀਂ ਹਜੇ, ਆਹ ਚੀਜ਼ ਉਹਨਾਂ ਨੂੰ ਸੁਣਨ ਨੂੰ ਮਿਲਦੀ ਸੀਗੀ। ਤੇ ਬਾਕੀ ਚਾਚੇ ਤਾਇਆਂ ਨੂੰ ਵੀ, ਜਿਹੜੇ 2 ਚਾਚਾ ਜੀ ਆ ਮੇਰੇ, ਜਿਹੜੇ ਉਹਨਾਂ ਨੂੰ ਵੀ ਜੇ ਕੋਈ ਖੇਤ ਬੰਨੇ ਜਾਂਦੇ, ਕੋਈ ਖੇਤ ਦਾ ਗਵਾਂਢੀ ਟੱਕਰਦਾ, ਯਾਰ ਤੁਹਾਡਾ ਮੁੰਡਾ ਤਾਂ ਫਲਾਣੇ ਥਾਂ ਡੱਕਿਆ ਫਿਰਦਾ ਸੀ, ਉਹ ਫਲਾਣੇ ਥਾਂ ਲੜਦਾ ਫਿਰਦਾ ਸੀ। ਤੇ ਮੰਮੀ ਹੋਰਾਂ ਨੂੰ ਜਿਵੇਂ ਘਰੇ ਕੋਈ ਪਤਾ ਲੈਣ, ਕੋਈ ਬਿਮਾਰ ਸ਼ਮਾਰ ਕੋਈ ਉਦੋਂ ਆ ਜਾਂਦੇ ਪਤਾ ਲੈਣ, ਕਿਵੇਂ ਪਵਿੱਤਰ ਕਿਵੇਂ ਆ ਹੁਣ, ਸੁਧਰਿਆ ਹੁਣ, ਉਹ ਚੀਜ਼ਾਂ ਉਹ ਸਾਰੇ ਵੀ ਟਾਲਣ ਲੱਗ ਗਏ ਸੀ ਸਮਾਜ ਤੋਂ, ਘਰ ਦੇ ਵੀ ਇੱਕ ਤਰ੍ਹਾਂ ਦਾ ਘਰ ਦੇ ਵਿੱਚ ਉਹ ਵੀ ਕੈਦ ਹੋਣ ਲੱਗ ਗਏ ਸੀ ਤੁਹਾਡੇ ਨਸ਼ੇ ਦੇ ਕਰਕੇ। ਹਾਂਜੀ ਹਾਂਜੀ, ਕੈਦ ਹੋਣ ਲੱਗ ਗਈ ਸੀਗੀ, ਵੀ ਆਉਣਾ ਜਾਣਾ ਬਹੁਤ ਘਟਾਤਾ ਸੀ ਉਹਨਾਂ ਨੇ ਮੇਰੇ ਕਰਕੇ। ਮਤਲਬ ਕਿ ਹਰ ਜਗ੍ਹਾ ਤੁਹਾਡੇ ਕਰਕੇ ਉਹਨਾਂ ਨੂੰ ਬਦਨਾਮੀ ਨਮੋਸ਼ੀ ਖੱਟੀ ਉਹਨਾਂ ਨੇ ਮੇਰੇ ਜਿਵੇਂ। ਤੇ ਉਸ ਤੋਂ ਬਾਅਦ ਮਤਲਬ ਕਿ ਤੁਸੀਂ ਦੱਸਿਆ ਸੀ ਵੀ ਤੁਸੀਂ ਸਾਈਪ੍ਰੈਸ ਵੀ ਗਏ। ਹਾਂਜੀ ਹਾਂਜੀ। ਉਹ ਮਤਲਬ ਕਿ ਕਿੱਦਾਂ ਉਸ ਗੱਲ ਦਾ ਮਤਲਬ ਕਿ ਸਬੱਬ ਬਣਿਆ ਸਾਈਪ੍ਰੈਸ ਜਾਣ ਦਾ? ਤੁਹਾਨੂੰ ਮੈਂ ਦੱਸਦਾ ਬਾਈ, ਸਾਈਪ੍ਰੈਸ ਜਾਣ ਦਾ ਸਬੱਬ ਐਂ ਬਣਿਆ, ਜਦੋਂ ਮੈਂ ਨਾ ਸੁਧਰਿਆ, ਮੇਰੀ ਮੈਰਿਜ ਹੋ ਗਈ ਸੀ 2014 'ਚ। ਅੱਛਾ ਜੀ। ਨਵੰਬਰ 'ਚ। ਤੇ ਮੈਰਿਜ ਹੋਈ ਜਦੋਂ, ਤੇ ਉਦੋਂ ਬਾਅਦ ਚਲੋ ਬੇਟੀ ਹੋ ਗਈ, ਮੇਰੇ ਗੁੜੀਆ ਹੋ ਗਈ। ਤੇ 2017 'ਚ ਆਉਂਦੇ ਵੀ ਨਹੀਂ, ਡੈਡੀ ਕਹਿੰਦੇ ਵੀ ਨਹੀਂ ਸੁਧਰੇ, ਵਿਆਹ ਤਾਂ ਹੀ ਕੀਤਾ ਸੀ ਵੀ ਸੁਧਰ ਜੂਗਾ, ਚੱਲ ਵੀ ਕਬੀਲਦਾਰੀ ਪੈ ਗਈ ਗੱਲ। ਹਾਂਜੀ ਹਾਂਜੀ, ਵੀ ਬੱਚੇ ਦੇ ਉੱਤੇ ਕਬੀਲਦਾਰੀ ਪਾਈਏ, ਸ਼ਾਇਦ ਸੁਧਰ ਜੇ। ਪਰ ਉਹਦਾ ਵੀ ਮੇਰੇ ਤੇ 1% ਵੀ ਕੋਈ ਅਸਰ ਨਹੀਂ ਹੋਇਆ ਉਹ ਚੀਜ਼ ਦਾ। ਮੈਂ ਆਪਦਾ ਉਵੇਂ ਕੰਟੀਨਿਊ ਰੱਖੀ ਚੀਜ਼। ਤੇ ਪਾਪਾ ਨੂੰ ਐਂ ਸੀ ਵੀ ਚੱਲ ਇਹਨੂੰ ਬਾਹਰ ਭੇਜ ਦੇ, ਉੱਥੇ ਸੁਧਰ ਜੂਗਾ, ਵੀ ਉੱਥੇ ਜਦੋਂ ਕੰਮ 'ਚ ਪੈ ਗਿਆ ਆਪੇ ਧਿਆਨ ਹੋਰ ਪਾਸੇ ਜਾਊਗਾ। ਤੇ ਉਦੋਂ ਬਾਈ ਜੀ ਮੈਂ ਤੁਹਾਨੂੰ ਇੱਥੇ ਗੱਲ ਹੋਰ ਦੱਸਦਾ ਇੱਕ, ਵੀ ਇਹ 'ਚ ਇੱਕ ਹੋਰ ਮੈਂ ਵੀ ਘਾਟਾ ਵੀ ਚਲੋ ਸਮਾਜਿਕ ਤੌਰ ਤੇ ਤਾਂ ਪਿਆ, ਵੀ ਫਾਈਨੈਂਸ਼ੀਅਲੀ ਵੀ ਘਰ ਨੂੰ ਪਿਆ ਘਾਟਾ, ਵੀ ਉਹ ਜਿਹੜੇ 20-30 ਹਜ਼ਾਰ ਕਰਕੇ ਲੈ ਜਾਂਦਾ ਸੀ ਘਰੋਂ ਮੈਂ, ਉਹਨੇ ਬਾਈ ਜੀ ਮੇਰੀ ਪੌਣੇ 2 ਕਿੱਲੇ ਜ਼ਮੀਨ ਵਿਕਾਤੀ। ਉਹ ਪੈਸੇ ਨੇ ਥੋੜੇ ਸਾਲਾਂ 'ਚ ਕਰਕੇ। ਤੇ ਉਦੋਂ ਡੈਡੀ ਨੇ ਪੈਲੀ ਵੇਚੀ, ਤੋਂ ਬਾਹਰ ਜਾਣਾ ਸੀ ਮੈਂ, ਤੇ ਫਿਰ ਬੈਂਕ ਤੋਂ 10 ਲੱਖ ਲੋਨ ਚੱਕਿਆ, ਲਿਮਟ ਤੇ ਲੋਨ ਚੱਕ ਕੇ ਤੁਹਾਨੂੰ ਬਾਹਰ ਭੇਜਿਆ? ਹਾਂਜੀ, ਉਹ ਪੈਲੀ ਨਾਲ ਤਾਂ ਕਰਜ਼ਾ ਹੀ ਲੱਥਾ ਗੱਲਾ, ਲਿਮਟ ਤੇ ਲੋਨ ਚੱਕ ਕੇ ਮੈਨੂੰ ਬਾਹਰ ਭੇਜਿਆ ਸਾਈਪ੍ਰਸ, ਮੈਨੂੰ ਤੇ ਮੇਰੀ ਵਾਈਫ ਨੂੰ, ਦੋਵਾਂ ਨੂੰ। ਗੁੜੀਆ ਮੇਰੀ ਛੋਟੀ ਸੀ, ਇੱਥੇ ਛੱਡੀ ਉਦੋਂ ਅਸੀਂ ਦਾਦਾ ਮੰਮੀ ਡੈਡੀ ਕੋਲੇ, ਤੇ ਉੱਥੇ ਚਲਾ ਗਿਆ ਬਾਈ। ਤੇ ਗਾਂ ਫਿਰ ਤੁਹਾਨੂੰ ਆਹ ਦਿੰਦੇ ਵੀ ਲੰਡੇ ਨੂੰ ਖੁੰਡਾ ਆਉਂਦੇ ਨੇ, 100 ਵਾਲ ਪਾ ਕੇ ਮਿਲਦਾ। ਉੱਥੇ ਬਾਈ, ਉੱਥੇ ਵੀ ਸੰਗਤ ਹੋ ਜੀ ਗਾ। ਉੱਥੇ ਬਾਈ ਗੋਲੀ ਆਉਂਦੀ ਹੁੰਦੀ ਸੀ ਇੱਕ, ਤੇ ਉਹਨੂੰ ਕ੍ਰਸ਼ ਕਰਕੇ ਦਾ ਨੱਕ ਨਾ ਖਿੱਚਦੇ ਸੀ ਉਧਰ। ਗੋਲੀ ਨੂੰ ਤੁਸੀਂ ਇੱਕ ਕਰਕੇ ਉਹਨੂੰ, ਹਾਂਜੀ, ਪਾਊਡਰ ਬਣਾ ਕੇ ਦੋਨੋਂ ਨੱਕ ਰਾਹੀਂ ਖਿੱਚ ਕੇ, ਤੇ ਉਹ ਉੱਥੇ ਚੱਲਿਆ ਬਾਈ। ਜਦੋਂ 4-5 ਮਹੀਨੇ ਹੋ ਗਏ ਇਹਨੂੰ, ਮੈਂ ਬਹਾਨਾ ਬਣਾ ਲਿਆ, ਮੇਰਾ ਨਾ ਕਬੱਡੀ ਖੇਡਦਾ ਹੁੰਦਾ ਸੀਗਾ ਮੈਂ, ਤੇ ਲਿਗਾਮੈਂਟ ਟੁੱਟਿਆ ਹੋਇਆ ਮੇਰਾ, ਨਿਕਲ ਜਾਂਦਾ ਗੋਡਾ। ਉੱਥੇ ਮੈਂ ਬਹਾਨਾ ਇਹ ਬਣਾਇਆ ਵੀ ਘਰੇ ਫੋਨ ਕੀਤਾ ਵੀ ਮੇਰਾ ਗੋਡਾ ਬਹੁਤ ਦਰਦ ਕਰਦਾ, ਤੇ ਮੈਂ ਇੱਥੇ ਡਾਕਟਰ ਨੂੰ ਦਿਖਾ ਕੇ ਜਾਣਾ। ਡੈਡੀ ਕਹਿੰਦੇ ਚੱਲ ਆ ਜਾ ਪੁੱਤ, ਵੀ ਦਿਖਾ ਜਾ। ਇੱਥੇ ਆਇਆ, ਮੇਰੇ ਕੋਲੇ 72-73 ਹਜ਼ਾਰ ਰੁਪਇਆ ਸੀ ਜਦੋਂ ਬਾਹਰੋਂ ਆਇਆ ਮੈਂ। 72-73 ਹਜ਼ਾਰ ਰੁਪਇਆ ਤੁਸੀਂ ਇੱਧਰੋਂ ਕਮਾਇਆ ਸੀ? ਹਾਂਜੀ ਹਾਂਜੀ ਹਾਂਜੀ। ਤੇ ਉਹ ਮੇਰੀ ਸੀਗੀ 1.5 ਮਹੀਨੇ ਦੀ ਕਮਾਈ ਸੀ, ਯਾਨੀ ਕਿ। ਤੇ ਉਹ ਮੈਂ ਇੱਧਰ ਲਿਆਇਆ ਜਦੋਂ, ਤੇ ਇੱਧਰ ਆ ਕੇ ਪਹਿਲੇ ਦਿਨ ਤੋਂ ਲਾ ਕੇ 27 ਦਿਨ ਰਿਹਾ ਮੈਂ ਇੱਥੇ। ਕੋਈ ਕਿਸੇ ਡਾਕਟਰ ਕੋਲੇ ਗੋਡਾ ਨਹੀਂ ਦਿਖਾਇਆ। ਉਹ ਮੈਂ 27 ਦਿਨ ਸ਼ੀਸ਼ੀਆਂ ਹੀ ਪੀ ਗਿਆ ਬਈ। 72,000 ਜਿੱਦੇ ਮੈਂ ਜਹਾਜ਼ ਵਾਪਸ ਚੜ੍ਹਨਾ ਸੀ, ਜੇਬ 'ਚ ਮੇਰੇ 19 ਕੇ 20 ਰੁਪਏ ਰਹਿ ਗਏ ਸੀਗੇ।
ਇੰਨੇ ਵੀ ਜਾਣੀ ਕਿ ਸਾਰੇ ਪੈਸੇ ਖਰਾਬ ਕਰ ਗਿਆ ਸੀ ਇੱਥੇ, ਕੋਈ ਇਲਾਜ ਨਹੀਂ ਕਰਿਆ, ਬਹਾਨਾ ਬਣਾ ਲਿਆ ਨਸ਼ਾ ਕਰਨ ਦਾ, ਫਿਰ ਵਾਪਸ ਮੁੜ ਗਿਆ। ਹਾਂ ਹਾਂਜੀ ਬਾਈ ਜੀ। ਮਤਲਬ ਕਿ ਨਸ਼ੇ ਦੇ ਬਹਾਨੇ ਲਈ ਤੁਸੀਂ ਦੁਬਾਰੇ ਪੰਜਾਬ ਆਏ? ਦੁਬਾਰੇ ਆਇਆ। ਉਧਰ ਜਾ ਕੇ ਉਹ ਮਤਲਬ ਕਿ ਜਿਹੜੀ ਗੋਲੀ ਸੀ ਤੁਸੀਂ ਕਹਿ ਰਹੇ ਹੋ, ਹਾਂਜੀ ਉਹ ਤੁਹਾਡਾ ਨਸ਼ਾ ਪੂਰਾ ਨਹੀਂ ਕਰ ਰਹੀ ਸੀ? ਨਹੀਂ ਕਰ ਰਹੀ ਸੀ, ਕਿਉਂਕਿ ਉਹ ਮਹਿੰਗੀ ਆਉਂਦੀ ਸੀ ਤੇ ਕੁਛ ਮੇਰੀ ਵਾਈਫ ਨੂੰ ਐਂ ਹੋ ਗਿਆ ਸੀਗਾ, ਉਹਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਵੀ ਐਡੇ ਵੱਡੇ ਨਸ਼ਿਆਂ 'ਚ, ਉਹਨੂੰ ਸਿਰਫ ਇੰਨਾ ਮੈਂ ਥੋੜਾ ਜਿਹਾ ਦੱਸਿਆ ਹੋਇਆ ਸੀ, ਜਿੱਦੇ ਜ਼ਿਆਦਾ ਮੇਰਾ ਨਸ਼ਾ ਹੁੰਦਾ ਸੀ, ਮੈਂ ਜਾਂ ਤਾਂ ਫੀਮ ਵੱਧ ਖਾਧੀ ਹੈ ਜਾਂ ਪੈਗ ਲੱਗੇ ਆ ਮੇਰੇ। ਉਹਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਚਿੱਟੇ ਜਾਂ ਸਿਗਰਟ ਜਾਂ ਬੀੜੀ ਜਾਂ ਕੋਈ ਇਦਾਂ ਦਾ ਕੋਈ ਚੀਜ਼ ਜਾਂ ਸ਼ੀਸ਼ੀਆਂ ਦਾ। ਉਹਨੂੰ ਐ ਹੋ ਗਿਆ ਸੀ ਵੀ ਫਜ਼ੂਲ ਖਰਚੀ ਕਰਦਾ, ਤੇ ਮੇਰਾ ATM ਖੋਲਿਆ ਸੀਗਾ ਤੇ ਜਿਹੜੀ ਤਨਖਾਹ ਆਉਂਦੀ ਸੀ ਉਹ ਡਾਇਰੈਕਟ ਜੋ ਘਰੇ ਮੈਂ ਆਉਂਦਾ ਸੀ ਮੇਰੇ ਤੋਂ ਹਿਸਾਬ ਮੰਗ ਕੇ ਫੜ ਲੈਂਦੇ ਸੀਗੇ। ਉਹਨਾਂ ਨੂੰ ਐ ਸੀ ਵੀ ਯਾਰਾਂ ਦੋਸਤਾਂ ਨੂੰ ਖਵਾ ਦਿੰਦਾ, ਉਹਨੂੰ ਇਹ ਚੀਜ਼ ਦਾ ਨਹੀਂ ਪਤਾ ਸੀ ਵੀ ਇਹ ਆਪਦੇ ਤੇ ਲਾ ਜਾਂਦਾ, ਨਸ਼ਾ ਹੀ ਕਰ ਜਾਂਦਾ। ਉਹਦੇ ਕਰਕੇ ਵੀ ਪੂਰੀ ਨਹੀਂ ਹੁੰਦੀ ਸੀ, ਇੱਕ ਮਹਿੰਗੀ ਆਉਂਦੀ ਸੀ ਉਹ ਚੀਜ਼। ਹਾਂਜੀ। ਤੇ ਤੁਹਾਡੇ ਚ ਮਤਲਬ ਕਿ ਤੁਸੀਂ ਦੱਸਿਆ ਵਿਆਹ ਕਰਤਾ ਜਿਹੜਾ ਕਰਦੇ ਨੂੰ, ਵਿਆਹ ਦੇ ਟਾਈਮ ਵੀ ਤੁਹਾਡੇ ਤੇ ਕੋਈ ਮਤਲਬ ਕਿ ਦਿੱਕਤ ਆਉਂਦੀ ਹੈ, ਜਿਵੇਂ ਭਾਨੀ ਵੱਜ ਜਾਂਦੀ ਇਹਨਾਂ ਦਾ ਮੁੰਡਾ ਨਸ਼ੇ ਕਰਦਾ ਜਾਂ ਹੋਰ ਇਦਾਂ ਕਿਸ ਤਰ੍ਹਾਂ? ਨਹੀਂ ਬਾਈ ਜੀ, ਪਤਾ ਕੀ ਆ ਵੀ ਅੱਡੋ ਅੱਡ ਪਿੰਡਾਂ ਦਾ ਹਿਸਾਬ ਹੁੰਦਾ। ਸਾਡੇ ਨਾ ਪਿੰਡ ਥੋੜਾ ਜਿਹਾ ਜਿਵੇਂ ਕਹਿ ਲਓ ਵੀ ਚੰਗਾ ਲਾ ਲਓ, ਵੀ ਚੰਗਾ ਵੀ ਕਿਸੇ ਦੀ ਭਾਨੀ ਮਾਰ ਕੇ ਨਹੀਂ ਖੁਸ਼, ਵੀ ਜੇ ਕਿਸੇ ਦਾ ਘਰ ਵਸਦਾ ਤਾਂ ਵੀ ਕੋਈ ਇੱਕ ਅੱਧਾ ਜਾਣਾ ਹੋਊਗਾ ਵੀ ਚਲੋ ਪ੍ਰਮਾਤਮਾ ਦੀ ਕਿਰਪਾ ਰਹੀ ਵੀ ਨਹੀਂ ਕੋਈ ਪਹੁੰਚਿਆ ਉੱਥੋਂ ਤੱਕ, ਤੇ ਰਿਸ਼ਤਾ ਆਪਣਾ ਨਿਪੜੇ ਚੜ ਗਿਆ ਮੇਰਾ ਜੀ। ਹਾਂਜੀ ਬਾਈ ਜੀ। ਚਲੋ ਇਹ ਵੀ ਕਿਸੇ ਕਿਸੇ ਪਿੰਡ ਦੀ ਮਤਲਬ ਕਿ ਬਹੁਤ ਵਧੀਆ ਗੱਲ ਹੁੰਦੀ ਹੈ। ਹਾਂਜੀ ਬਾਈ। ਤੇ ਵੈਸੇ ਤਾਂ ਇੰਨਾ ਪਿੰਡ ਦੇ ਵਿੱਚ ਕਦੇ ਏਕਾ ਦੇਖਿਆ ਨਹੀਂ ਜਾਂਦਾ, ਜਾਂ ਕਿਸੇ ਦੇ ਭਲੇ ਕੋਈ ਕਰਨਾ ਨਹੀਂ ਚਾਹੁੰਦਾ ਹੁੰਦਾ, ਹਰੇਕ ਇੱਕ ਦੂਜੇ ਦੀ ਲੱਤ ਖਿੱਚਣ ਦੀ ਰਹਿੰਦੇ ਆ। ਜੀ। ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਦੁਬਾਰਾ ਫਿਰ ਸਾਈਪ੍ਰੈਸ ਦੁਬਾਰਾ ਵਾਪਸ ਮੁੜ ਗਏ? ਹਾਂਜੀ ਬਾਈ ਜੀ। ਅੱਛਾ ਅੱਛਾ। ਹਾਂਜੀ। ਉਸ ਤੋਂ ਬਾਅਦ ਤੁਸੀਂ ਮਤਲਬ ਕਿ ਇੱਥੇ ਆ ਕੇ ਨਸ਼ਾ ਛੱਡਿਆ ਜਾਂ ਉੱਥੇ ਸਾਈਪ੍ਰੈਸ 'ਚ ਨਸ਼ਾ ਛੱਡ ਚੁੱਕੇ? ਨਹੀਂ ਬਾਈ ਜੀ, ਮੈਂ ਉੱਥੇ ਫੇਰ ਜਾ ਕੇ ਫਿਰ ਉਹ ਗੋਲੀ ਕਦੇ ਕਤਾਈ ਕਰ ਲਈ, ਦਾਰੂ ਪੀ ਲਈ ਕਦੇ ਉੱਥੇ ਇੱਕ ਨਾ ਆਪਣੇ ਪੰਜਾਬੀ ਸੀ ਉੱਥੇ ਰਹਿੰਦਾ ਸੀਗਾ ਆਪਣੇ ਉਹ 'ਚ ਫਾਰਮ ਤੇ। ਅੱਛਾ। ਤੇ ਉੱਥੇ ਡੋਡੇ ਬੀਜੀ ਬੈਠਾ ਸੀ ਬਾਈ। ਅੱਛਾ। ਆਪਣੇ ਆਪ ਉਹ ਹੁੰਦੇ ਆ, ਤੇ ਉਹਦੇ ਕੋਲੋਂ ਮੈਂ ਲੈ ਆਉਂਦਾ ਕਦੇ ਜਾ ਕੇ ਤੁਰ ਕੇ, ਹੁੰਦਾ ਤਾਂ ਸੀ 10-12 ਕਿਲੋਮੀਟਰ ਸੀ, ਪਹਾੜੀ ਤੇ ਸੀ, ਮੈਂ ਤੁਰ ਕੇ ਚਲਾ ਜਾਂਦਾ, ਉੱਥੋਂ ਲੈ ਆਉਂਦਾ ਵਾਹਵਾ ਸਾਰੇ ਇੰਨੇ ਸਾਰੇ ਬੀਜੀ ਬੈਠਾ ਸੀ। ਉਹ ਐਂ ਚੱਲੀ ਗਿਆ। ਬਾਕੀ ਮੈਂ ਜਦੋਂ 4-5 ਮਹੀਨਿਆਂ ਬਾਅਦ ਫਿਰ ਵਾਪਸੀ ਕਰ ਲਈ, ਵਾਪਸ ਆ ਗਿਆ ਇੰਡੀਆ, ਕਿਉਂਕਿ ਇੱਕ ਤਾਂ ਬਾਈ ਜੀ ਉੱਥੇ ਕਾਲਜਾਂ ਦੀ ਫੀਸ ਬਹੁਤ ਵਧਾਤੀ, ਸਟੂਡੈਂਟ ਘੱਟ ਕੇ ਜਾਣਾ ਸਾਈਪ੍ਰਸ, ਤੇ ਮੇਰਾ ਤੇ ਮੇਰੀ ਮਿਸਿਸ ਦਾ ਉਹ ਕਾਲਜ ਵਾਲੇ ਉਦੋਂ 6 ਮਹੀਨਿਆਂ ਦੇ 6.5 ਲੱਖ ਰੁਪਈਆ ਮੰਗਦੇ ਸੀ। ਪਾਪਾ ਨੇ ਤਾਂ ਕਹਿੰਦੇ ਮੈਂ ਭੇਜ ਦਿੰਦਾ, ਮੈਂ ਕਿਹਾ ਵੀ ਡੈਡੀ ਅੱਗੇ ਵੀ ਉਦੋਂ ਥੋੜਾ ਜਿਹਾ ਮੈਂ ਸਹੀ ਹੋ ਗਿਆ, ਸੋਚਣ ਥੋੜਾ ਜਿਹਾ ਲੱਗਿਆ ਸੀ ਉਦੋਂ ਵੀ ਡੈਡੀ ਨਹੀਂ, ਵੀ ਅੱਗੇ ਤੁਸੀਂ ਦੇਖੋ ਨਾ ਕਿੰਨਾ ਕੁਝ ਕੀਤਾ, ਮੈਂ ਨਹੀਂ ਚਾਹੁੰਦਾ ਵੀ ਤੁਸੀਂ ਕੋਈ ਜ਼ਮੀਨ ਗਹਿਣੇ ਧਰੋ ਜਾਂ ਵੇਚੋ ਜਾਂ ਕੁਛ ਇੱਦਾਂ ਦਾ ਕਰੋ, ਵੀ ਮੈਂ ਤਾਂ ਵਾਪਸ ਆਉਣਾ। ਵੀ ਮੇਰੀ ਸਿਸਟਰ ਆ ਫੋਰਨ ਆ, ਉਹ ਵੀ ਮਤਲਬ ਕਿਵੇਂ ਨਾ ਕਿਵੇਂ ਉੱਥੇ ਤੁਸੀਂ ਮਤਲਬ ਕਿ ਨਸ਼ੇ 'ਚ ਥੋੜਾ ਜਿਹਾ ਵੈਸੇ ਘੱਟ ਚੁੱਕੇ ਚੁੱਕਿਆ ਸੀ, ਨਸ਼ੇ 'ਚ ਥੋੜਾ ਜਿਹਾ ਘਟੇ ਤਾਂ ਥੋੜਾ ਜਿਹਾ ਸੋਚਣਾ ਵੀ ਸਟਾਰਟ ਕੀਤਾ। ਹਾਂਜੀ। ਹਾਂਜੀ। ਤੇ ਫਿਰ ਸਿਸਟਰ ਨਾਲ ਮੈਂ ਗੱਲ ਕੀਤੀ, ਉਹ ਕਹਿੰਦੀ ਚੱਲ ਮੈਂ ਤੇਰਾ ਵਿਜ਼ਟਰ ਵੀਜ਼ਾ ਲਾ ਦੂੰਗੀ, ਚਲੋ ਤੁਸੀਂ ਨਾ ਇੱਥੇ ਰਹੋ, ਐਵੇਂ ਖੱਜਲ ਹੋਵੋਗੇ, ਇਹਨਾਂ ਦੇ ਪੈਸਾ ਹੋਰ ਬਰਬਾਦ ਹੋਊਗਾ, ਵੀ ਤੁਸੀਂ ਵਾਪਸ ਆ ਜਾਓ, ਚਲੋ ਮੈਂ ਇੱਧਰੋਂ ਟਰਾਈ ਕਰਦੀ ਹਾਂ। ਤੁਹਾਡੀ ਸਿਸਟਰ ਕਿਹੜੀ ਜਗ੍ਹਾ ਜੀ? ਉਹ ਕੈਨੇਡਾ ਜੀ। ਹਾਂਜੀ। ਮੈਰਿਡ ਹੈ, ਉੱਥੇ ਹੈ ਜੀ। ਤੁਹਾਡੇ ਨਾਲ ਵੱਡੇ ਆ ਕਿ ਛੋਟੇ ਸੀ? ਮੇਰੇ ਤੋਂ ਛੋਟੇ ਹੈ ਜੀ। ਅੱਛਾ। ਮੈਰਿਜ ਪਹਿਲਾਂ ਕਰਤੀ ਸੀ ਉਹਨਾਂ ਦੀ। ਹਾਂਜੀ। ਤੇ ਇਸ ਤੋਂ ਬਾਅਦ ਮਤਲਬ ਕਿ ਤੁਸੀਂ ਉੱਥੋਂ ਵਾਪਸ ਆ ਗਏ ਸਾਈਪ੍ਰੈਸ? ਹਾਂਜੀ ਬਾਈ ਜੀ, ਵਾਪਸ ਆ ਗਏ। ਤੁਹਾਡੇ ਮਤਲਬ ਕਿ ਕੀ ਸੰਨ ਸੀਗੇ ਜਦੋਂ ਵਾਪਸ ਆਏ ਸਾਈਪ੍ਰੈਸ ਤੋਂ? ਮੈਂ ਜੀ 2018 ਚ ਆਇਆ ਜੀ ਵਾਪਸ। ਅੱਛਾ। ਜੂਨ ਚ 2018 ਦੇ ਵਿੱਚ ਮਤਲਬ ਕਿ ਤੁਸੀਂ ਵਾਪਸ ਆ ਗਿਆ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਇੱਥੇ ਉਹੀ ਦੌਰ ਦੁਬਾਰਾ ਸਟਾਰਟ ਹੋ ਗਿਆ ਜੀ। ਪੈਸੇ 90-92 ਹਜ਼ਾਰ ਫੇਰ ਮੇਰੀ ਜੇਬ 'ਚ। ਹਾਂਜੀ। ਉਹ 90-92 ਹਜ਼ਾਰ ਮੈਂ ਬਾਈ ਜੀ ਫੇਰ ਗੱਡੀ ਕੋਲੇ ਹੁੰਦੀ ਸੀ, ਵਿਆਹ 'ਚ ਉਦੋਂ ਲਈ ਸੀਗੀ, ਤੇ ਸਵਿਫਟ ਕਾਰ ਸੀ ਮੇਰੇ ਕੋਲੇ, ਉਹ ਤੇ ਮੈਂ ਚੜ੍ਹ ਜਾਂਦਾ ਸੁਬਾਹ ਤੋਂ, ਫੇਰ ਉਹੀ ਪੈਸੇ ਸੀਗੇ ਕੋਲੇ। ਯਾਰ ਦੋਸਤ ਉਹੀ ਨਸ਼ੇ। ਵੀ ਹਾਂ ਬਾਈ ਪੈਰੀ ਆ ਗਿਆ, ਬਾਈ ਪੈਰੀ। ਨਸ਼ੇ ਦੇ ਦੌਰ 'ਚ ਮੇਰਾ ਨਾਂ ਇਹ ਸੀ ਬਾਈ ਪੈਰੀ ਪੈਰੀ ਆ ਗਿਆ, ਸਾਡਾ ਭਰਾ ਆ ਗਿਆ, ਇਹ ਚੀਜ਼ਾਂ ਸੀ ਬਾਈ। ਤੁਹਾਡੇ ਕੋਲ ਪੈਸਾ ਸੀ ਤਾਂ ਤੁਹਾਨੂੰ ਮਤਲਬ ਕਿ ਭੱਜ ਮਿਲਦੇ ਸੀ? ਹਾਂਜੀ। ਭੱਜ ਪੈਂਦੇ ਸੀ, ਭਰਾ ਆ ਗਿਆ ਬਾਈ, ਬਾਹਾਂ ਤਰਸ ਗਈਆਂ ਸੀ ਤੈਨੂੰ, ਅੱਖਾਂ ਤਰਸ ਗਈਆਂ ਦੇਖਣ ਨੂੰ। ਤੇ ਬਾਈ ਮੇਰੇ ਹਿਸਾਬ ਨਾਲ ਵੀ ਮਤਲਬ ਕਿ ਤੁਹਾਨੂੰ ਉਧਰ ਵੀ ਫੋਨ ਕਰਦੇ ਰਹਿੰਦੇ ਹੋਣਗੇ? ਹਾਂਜੀ, ਉਧਰ ਕਰਦੇ ਰਹਿੰਦੇ ਸੀ ਤੇ ਮੈਂ ਉਧਰੋਂ ਕਰਦਾ ਰਹਿੰਦਾ ਸੀ। ਅੱਛਾ। ਵੀ ਨਸ਼ਾ ਬੰਦ ਤਾਂ ਨਹੀਂ ਹੋਇਆ ਕਿਤੇ ਪੰਜਾਬ 'ਚ? ਸਹੀ ਗੱਲ ਆ ਬਾਈ ਜੀ ਇਹ। ਮੈਂ ਪੁੱਛਦਾ ਰਹਿੰਦਾ ਸੀ ਵੀ ਆਹ ਚੀਜ਼ ਸ਼ੀਸ਼ੀਆਂ ਦਾ ਜਿਵੇਂ ਜ਼ਿਆਦਾ ਸੀ ਮੈਨੂੰ ਪੀਣ ਦਾ, ਵੀ ਇਹ ਬੰਦ ਤਾਂ ਨਹੀਂ ਹੋ ਗਈਆਂ ਕਿਤੇ ਯਾਰ, ਮੈਂ ਪੀਣੀਆਂ ਆ ਗਏ, ਕੋਟਾ ਰੱਖੋ ਜਾਂ ਜਿਵੇਂ ਵੀ ਲਾ ਲਓ। ਉਹ ਕਹਿੰਦੇ ਨਹੀਂ ਤੂੰ ਆ ਵਾਧੂ ਆ ਅੱਗੇ ਨਾਲ ਹੀ ਵੱਧ ਗਿਆ। ਤੇ ਮੈਨੂੰ ਐ ਪੂਰਾ ਚਾਅ ਚੜ੍ਹਨਾ ਵੀ ਹਾਂ ਵੀ ਅੱਗੇ ਨੂੰ ਵੱਧ ਗਿਆ, ਚੱਲ ਨੇੜੋਂ ਮਿਲਣ ਲੱਗ ਗਈਆਂ ਸੀਗੀਆਂ। ਤਾਂ ਇੱਥੇ ਮੁੜ ਕੇ ਜਦੋਂ ਤੁਸੀਂ ਦੁਬਾਰਾ ਵਾਪਸ ਆ ਗਏ ਇੱਥੇ, ਤੇ ਤੁਸੀਂ ਆਪਣੀ ਬੇਟੀ ਫਿਰ ਇੱਥੇ ਸਕੂਲ 'ਚ ਮਤਲਬ ਕਿ ਉਹ ਤਾਂ ਪਹਿਲਾਂ ਹੀ ਇੱਧਰ ਸੀਗੀ? ਹਾਂਜੀ। ਉਹ ਫਿਰ ਸਕੂਲ 'ਚ ਪੜ੍ਹਨ ਲੱਗ ਗਈ, ਉਹਦੇ ਨਾਲ ਕੋਈ ਮਤਲਬ ਕਿ ਤੁਹਾਡੇ ਕਰਕੇ ਉਹਨੂੰ ਕੋਈ ਨਮੋਸ਼ੀ ਤਾਂ ਨਹੀਂ ਸਾਹਮਣਾ ਕਰਨਾ ਪਿਆ ਜਾਂ ਕੁਛ ਹੋਰ? ਨਹੀਂ ਬਾਈ ਜੀ, ਮੈਂ ਸੀ ਨਾ ਜਦੋਂ ਆ ਗਿਆ ਮੈਂ। ਹਾਂਜੀ। ਤੇ ਮੈਂ ਥੋੜਾ ਜਿਹਾ ਜਦੋਂ ਨਸ਼ੇ 'ਚ ਪੈ ਗਿਆ ਨਾ ਬਾਈ, ਉਦੋਂ ਨਹੀਂ ਹਜੇ ਬੇਟੀ ਲਾਈ ਸੀ, ਛੋਟੀ ਸੀ ਗੁੜੀਆ ਹਜੇ ਉਦੋਂ, 3-3.5 ਸਾਲਾਂ ਦੀ ਸੀ।
ਤੇ ਉਦੋਂ ਲਾਈ ਨਹੀਂ ਸੀ ਅਜੇ ਸਕੂਲ, ਤੇ ਮੈਂ ਨਸ਼ੇ 'ਚ ਪੈ ਗਿਆ ਬਾਈ ਜੀ। ਤੇ ਫਿਰ ਉਦੋਂ ਮੇਰੇ ਨਾਲ ਠੋਕਰ ਬਹੁਤ ਵੱਡੀ ਲੱਗੀ ਮੈਨੂੰ, ਅੱਛਾ ਤੁਹਾਨੂੰ ਮੈਂ ਦੱਸਦਾ। ਤੇ ਪਰ ਮੈਂ ਵੀ ਸਮਝਿਆ ਨਹੀਂ, ਉਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਅਕਤੂਬਰ 'ਚ ਆ ਕੇ, 20 ਅਕਤੂਬਰ ਨੂੰ ਐਕਸੀਡੈਂਟ ਹੋ ਗਿਆ ਉਹਨਾਂ ਦਾ। ਤੇ ਹਾਲਾਂਕਿ ਉਦੋਂ 15 ਕੁ ਦਿਨ ਪਹਿਲਾਂ ਮੈਂ ਉਹਨਾਂ ਨਾਲ ਬਹਿਸ ਚੁੱਕਿਆ ਸੀਗਾ, ਬਹਿਸ ਕਰ ਲਈ ਸੀ ਉਹਨਾਂ ਨਾਲ। ਕਿਹਦੇ ਪਿੱਛੇ? ਯਾਰਾਂ ਪਿੱਛੇ। ਮੈਂ ਲੈ ਕੇ ਆਉਣੇ ਮੋਟਰਸਾਈਕਲ, ਕੋਈ ਯਾਰ ਬੇਲੀ ਸੀਗਾ, ਉਹ ਸ਼ੀਸ਼ੀਆਂ ਲੈ ਕੇ ਆਉਣੀਆਂ ਸੀ ਇਕੱਠੀਆਂ, ਉਹਨੇ ਡੱਬ ਵਾਲੀਆਂ, ਤੇ ਉਹ ਕਾਰ ਤੇ ਸੀ, ਮੈਨੂੰ ਉਹਦੇ ਮੋਟਰਸਾਈਕਲ ਮੂਹਰੇ ਲਾ ਲਈ। ਮੈਂ ਡੈਡੀ ਨਾਲ ਲੜ ਕੇ, ਡੈਡੀ ਮੋਟਰਸਾਈਕਲਾਂ ਦੇਣ, ਮੈਂ ਐਂ ਕਰਕੇ ਲੋਕ ਭੰਨਤਾ, ਐਂ ਜ਼ੋਰ ਨਾਲ ਮਾਰ ਕੇ ਜਰਕ ਲੋਕ ਭੰਨਤਾ, ਤੇ ਮੈਂ ਮੋਟਰਸਾਈਕਲ ਲੈ ਗਿਆ। ਡੈਡੀ ਨੂੰ ਉਹ 15 ਦਿਨ ਪਹਿਲਾਂ ਦੀ ਗੱਲ ਸੀ, ਮੈਂ ਡੈਡੀ ਨੂੰ ਬੁਲਾਇਆ ਨਹੀਂ ਸੀਗਾ। ਉਹਦੇ ਥੋੜ੍ਹਾ ਜਿਹਾ ਮੈਂ ਦੇਖਿਆ ਨਹਾ ਕੇ ਵੀ ਇੱਦਾਂ ਵੀ ਤਿਆਰ ਹੋ ਕੇ ਜਾਈ ਜਾਂਦੇ ਆ, ਮੈਂ ਬਸ ਇੱਕ ਵਾਰੀ ਅੱਖਾਂ 'ਚ ਅੱਖਾਂ ਪਈਆਂ, ਉੱਦਾਂ ਮਾੜਾ ਜਿਹਾ ਝੱਕਿਆ ਉਹਨਾਂ ਨੇ, ਉੱਦਾਂ ਉਹ ਮੋਟਰਸਾਈਕਲ 'ਤੇ ਚਲੇ ਗਏ, ਫਿਰ ਵਾਪਸ ਨਹੀਂ ਆਏ, ਐਕਸੀਡੈਂਟ ਹੋ ਗਿਆ ਉਹਨਾਂ ਦਾ ਉੱਥੇ। ਤੇ ਉਹ ਐਡੀ ਵੱਡੀ ਠੋਕਰ ਲੱਗੀ ਬਾਈ ਜੀ ਉਹ ਚੀਜ਼ ਦੀ ਮੈਨੂੰ, ਤੇ ਸਮਝਿਆ ਫਿਰ ਵੀ ਨਹੀਂ। ਜੇ ਦਿਲ 'ਚ ਜ਼ਰੂਰ ਮਲਾਲ ਹੈਗਾ, ਹਜੇ ਵੀ ਹੈਗਾ, ਵੀ ਮੈਨੂੰ ਐਂ ਲੱਗਦਾ ਵੀ ਮੈਂ ਖਣੀ ਆਪਦੇ ਡੈਡੀ ਦਾ ਕਤਲ ਕੀਤਾ। ਕਿਉਂਕਿ ਸਮਝਦਾ ਮੈਂ ਗੱਲ ਬਾਈ, ਕਿਉਂਕਿ ਜਦੋਂ ਮੈਂ ਬਾਹਰੋਂ ਆਇਆ ਉਦੋਂ ਵੀ ਮੈਂ ਇਸੇ ਦਲਦਲ 'ਚ ਫੇਰ ਵੜ ਗਿਆ। ਸ਼ਾਇਦ ਉਹ ਮੇਰੇ ਬਾਰੇ ਸੋਚੀ ਜਾਂਦੇ ਹੁਣ ਮੋਟਰਸਾਈਕਲ 'ਤੇ ਬੈਠੇ, ਯਾਰ ਵੀ ਉਹ ਹਟਦਾ ਨਹੀਂ ਗਾ, ਜਾਂ ਵੀ ਇੱਧਰ ਉੱਧਰ ਮੋਟਰਸਾਈਕਲ ਹੋ ਗਿਆ ਹੋਵੇ। ਮਤਲਬ ਕਿ ਉਹਨਾਂ ਦਾ ਹਰ ਟਾਈਮ ਧਿਆਨ ਤੁਹਾਡੇ 'ਚ ਹੀ, ਮੇਰੇ 'ਚ ਹੀ ਰਹਿੰਦਾ ਸੀ, ਕਿਉਂਕਿ ਉਹਨਾਂ ਦੇ ਜਿਹੜੇ ਫਰੈਂਡ ਸੀ ਨਾ, ਸਰਕਲ ਸੀ, ਉਹ ਬਾਅਦ 'ਚ ਮੈਨੂੰ ਹੁਣ ਦੱਸਦੇ ਆ, ਕਈ ਵਾਰੀ ਮਿਲਦੇ ਆ, ਵੀ ਤੇਰੇ ਡੈਡੀ ਨੂੰ ਤੇਰੀ ਬਹੁਤ ਟੈਨਸ਼ਨ ਸੀ, ਸਾਡੇ ਕੋਲੇ ਗੱਲਾਂ ਕਰਦਾ ਹੁੰਦਾ ਸੀ, ਸਾਰਾ ਦਿਨ ਤੇਰੀਆਂ ਗੱਲਾਂ ਕਰਦਾ ਹੁੰਦਾ ਸੀ, ਯਾਰ ਉਹ ਬਾਹਰ ਗਿਆ ਸੀ, ਸੈੱਟ ਸੀ, ਪਰ ਇੱਥੇ ਕਮਲਾ ਫਿਰ ਨਹੀਂ ਹਟਦਾ ਗਿਆ ਇਹ ਚੀਜ਼ਾਂ ਤੋਂ। ਤੇ ਬਹੁਤ ਵੱਡੀ ਠੋਕਰ ਲੱਗੀ ਬਾਈ ਜੀ। ਘਰੇ ਪਤਾ ਲੱਗਿਆ, ਚਲੋ ਸਾਡੇ ਨਾ ਹੁੰਦਾ ਸੀ, ਪਿੰਡ ਆ ਗਿਆ ਸਾਰਾ, ਰਿਸ਼ਤੇਦਾਰ ਆ ਗਏ, ਉਹ ਹਜੇ ਆਏ ਨਹੀਂ ਸੀ ਅਜੇ, ਐਂਬੂਲੈਂਸ ਉਹਨਾਂ ਦਾ ਪੋਸਟਮਾਰਟਮ ਹੋਇਆ। ਤੇ ਮੈਂ ਘਰੇ ਬਹਾਨਾ ਵੀ ਯਾਰ ਰਿਸ਼ਤੇਦਾਰ ਕੋਈ ਵਿੱਚ ਹੁੰਦੇ ਆ, ਕੋਈ ਖਾਂਦਾ ਜਾਂ ਕੋਈ ਫੀਮ ਖਾਂਦਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਉਹਦੇ ਮੇਰਾ ਨਸ਼ਾ ਨਹੀਂ ਕੀਤਾ ਸੀ, ਮੈਂ ਕਿਹਾ ਬਈ ਮੈਨੂੰ ਕੁਝ ਖਵਾ ਦਿਓ, ਮੈਂ ਤਾਂ ਮਰ ਜੂੰਗਾ, ਡੈਡੀ ਦੀ ਬੋਡੀ ਦੇਖ ਕੇ ਮੈਨੂੰ ਕੁਝ ਖੋ ਦੂਗਾ। ਇੱਕ ਬਹਾਨਾ ਹੁੰਦੇ ਮਤਲਬ ਕਿ ਉਸ ਟਾਈਮ ਵੀ ਤੁਸੀਂ ਇੱਕ ਪੋਲੀਟਿਕਸ ਹੀ ਕਰ ਰਹੇ ਸੀ, ਮਤਲਬ ਕਿ ਮੈਨੂੰ ਕਿਸੇ ਨਾ ਕਿਸੇ ਬਹਾਨੇ ਮਿਲ ਜੇ, ਨਸ਼ਾ ਮਿਲ ਜੇ। ਹਾਂਜੀ, ਤੇ ਮੈਂ ਪੋਸਟ ਵੀ ਖਾਧਾ ਤੇ ਫੀਮ ਵੀ ਖਾਧੀ। ਤੇ ਇੱਕ ਮੇਰਾ ਮਿੱਤਰ ਸੀ ਨਾਲ ਦੇ ਪਿੰਡ ਦਾ, ਹੁਣ ਮੈਂ ਸ਼ੀਸ਼ੀਆਂ ਤੇ ਹੁਣ ਤਾਂ ਸ਼ੀਸ਼ੀ ਵੀ ਲਵਾ ਕੇ ਉਹਦੇ ਆਇਆ ਵੀ, ਉਹ ਉੱਥੇ ਸਟਾਰ ਤੇ ਵੀ ਆਇਆ, ਉਹ ਵੀ ਡੱਕਿਆ ਸੀ। ਤੇ ਮੈਨੂੰ ਉਹ ਚੀਜ਼ ਆਇਆ ਵੀ ਸੁਪਨਾ ਜਿਹਾ ਹੁੰਦਾ, ਜਿਵੇਂ ਵੀ ਡੈਡੀ ਡੈਥ ਬੋਡੀ ਵੀਡੀਓ ਦੇਖਦਾ ਜ਼ਰੂਰ, ਮੇਰੇ ਛੋਟੇ ਚਾਚੇ ਦੇ ਬੇਟੇ ਨੇ ਬਣਾਈ ਜਿਹੜੀ, ਉਹ ਵੀ ਦੇਖਦਾ ਵੀ ਉਹਨੂੰ ਲਈ ਜਾਂਦੇ ਆ, ਉਹ ਮੇਰੇ ਨਹੀਂ ਯਾਦ ਕੁਛ। ਮਤਲਬ ਕਿ ਉਸ ਸਮੇਂ ਤੁਹਾਨੂੰ ਕੋਈ ਅਹਿਸਾਸ ਨਹੀਂ ਹੋ ਰਿਹਾ ਸੀ ਵੀ ਯਾਨੀ ਕਿ ਅੱਖਾਂ ਨੂੰ ਹੰਝਾਂ ਆ ਰਹੀਆਂ ਸੀ, ਵੀ ਕੋਈ ਕਹਿ ਰਹੀ ਹੈ ਵੀ ਆਪਾਂ ਦਿਲ 'ਚ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਡੈਥ, ਤੁਹਾਨੂੰ ਸੱਚ ਦੱਸਦਾ ਕਿਉਂਕਿ ਤੈਨੂੰ ਸੱਚ ਬੋਲਣਾ ਚਾਹੀਦਾ। ਮੇਰੇ ਮਨ 'ਚ ਇਹ ਆ ਰਿਹਾ ਸੀ ਵੀ ਡੈਡੀ ਦੀ ਡੈਥ ਹੋ ਗਈ, ਹੁਣ ਸਾਰੀ ਬਾਗਡੋਰ ਮੇਰੇ ਹੱਥ 'ਚ, ਤੇ ਹੁਣ ਆਪਾਂ ਖੁੱਲਾ ਨਸ਼ਾ ਕਰਾਂਗੇ। ਮਤਲਬ ਕਿ ਨਸ਼ੇ ਦੀ ਦਲਦਲ ਦੇ ਵਿੱਚ ਬੰਦਾ ਇਹੋ ਜਿਹਾ ਫਸ ਜਾਂਦਾ ਵੀ ਉਹਨੂੰ ਰਿਸ਼ਤੇ ਨਾਤੇ ਸਾਰੇ ਭੁੱਲ ਜਾਂਦੇ, ਸਭ ਕੁਝ ਭੁੱਲ ਜਾਂਦਾ ਬਾਈ ਜੀ। ਮਤਲਬ ਨਸ਼ਾ ਨਹੀਂ ਰਹਿੰਦਾ, ਕੋਈ ਮਰੇ ਉਹਦੇ ਅੰਦਰ, ਕੋਈ ਜੀਵੇ, ਕੋਈ ਬਿਮਾਰ ਪਿਆ, ਉਹਨੇ ਬਸ ਆਪ ਦਾ ਦੇਖਣਾ ਬਾਈ। ਮਤਲਬ ਇੱਕ ਮਾਂ-ਬਾਪ ਆਪਣੇ ਸਾਰਿਆਂ ਤੋਂ ਨੇੜੇ ਹੁੰਦੇ ਆ, ਹਨਾ, ਭੈਣ ਭਾਈ ਹੁੰਦੇ ਆ, ਉਹਨਾਂ ਦੀ ਡੈਥ ਹੋ ਜੇ, ਮਤਲਬ ਕਿ ਉਹ ਤੋਂ ਉਭਰਨਾ ਬਹੁਤ ਮੁਸ਼ਕਿਲ ਹੁੰਦਾ ਵਾ। ਤੇ ਉਸ ਟਾਈਮ ਵੀ ਮਤਲਬ ਕਿ ਨਸ਼ੇ ਦੇ ਵਿੱਚ ਤੁਸੀਂ ਇਹ ਚੀਜ਼ ਸੋਚਦੇ ਰਹੇ। ਪਵਿੱਤਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਡੇ ਫਾਦਰ ਦੀ ਡੈਥ ਤੋਂ ਬਾਅਦ ਵੀ ਤੁਸੀਂ ਮਤਲਬ ਕਿ ਇਹ ਸੋਚਦੇ ਰਹੇ ਵੀ ਹੁਣ ਤੁਹਾਨੂੰ ਪੂਰੀ ਖੁੱਲ੍ਹ ਆ, ਹਨਾ, ਵੀ ਮੈਂ ਹਰ ਜਗ੍ਹਾ ਮਤਲਬ ਕਿ ਹਰ ਚੀਜ਼ ਤੁਹਾਡੇ ਹੱਥ 'ਚ ਆ ਗਈ। ਤਾਂ ਉਸ ਤੋਂ ਬਾਅਦ ਤੁਸੀਂ ਦੱਸ ਸਕਦੇ ਵੀ ਜਦੋਂ ਤੁਹਾਨੂੰ ਪੂਰੀ ਖੁੱਲ੍ਹ ਮਿਲ ਗਈ ਤਾਂ ਤੁਸੀਂ ਮਤਲਬ ਕਿ ਉਸ ਮੌਕੇ ਘਰ ਦਾ ਕੀ ਗਵਾਇਆ? ਬਾਈ ਜੀ, ਡੈਡੀ ਨੇ ਮੇਰੇ ਨਾ, ਪਾਪਾ ਨੇ ਜ਼ਮੀਨ ਗਹਿਣੇ ਰੱਖ ਕੇ ਚਾਚਾ ਜੀ ਕੋਲੇ 4 ਲੱਖ ਰੁਪਇਆ ਮੇਰੇ ਅਕਾਊਂਟ ਜਮ੍ਹਾਂ ਕਰਾਤਾ ਸੀਗਾ, ਕਿਉਂਕਿ ਸਿਸਟਰ ਨੇ ਮੇਰੇ ਨੇ ਵਿਜ਼ਟਰ ਵੀਜ਼ਾ ਅਪਲਾਈ, ਬੈਂਕ ਸਟੇਟਮੈਂਟ ਦਿਖਾਉਣੀ ਹੁੰਦੀ ਆ ਉਹਦੇ ਵਾਸਤੇ। ਤੇ ਉਹ ਡੈਥ ਹੋ ਗਈ, ਕਿਉਂਕਿ ਫਾਈਲ ਅਜੇ ਤਿਆਰ ਕਰ ਹੀ ਰਹੇ ਸੀ, ਤੇ ਡੈਡੀ ਦੇ ਸਾਰੇ ਡਾਕੂਮੈਂਟ ਲੱਗੇ ਸੀ, ਤੇ ਉਹ ਕੈਂਸਲ ਹੋ ਗਿਆ ਸਾਰਾ ਕੁਝ, ਡੈਥ ਹੋ ਗਈ ਜਦੋਂ। ਤੇ ਉਹ ਖਾਤਾ ਤਾਂ ਮੇਰਾ ਹੀ ਸੀਗਾ, ਵਾਈਫ ਨਾਲ ਜੁਆਇੰਟ ਸੀਗਾ, ਤੇ ਉਹ ਮੈਂ ਆਪਦੇ ਹੱਥ 'ਚ ਕਰ ਲਿਆ ਸਾਰਾ ਕੁਝ ਬਾਈ ਜੀ। ਤੇ ਮੈਂ ਉਹ 'ਚੋਂ ਵੀ ਬਾਈ ਜੀ 2-2.25 ਲੱਖ ਰੁਪਈਆ ਉਹ 'ਚੋਂ ਵੀ ਖਸਕਾਤਾ ਬਾਈ, ਖਾ ਗਿਆ ਉਸ ਤੋਂ ਵੀ ਖਾ ਗਿਆ। ਹਾਂਜੀ, ਤੇ ਉਹ ਮੈਸੇਜ ਜਦੋਂ ਫੋਨ ਤੇ ਆਉਂਦਾ ਮੈਂ ਡਿਲੀਟ ਕਰ ਦਿੰਦਾ, ਫੋਨ ਨਾਲ ਲੈ ਜਾਂਦਾ ਸੀਗਾ। ਤੇ ਉਹਦਾ ਬਾਈ ਸ਼ੀਸ਼ੀਆਂ ਬਾਅਦ 'ਚ ਚਿੱਟੇ ਦਾ ਚੱਲ ਪਿਆ, ਸ਼ੀਸ਼ੀਆਂ ਤੋਂ ਬਾਅਦ ਟੀਕਿਆਂ ਦਾ, ਚਿੱਟੇ ਦਾ। ਤੇ ਉਹ ਇੱਕ ਦਿਨ ਕੁਦਰਤੀ ਮੈਂ ਜ਼ਿਆਦਾ ਸੈੱਟ ਟੈਟ ਹੋ ਗਿਆ, ਤੇ ਫੋਨ ਆ ਕੇ ਰੱਖਤਾ ਉਵੇਂ, ਡਿਲੀਟ ਨਹੀਂ ਹੋਇਆ ਮੈਸੇਜ ਮੇਰੇ ਤੋਂ। ਤੇ ਉਹ ਵਾਈਫ ਨੂੰ ਪਤਾ ਲੱਗ ਗਿਆ, ਤੇ ਉਹ ਜਦੋਂ ਪੁੱਛਦੇ ਮਾਤਾ ਨੂੰ ਤਾਂ ਪਤਾ ਲੱਗ ਗਿਆ ਨੇ ਵੀ ਨਸ਼ੇ 'ਚ ਹੀ ਗੱਲ ਹੈ। ਤੇ ਵਾਈਫ ਮੇਰੀ ਲੜਨ ਲੱਗ ਗਈ ਮੇਰੇ ਨਾਲ ਵੀ ਤੂੰ ਆਹ ਪੈਸੇ ਕਿੱਥੇ ਦੱਸ। ਮੈਂ ਕਿਹਾ ਕਿਸੇ ਗਰੀਬ ਦੇ ਮੈਂ ਕਮਰਾ ਪਵਾਤਾ, ਉਹਦਾ ਘਰ ਡਿੱਗ ਪਿਆ, ਵੀ ਮੇਰਾ ਫਰੈਂਡ ਸੀ ਕੋਈ, ਤੇ ਇੱਦਾਂ ਕਰਕੇ ਮੈਂ ਬਹਾਨੇ ਲਾ ਕੇ
ਤੇ ਖਹਿੜਾ ਛਡਾ ਲਿਆ। ਤੇ ਤੁਹਾਡੀ ਕਦੇ ਮਤਲਬ ਕਿ ਮਾਤਾ ਨੇ ਤੁਹਾਨੂੰ ਕੁਝ ਕਿਹਾ ਹੋਵੇ ਮਤਲਬ ਕਿ ਇਸ ਨਸ਼ੇ ਰੋਕਣ ਲਈ? ਹਾਂਜੀ ਹਾਂਜੀ ਬਾਈ, ਜਦੋਂ ਡੈਡੀ ਡੈਥ ਹੋਈ ਤੋਂ ਬਾਅਦ ਜਦੋਂ ਮੈਂ ਨਹੀਂ ਹਟਿਆ ਹਾਂਜੀ ਤੇ ਘਰੇ ਉਹੀ ਕਲੇਸ਼ ਤਾਂ ਰਹਿੰਦਾ ਸੀ, ਪੈਸੇ ਦਿਓ ਮੈਨੂੰ ਜਾਂ ਕਿਵੇਂ। ਤੇ ਮਾਤਾ ਕਹਿੰਦੇ ਵੀ ਤੂੰ ਆਪਦੇ ਡੈਡੀ ਨੂੰ ਖਾ ਗਿਆ, ਖਿੱਚ ਕੇ ਕਹਿੰਦੇ ਵੀ ਤੇਰੀ ਵਜ੍ਹਾ ਕਰਕੇ ਤੇਰਾ ਪਿਓ ਮਰਿਆ ਤੇ ਤੂੰ ਹਜੇ ਵੀ ਸ਼ਰਮ ਨਹੀਂ ਮੰਨਦਾ ਗਾ ਵੀ ਤੂੰ ਹਜੇ ਵੀ ਇਸ ਕੰਮ 'ਚ ਹੀ ਪਿਆ। ਪਰ ਬਾਈ ਉਦੋਂ ਨਹੀਂ ਇੰਨਾ ਹੁੰਦਾ ਸੀ, ਬਸ ਆਪਦਾ ਨਸ਼ੇ ਦੀ ਪੂਰਤੀ ਸੀ ਤੇ ਆਪਦਾ ਇੱਧਰ ਦੀ ਸੁਣ ਕੇ ਇੱਧਰ ਦੀ ਕੱਢ ਦੇਈਦੀ ਸੀ, ਦਿਲ ਤੇ ਵੱਜੀ ਨਹੀਂ। ਮਤਲਬ ਕਿ ਉਹ ਰਿਸ਼ਤੇ ਖਤਮ ਹੀ ਹੋ ਚੁੱਕੇ ਸੀ। ਖਤਮ, ਪਾਣੀ ਜਿਵੇਂ ਆਪਾਂ ਕਹਿੰਦੇ ਖੂਨ ਪਾਣੀ ਬਣ ਜਾਂਦਾ, ਉਹ ਚੀਜ਼ ਹੋਈ ਪਈ ਸੀ ਬਾਈ। ਖੂਨ ਪਾਣੀ ਹੋ ਗਿਆ ਸੀ, ਪਾਣੀ ਹੋ ਗਿਆ ਸੀ ਬਾਈ ਜੀ। ਮਤਲਬ ਕਿ ਸਾਰੇ ਰਿਸ਼ਤੇ ਜਿਹੜੇ ਦਿਖਦੇ ਸੀ ਇੱਕ ਜਰੀਆ ਹੀ ਲੱਗਦਾ ਸੀ ਵੀ ਇਹਨਾਂ 'ਚੋਂ ਪੈਸਾ ਕਿਵੇਂ ਹਾਂਜੀ ਹਾਂਜੀ। ਕਿਸੇ ਰਿਸ਼ਤੇਦਾਰੀ 'ਚ ਜਾਣਾ ਤਾਂ ਉਹਨਾਂ ਨੂੰ ਬਹਾਨਾ ਮਾਰ ਦੇਣਾ, ਮੇਰੀ ਕਾਰ ਵੱਜ ਗਈ, ਪੈਸੇ ਦਿਓ 500,000 ਰੁਪਇਆ, ਇਦਾਂ ਕਰਕੇ ਬਹਾਨੇ ਲਾ ਲਾ। ਹਾਂਜੀ। ਤੇ ਤੁਹਾਡੇ ਤੇ ਜਿਹੜੇ ਤੁਸੀਂ ਦੱਸੇ ਸੀ ਬਦਮਾਸ਼ੀ 'ਚ ਪੈ ਗਏ, ਕਈ ਵਾਰੀ ਪੁਲਿਸ 'ਚ ਪਰਚੇ ਵੀ ਹੋ ਗਏ ਹਨਾ, ਤਾਂ ਮਤਲਬ ਕਿ ਉਹਨਾਂ ਲਈ ਤੁਹਾਨੂੰ ਕੋਈ ਸਜ਼ਾ ਵੀ ਹੋਈ ਸੀ? ਨਹੀਂ ਬਾਈ ਜੀ, ਸਜ਼ਾ ਨਾ ਥੋੜਾ ਜਿਹਾ ਸਾਡਾ ਪੋਲੀਟੀਕਲੀ ਸਰਕਲ ਜਿਹੜਾ ਹੱਥ ਸੀਗਾ ਪੋਲੀਟੀਸ਼ੀਅਨਸ ਦਾ, ਤੇ ਜੇ ਕੋਈ ਹੁੰਦਾ ਵੀ ਸੀ ਪਰਚਾ, ਉਹ ਉੱਥੇ ਥਾਣੇ 'ਚ ਫੋਨ ਕਰਕੇ ਮੌਕੇ ਤੇ ਐਂਟੀ ਪਾਰਟੀ ਨੂੰ ਡਰਾ ਧਮਕਾ ਕੇ ਪੁਲਿਸ ਵਾਲਿਆਂ ਤੋਂ ਹੀ ਨਿਬੇੜਾ ਹੋ ਜਾਂਦਾ ਸੀ ਮੌਕੇ ਤੇ। ਪੋਲੀਟੀਕਲੀ ਤੁਹਾਡੇ ਮਤਲਬ ਕਿ ਲਿੰਕ ਸੀਗੇ? ਹਾਂਜੀ ਹਾਂਜੀ, ਇਦਾਂ ਸੀ। ਤੇ ਤੁਹਾਡੇ ਨਾਲ ਕਦੇ ਇਹੋ ਜਿਹੀ ਵੀ ਘਟਨਾ ਹੋਈ ਹੈ ਵੀ ਨਸ਼ੇ ਕਰਕੇ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਹੋਵੇ ਜਾਂ ਤੁਸੀਂ ਕਿਤੇ ਡਿੱਗੇ ਪਏ ਹੋ, ਕੋਈ ਇਹੋ ਜਿਹੀ ਘਟਨਾ? ਹਾਂਜੀ ਹਾਂਜੀ ਬਾਈ ਜੀ, ਐਕਸੀਡੈਂਟ ਵੀ ਹੋਇਆ ਕਈ ਵਾਰੀ ਮੋਟਰਸਾਈਕਲ ਤੇ ਜਿਵੇਂ ਤੁਰੇ ਜਾਂਦੇ ਆ। ਤੇ ਇੱਕ ਵਾਰੀ ਬਾਈ ਜੀ ਮੈਂ ਮੋਟਰਸਾਈਕਲ ਤੇ ਜ਼ਿਆਦਾ ਅੱਖਾਂ ਮਿਚਦੀਆਂ ਆਉਣ ਮੇਰੀਆਂ, ਤੇ ਮੈਂ ਬਠਿੰਡਾ ਰੋਡ ਹੈਗਾ ਸਾਡਾ, ਮੁਕਤਸਰ ਬਠਿੰਡਾ ਰੋਡ, ਮੇਨ ਰੋਡ ਤੇ ਮੈਂ ਡਿੱਗ ਪਿਆ ਵਿਚਾਲੇ। ਆਪਣੇ ਬਠਿੰਡਾ ਮੁਕਤਸਰ ਦੇ ਮੇਨ ਰੋਡ ਤੇ ਜਮਾ ਵਿਚਾਲੇ ਡਿੱਗਿਆ ਮੈਂ ਬਾਈ ਜੀ, ਮਾੜਾ ਜ਼ਿਆਦਾ ਅੱਖਾਂ ਮਿਚੀਆਂ ਡਿੱਗ ਪਿਆ ਮੈਂ। ਤੇ ਜਿਹੜੇ ਬੰਦੇ ਨੇ ਆ ਕੇ ਚੱਕਿਆ ਮੈਨੂੰ, ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ ਪਰਮਾਤਮਾ ਦੀ ਤੇਰੇ ਤੇ ਚੱਲ ਕਿਰਪਾ ਲਾ ਲਾ, ਵੀ ਕੋਈ ਚੀਜ਼ ਕੋਈ ਵੱਡੀ ਨਹੀਂ ਆਏਗੀ, ਤੇ ਨਹੀਂ ਤਾਂ ਤੈਨੂੰ ਮਿੱਧ ਕੇ ਤੁਰ ਜਾਂਦੀ, ਕਿਉਂਕਿ ਮੂੰਹ ਨੇ ਹਨੇਰਾ ਜਿਹਾ ਸੀਗਾ, ਸ਼ਾਮ ਦਾ ਵੇਲਾ, ਜਿਵੇਂ ਹਨੇਰਾ ਜਿਹਾ ਹੁੰਦਾ ਉਦੋਂ ਥੋੜੀ ਲਾਈਟ ਵੀ ਉਹ ਜੀ ਹੁੰਦੀ ਆ, ਤੇ ਵੀ ਕੋਈ ਵੱਡੀ ਚੀਜ਼ ਨਹੀਂ ਆਏਗੀ। ਉਹਨੇ ਮੈਨੂੰ ਉਠਾਇਆ ਆ ਕੇ ਬਾਈ। ਵੱਡੀ ਜੀ ਉਸ ਟਾਈਮ ਰੋਕਣੀ ਵੀ ਔਖੀ ਕਿਉਂਕਿ ਤੇਜ਼ ਜੀਟੀ ਰੋਡ ਸੀਗਾ, ਮੇਨ ਰੋਡ ਸੀਗਾ, ਤੇ ਬਾਈ ਜੀ ਤੇਜ਼ ਆਉਂਦੀਆਂ ਗੱਡੀਆਂ। ਚਲੋ ਆਪਣੇ ਕਈ ਇਹੋ ਜਿਹੇ ਵੀ ਲੋਕ ਹੈਗੇ ਹਨਾ ਵੀ ਜਿਹੜੇ ਮਤਲਬ ਕਿ ਰਾਹ ਪਏ ਨੂੰ ਚੱਕ ਕੇ ਪਾਸੇ ਕਰਤਾ ਤੁਹਾਨੂੰ ਹਨਾ। ਹਾਂਜੀ, ਕਿਸਮਤ ਚੰਗੀ ਲਾ ਲਓ ਜਾਂ ਕੋਈ ਮਾਂ ਪਿਓ ਦਾ ਕੋਈ ਕਰਮ ਚੰਗਾ ਦਿੱਤਾ, ਲੈ ਅੱਗੇ ਆ ਗਿਆ, ਨਹੀਂ ਤਾਂ ਕੋਈ ਆਮ ਹੱਥ ਨਹੀਂ ਪਾਉਂਦਾ ਛੇਤੀ, ਕਹਿੰਦਾ ਪਤਾ ਨਹੀਂ ਕਿਉਂ ਮਰਿਆ ਹੀ ਪਿਆ, ਆਪਦੇ ਗੱਲ ਨਾਲ ਪੈ ਜਾਂ ਕੋਈ ਇਦਾਂ ਦੀ ਹੋ ਜਾਂਦੀ। ਅੱਜ ਕੱਲ੍ਹ ਇਹ ਵੀ ਬਹੁਤ ਜ਼ਿਆਦਾ ਹੈਗਾ ਵੀ ਕੋਈ ਵੀ ਪਿਆ ਗਾ ਤਾਂ ਗਲ ਪੈਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਆ। ਤੇ ਉਸ ਤੋਂ ਬਾਅਦ ਮਤਲਬ ਕਿ ਤੁਹਾਡੇ ਮਨ 'ਚ ਕਦੇ ਮਤਲਬ ਕਿ ਘਰੋਂ ਅੱਕ ਕੇ ਕੋਈ ਸੁਸਾਈਡ ਕਰਨ ਦਾ ਜਾਂ ਕੋਈ ਇਹੋ ਜਿਹੀ ਚੀਜ਼ ਨਹੀਂ ਆਈ ਦਿਮਾਗ ਦੇ ਵਿੱਚ, ਖਿੱਚ ਕੇ ਕੋਈ ਮਤਲਬ ਕਿ ਮਰਨ ਦਾ ਕੀਤਾ ਹੋਵੇ, ਮੈਂ ਤਾਂ ਮਰਦਾ ਜਾਂ ਐਂ ਕਰਦਾ? 100 ਬਹਾਨੇ ਆਪਣੇ ਲਾਉਂਦੇ ਆ ਨਸ਼ੇ ਵਾਲੇ ਹਨਾ। ਨਹੀਂ ਬਾਈ, ਇਹ ਜੀ ਚੀਜ਼ ਕਦੇ ਮਨ 'ਚ ਆਈ ਨਹੀਂ ਗੀ ਬਾਈ। ਇਹਦਾ ਕਾਰਨ ਇਹ ਸੀ ਨਸ਼ਾ। ਜਦੋਂ ਮੈਂ ਨਸ਼ੇ ਦੌਰ 'ਚ ਵੀ ਸੀ ਨਾ, ਉਦੋਂ ਵੀ ਮੈਂ ਗੇਮ ਨਾਲ ਥੋੜਾ ਜਿਹਾ ਜੁੜਿਆ ਰਿਹਾ। ਕ੍ਰਿਕਟ ਖੇਡਦਾ ਹੁੰਦਾ ਸੀ ਮੈਂ, ਤੇ ਪਹਿਲਾਂ ਕਬੱਡੀ ਖੇਡਦੇ, ਫਿਰ ਚਲੋ ਕ੍ਰਿਕਟ ਵੀ ਖੇਡਦਾ ਸੀ, ਕਬੱਡੀ ਵੀ, ਦੋਨੇ ਗੇਮਾਂ ਹੀ ਸੀ ਮੇਰੇ ਕੋਲ। ਤੇ ਕ੍ਰਿਕਟ ਨਾਲ ਜੁੜਿਆ ਕਰਕੇ ਨਾ, ਕਿਉਂਕਿ ਸਪੋਰਟਸਮੈਨ ਤੁਸੀਂ ਲਾ ਲਓ ਵੀ 100 ਚੋਂ 90% ਕੋਈ ਖੁਦਕੁਸ਼ੀ ਨਹੀਂ ਕਰਦਾ, 10% ਹੋਣਗੇ, ਕਿਉਂਕਿ ਉਹਨਾਂ ਨੇ ਉਤਰਾ ਚੜਾ ਉਹ 'ਚ ਗੇਮ 'ਚ ਹੀ ਦੇਖੀ ਹੁੰਦੀ, ਹਾਰ ਜਿੱਤ ਦੇਖੀ ਹੁੰਦੀ ਆ, ਡਿੱਗਣਾ ਉੱਠਣਾ ਡਿੱਗਣਾ। ਉਹ ਚੀਜ਼ ਕਰਕੇ ਥੋੜਾ ਜਿਹਾ ਮਾਈਂਡ ਇਸ ਚੀਜ਼ 'ਚ ਸਟਰੋਂਗ ਸੀ ਮੇਰਾ, ਵੀ ਖੁਦਕੁਸ਼ੀ ਦੀ ਟਰਾਈ ਨਹੀਂ ਕੀਤੀ ਗਈ ਮੈਂ ਕਦੇ। ਮਤਲਬ ਤੁਹਾਨੂੰ ਥੋੜਾ ਬਹੁਤ ਉਹੀ ਮੋਟੀਵੇਟ ਕਰੀ ਰੱਖਿਆ? ਹਾਂਜੀ, ਉਹ ਚੀਜ਼ ਥੋੜਾ ਜਿਹਾ ਕਰੀ ਰੱਖਿਆ ਮੈਨੂੰ, ਉਹ ਚੀਜ਼ ਨੇ ਰੋਕੀ ਰੱਖਿਆ ਇਹ ਚੀਜ਼ ਤੋਂ ਵੀ ਮੈਂ ਮਰਨਾ ਜਾਂ ਮੈਂ ਖੁਦਕੁਸ਼ੀ ਕਰਨੀ ਹੈ। ਹਾਂਜੀ। ਤੇ ਆਪਾਂ ਅੱਜ ਕੱਲ੍ਹ ਕਈ ਵਾਰੀ ਮੋਬਾਈਲ ਤੇ ਦੇਖਦੇ ਹਾਂ ਹਨਾ ਵੀ ਕੋਈ ਟੀਕਾ ਲਾ ਕੇ ਇੱਥੇ ਡਿੱਗਿਆ ਪਿਆ ਗਾ, ਕੋਈ ਕਿਵੇਂ ਪਿਆ ਗਾ, ਕੋਈ ਤੜਫ ਰਿਹਾ ਗਾ। ਤੇ ਤੁਹਾਡੇ ਨਾਲ ਵੀ ਕਦੇ ਕੋਈ ਇਹੋ ਜਿਹੀ ਘਟਨਾ ਹੋਈ ਆ? ਹਾਂਜੀ ਬਾਈ ਜੀ, ਮੇਰੇ ਨਾਲ ਲਾਸਟ ਵਾਰੀ ਜਿੱਦੇ ਮੈਂ ਲਾਸਟ ਵਾਰੀ ਲਾਇਆ ਨਾ ਬਾਈ, ਤੁਹਾਨੂੰ ਮੈਂ ਦੱਸਦਾ। ਪਹਿਲਾਂ ਮੈਂ ਘਰੋਂ ਸੀਮੈਂਟ ਦੇ 2 ਗੱਟੇ ਚੱਕੇ ਸੁਬਾਹ, ਉਹ ਘਰ ਪੈਂਦਾ ਸੀ ਮੇਰਾ ਆਪਦਾ ਹੀ ਨਾ, ਸੀਮੈਂਟ ਦੇ ਗੱਟੇ ਚੱਕ ਕੇ ਤੇ ਮੈਂ ਵੇਚਦੇ ਨਾਲ ਦੇ ਪਿੰਡ ਇੱਕ ਦੁਕਾਨ ਤੇ। ਉੱਥੋਂ ਬਾਈ ਜਿਹੜੇ ਪੈਸੇ ਮਿਲੇ ਮੈਨੂੰ, ਤੇ ਕੁਛ ਪੈਸੇ ਕੋਲੇ ਵੀ ਸੀਗੇ ਮੇਰੇ ਨਾਲ, ਤੇ ਮੈਂ ਜਾ ਕੇ ਲੈ ਲਿਆ। ਨਾਲ ਮੇਰੇ ਮੁੰਡਾ ਇੱਕ ਹੋਰ ਸੀਗਾ ਨਾਲ ਦੇ ਪਿੰਡੋਂ। ਜਦੋਂ ਲੈ ਲਿਆ ਤੇ ਮੈਂ ਬਾਈ 1500 ਦਾ ਇਕੱਠਾ ਪਾ ਕੇ ਤੇ ਟੀਕਾ ਲਾਇਆ ਉੱਥੇ ਨਾਲ ਦੇ ਪਿੰਡ, ਸੂਆ ਸੀ ਉਹਦੀ ਪਰੜੀ ਤੇ। ਜਦੋਂ ਲਾਇਆ ਬਾਈ, ਤੇ ਮੈਨੂੰ ਥੋੜਾ ਯਾਦ ਆ ਵੀ ਅੱਧੀ ਕਿ ਸਿਰਿੰਜ ਗਾਂਹ ਗਈ ਹੋਣੀ ਆ, ਤੇ ਮੈਨੂੰ ਨਹੀਂ ਪਤਾ ਲੱਗਿਆ। 7:30 8 ਦਾ ਟਾਈਮ ਹੋਊਗਾ ਬਾਈ, ਸਿਆਲਾਂ ਦੇ ਦਿਨ ਸੀਗੇ, ਤੇ ਮੈਨੂੰ ਨਹੀਂ ਪਤਾ ਲੱਗਿਆ ਕਿੱਥੇ ਪਿਆ ਕਿੱਥੇ। ਤੁਸੀਂ ਬੇਹੋਸ਼ ਹੋ ਗਿਆ ਵੀ ਸਮਝ ਲਓ, ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ, ਕੁਛ ਵੀ ਯਾਦ ਹੀ ਨਹੀਂ ਗਾ। ਤੇ ਉਹ ਨਾਲ ਦੇ ਮੁੰਡੇ ਨੇ ਉਠਾਇਆ, ਉਹ ਦੱਸਦਾ ਵੀ 5 5:30 ਵਜੇ ਤੈਨੂੰ ਹੋਸ਼ ਆਈ ਆ। ਮਤਲਬ ਕਿ ਸਵੇਰ ਦੇ 8 ਵਜੇ ਦਾ ਤੁਸੀਂ ਨਸ਼ਾ ਕੀਤਾ ਤੇ ਸ਼ਾਮ ਦੇ ਜਾ ਕੇ ਕਿਤੇ ਹੋਸ਼ ਆਈ? ਹਾਂਜੀ ਬਾਈ ਜੀ, ਹੋਸ਼ ਆਈ। ਤੇ
ਉਹ ਵੀ ਲਾ ਲਓ ਵੀ ਮੈਂ ਵੀ ਉਹਦੇ ਬੰਦੇ ਜਿਹੜਾ ਨਾਲ ਸੀ ਮੇਰੇ ਮੁੰਡਾ ਵੀ ਉਹਦੇ ਪਰਮਾਤਮਾ ਨੇ ਪਤਾ ਨਹੀਂ ਕੀ ਮਨ ਚ ਆਇਆ, ਨਹੀਂ ਤਾਂ ਅਕਸਰ ਜੇ ਕੋਈ ਇਹ ਨਾਲ ਦੇ ਨੂੰ ਕੁਛ ਹੋ ਜੇ ਛੱਡ ਕੇ ਭੱਜ ਜਾਂਦਾ, ਪਰ ਉਹ ਮੈਨੂੰ ਛੱਡ ਕੇ ਨਹੀਂ ਭੱਜਿਆ। ਤੇ ਉਹ ਆਂਦਾ ਵੀ ਮੈਂ ਤੇਰੇ ਚਮਚੇ ਨਾਲ ਆ ਦੰਦਲ ਪਈ ਹੋਈ ਸੀ ਪੱਟ ਕੇ ਪਾਣੀ ਪਾਉਂਦਾ ਰਿਹਾ ਸੰਗ ਜੀ ਵੀ ਤੇਰਾ ਸੰਗ ਨਾ ਸੁੱਕੇ ਜੀਭ ਨਾ ਲੱਗੇ ਵੀ। ਮੈਨੂੰ ਘੜੀਸਿਆ ਬਹੁਤ, ਉਹਨੇ ਥੱਪੜ ਬਹੁਤ ਮਾਰੇ ਮੇਰੇ, ਜਿਵੇਂ ਦੱਸਦਾ ਵੀ ਤੇਰੇ ਬਹੁਤ ਥੱਪੜ ਮਾਰੇ, ਕਿਉਂਕਿ ਮੇਰੇ ਪੀੜ ਹੋਈ ਜਦੋਂ ਮੈਂ ਉੱਠਿਆ, ਥੋੜੀ ਹੋਸ਼ ਆਉਂਦੀ ਗਈ ਵੀ ਆਹ ਚੀਜ਼ਾਂ ਦੁਖਣ ਮੇਰੇ ਜਵਾੜੇ, ਆਹ ਛਾਤੀ ਦੁਖੇ, ਉਹਨੇ ਮੁੱਕੀਆਂ ਮਾਰੀਆਂ ਹੋਣੀਆਂ ਜਾਂ ਕੁਛ ਵੀ ਉਹਨੇ ਦੱਸਿਆ। ਤੇ ਜਦੋਂ ਮੈਨੂੰ ਹੋਸ਼ ਆਈ ਬਾਈ ਜੀ, ਇੱਕੋ ਦਾ ਮੇਰੇ ਦਿਮਾਗ 'ਚ ਇਹੀ ਚੀਜ਼ ਆਈ, ਪਰਮਾਤਮਾ ਨਹੀਂ ਲਾ ਲਓ ਵੀ, ਕਿਉਂਕਿ ਮੇਰੀ ਮਿਸਿਸ ਗੁੜੀਆ ਤੇ ਮਾਤਾ ਦਾ ਖਿਆਲ ਆਇਆ ਯਕਦਮ ਵੀ ਜੇ ਮਨਾ ਤੈਨੂੰ ਕੁਛ ਹੋ ਜਾਂਦਾ, ਵੀ ਤਿੰਨੇ ਘਰੇ ਬੁੜੀਆਂ ਹੀ ਰਹਿ ਗਈਆਂ ਸੀਗੀਆਂ ਜਾਨੀ ਕਿ ਹਨਾ, ਇੱਕਦਮ ਚਿਹਰਾ ਤੁਹਾਡੇ ਮਤਲਬ ਕਿ ਮੂਹਰੇ ਮਾਂ ਦਾ ਆਇਆ, ਭੈਣ ਦਾ ਆਇਆ, ਬੇਟੀ ਦਾ ਵੀ ਆਇਆ, ਵਾਈਫ ਦਾ ਵੀ ਆਇਆ ਹਨਾ, ਵੀ ਘਰੇ ਕੱਲੀਆਂ ਲੇਡੀਜ਼ ਰਹਿ ਗਈਆਂ। ਤੇ ਤੁਹਾਨੂੰ ਪਤਾ ਵੀ ਕੱਲੀ ਲੇਡੀਜ਼ ਨੂੰ ਸਮਾਜ ਅੱਜ ਕੱਲ ਕਿੱਥੇ ਹਨਾ ਜੀ, ਤੇ ਉਹ ਚੀਜ਼ ਦਾ ਤੇ ਮੈਨੂੰ ਇਹ ਵੀ ਹੋਇਆ ਵੀ ਤੇਰੀ ਮਾਤਾ ਨੂੰ ਵੀ ਇਹ ਮਿਹਣੇ ਵੱਜਣਗੇ, ਅਮਲੀ ਤੇਰਾ ਪੁੱਤ ਮਰ ਗਿਆ, ਅਮਲੀ ਸੀ ਉਹ ਤਾਂ ਵੀ ਨਸ਼ਾ ਕਰਦਾ ਮਰ ਗਿਆ ਉਹ ਤਾਂ। ਤੇ ਵੀ ਮਿਸਿਸ ਨੂੰ ਗੁੜੀਆ ਨੂੰ ਜਦੋਂ ਵੱਡੀ ਹੋਊਗੀ ਉਹਨੂੰ ਕੀ ਕਠਿਨਾਈਆਂ ਦਾ ਸਾਹਮਣਾ, ਉਹ ਕੋਈ 5-4 ਮਿੰਟਾਂ 'ਚ ਮੇਰੇ ਦਿਮਾਗ 'ਚ ਜਾਂ ਪਰਮਾਤਮਾ ਨੇ ਨਹੀਂ ਕੋਈ ਆਇਆ। ਤੇ ਮੇਰੇ ਕੋਲੇ ਜਿਹੜਾ ਸਮਾਨ ਸੀਗਾ ਕੁਛ ਸੀਗਾ ਨਸ਼ਾ ਚਿੱਟਾ, ਉਹ ਮੈਂ ਨਾਲ ਦੇ ਨੂੰ ਮੈਂ ਕਿਹਾ ਯਾਰ ਮੈਂ ਤਾਂ ਨਹੀਂ ਕਰਦਾਗਾ ਅੱਜ ਤੋਂ ਬਾਅਦ। ਤੇ ਉਦੋਂ ਹੀ ਰਾਤ ਨੂੰ ਮੈਂ ਆਪਦੀ ਮਿਸਿਸ ਨੂੰ ਜਾ ਕੇ ਖੁਦ ਦੱਸਿਆ ਵੀ ਉਹਨੂੰ, ਕਿਉਂਕਿ ਉਹਨੂੰ ਤਾਂ ਐਂ ਦੱਸਿਆ ਸੀ ਮੈਂ ਜਾਂ ਫੀਮ ਖਾਨਾ ਜਾਂ ਦਾਰੂ ਪੀਂਦਾ। 7 ਸਾਲ ਸਾਡੀ ਮੈਰਿਜ ਨੂੰ ਹੋ ਗਏ ਸੀ, ਕਦੇ ਨਹੀਂ ਪਤਾ ਲੱਗਣ ਦਿੱਤਾ ਸੀ ਨਾ ਸਿਗਰਟ ਦਾ, ਨਾ ਕੋਈ ਜਰਦੇ ਦਾ, ਤੇ ਨਾ ਕੋਈ ਹੋਰ ਨਸ਼ੇ ਦਾ, ਇਕੱਲਾ ਫੀਮ ਤੇ ਦਾਰੂ ਦਾ ਹੀ ਸੀਗਾ। ਮੈਂ ਜਦੋਂ ਗਿਆ ਤੇ ਉਹਨਾਂ ਨੂੰ ਦੱਸਿਆ ਜਾ ਕੇ, ਮੈਂ ਕਿਹਾ ਮੈਂ ਕਰਕੇ ਵੀ ਆਹ ਨਸ਼ੇ ਵੀ ਕਰਦਾ, ਪਰ ਅੱਜ ਤੋਂ ਬਾਅਦ ਨਹੀਂ ਕਰਦਾ। ਵੀ ਹੁੰਦਾ ਵੀ ਹਨਾ ਵੀ ਲੇਡੀਜ਼ ਇਮੋਸ਼ਨਲ ਵੀ ਰੋਏ ਪਹਿਲਾਂ ਤਾਂ, ਪਰ ਬਾਅਦ ਚੋਂ ਮੈਨੂੰ ਕਹਿੰਦੇ ਵੀ ਮੈਨੂੰ ਇੰਨੀ ਕੀ ਖੁਸ਼ੀ ਆ ਵੀ ਤੂੰ ਆਪਦੀ ਆਪ ਮੈਨੂੰ ਦੱਸਿਆ ਇਹ ਚੀਜ਼, ਜੇ ਹੋਰ ਕਿਤੋਂ ਪਤਾ ਲੱਗਦੀ ਮੈਂ ਵੀ ਇੱਥੇ ਨਹੀਂ ਰਹਿਣਾ ਸੀਗਾ, ਚਲੇ ਜਾਣਾ ਸੀਗਾ, ਸ਼ਾਇਦ ਤੁਹਾਡੇ ਨਾਲ ਨਹੀਂ ਰਹਿਣਾ ਸੀ। ਇੱਕ ਤਰ੍ਹਾਂ ਦਾ ਉਹਨਾਂ ਨੂੰ ਇੱਕ ਧੋਖੇ ਦਾ ਅਹਿਸਾਸ ਹੋਇਆ ਨਾ, ਕਿਉਂ ਤੁਹਾਡੇ ਨਾਲ ਮਤਲਬ ਕਿ ਇੰਨੇ ਸਾਲ 7 ਸਾਲ ਰਹੇ ਤੇ ਉਹਨਾਂ ਨੂੰ ਵਿਸ਼ਵਾਸ ਸੀ ਤੁਹਾਡੇ ਤੇ ਵੀ ਕੋਈ ਤੁਸੀਂ ਜ਼ਿਆਦਾ ਨਸ਼ਾ ਨਹੀਂ ਕਰਦੇ ਹਨਾ, ਥੋੜੇ ਬਹੁਤੇ ਨਸ਼ੇ ਦੀ ਤੁਹਾਨੂੰ ਮਤਲਬ ਕਿ ਲੱਤ ਲੱਗੀ ਹੋਈ ਹੈ। ਪਰ ਅਖੀਰ ਦੇ ਵਿੱਚ ਜਦੋਂ ਬੰਦਾ ਸੱਚ ਸੁਣਦਾ, ਸੱਚ ਇੱਕ ਕੌੜਾ ਹੁੰਦਾ ਹਨਾ, ਪਰ ਤੁਹਾਡੇ ਮੂੰਹੋਂ ਸੁਣਿਆ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਵਿਸ਼ਵਾਸ ਆ ਗਿਆ ਵੀ ਸ਼ਾਇਦ ਇਹ ਛੱਡਣਾ ਚਾਹੁੰਦਾ ਜੋ ਮੈਨੂੰ ਅੱਜ ਦੱਸਿਆ। ਹਾਂਜੀ ਬਾਈ, ਮੇਰੇ ਖਿਆਲ ਦੇ ਵਿੱਚ ਇਹੀ ਮੇਨ ਵੱਡੀ ਘਟਨਾ ਹੋਊਗੀ ਨਾ, ਜਿੱਥੇ ਤੁਹਾਨੂੰ ਠੋਕਰ ਲੱਗੀ ਵੀ ਸ਼ਾਇਦ ਮੈਨੂੰ ਅੱਜ ਹੁਣ ਛੱਡ ਦੇਣਾ ਚਾਹੀਦਾ, ਟਾਈਮ ਆ ਗਿਆ ਹਨਾ। ਹਾਂਜੀ ਬਾਈ ਜੀ, ਕਿਤੇ ਨਾ ਕਿਤੇ ਕਲਿੱਕ ਹੁੰਦੀ ਆਪਣੇ ਦਿਮਾਗ 'ਚ ਵੀ ਹਨਾ ਵੀ ਹੁਣ ਤੇਰਾ ਟਾਈਮ ਆ ਗਿਆ। ਹਾਂਜੀ ਉੱਥੇ ਹਾਂਜੀ ਇੱਕ ਮੈਨੂੰ ਐਂ ਹੋਇਆ ਵੀ ਪਰਮਾਤਮਾ ਨੇ ਵੀ ਤੈਨੂੰ ਦੂਰੀ ਜ਼ਿੰਦਗੀ ਦਿੱਤੀ, ਹੋ ਸਕਦਾ ਕੋਈ ਤੇਰੇ ਹੱਥੋਂ ਕੁਛ ਵੀ ਉਹਨੇ ਤੇਰਾ ਚੰਗਾ ਕਿਸੇ ਕੋਈ ਸੇਵਾ ਲਿਖੀ ਹੋਵੇ ਜਾਂ ਕੋਈ ਹਨਾ ਜੀ, ਉਹ ਚੀਜ਼ ਕਰਕੇ ਹਾਂਜੀ ਮੈਨੂੰ ਹੋਇਆ ਥੋੜਾ ਅਹਿਸਾਸ ਇਹ ਚੀਜ਼ ਦਾ ਵੀ। ਕਿਤੇ ਨਾ ਕਿਤੇ ਮਤਲਬ ਕਿ ਜਾ ਕੇ ਕਿਤੇ ਨਾ ਕਿਤੇ ਆਪਾਂ ਨੂੰ ਅਹਿਸਾਸ ਜ਼ਰੂਰ ਹੋ ਜਾਂਦਾ ਵੀ ਹੁਣ ਸ਼ਾਇਦ ਇਹਨਾਂ ਚੀਜ਼ਾਂ ਦਾ ਅੰਤ ਹੋ ਚੁੱਕਿਆ, ਵੀ ਨਹੀਂ ਕਰਨਾ ਚਾਹੀਦਾ ਇਸ ਤੋਂ ਗਾਹਾਂ ਹਨਾ। ਹਾਂਜੀ। ਤੇ ਇਸੇ ਤਰ੍ਹਾਂ ਹੀ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਵੀ ਤੁਹਾਨੂੰ ਵੀ ਕਿਤੇ ਨਾ ਕਿਤੇ ਠੋਕਰ ਜ਼ਰੂਰ ਲੱਗਦੀ ਆ, ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਰਿਮਾਈਂਡ ਕਰਾਉਂਦਾ ਰੱਬ ਵੀ ਹਾਂ ਇਸ ਚੀਜ਼ਾਂ ਦਾ ਹੁਣ ਅੰਤ ਹੋ ਗਿਆ ਜਾਂ ਬਹੁਤ ਹੋ ਚੁੱਕਿਆ, ਪਰ ਤੁਹਾਨੂੰ ਸਿਰਫ ਇੱਕ ਥੋੜ੍ਹੀ ਜਿਹੀ ਸਮਝਣ ਦੀ ਲੋੜ ਆ। ਤੇ ਅੱਗੇ ਆਪਾਂ ਆਪਣੇ ਵੀਰ ਨੂੰ ਪਵਿੱਤਰ ਜੀ ਨੂੰ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਫਿਰ ਉਹਨਾਂ ਨੇ ਛੱਡਣ ਦੀ ਸ਼ੁਰੂਆਤ ਕੀਤੀ, ਵੀ ਕਿਸ ਤਰ੍ਹਾਂ ਤੁਸੀਂ ਛੱਡਣ ਲਈ ਕੀ ਉਪਰਾਲਾ ਕੀਤਾ ਹਨਾ। ਮੇਨ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇਹੀ ਹੁੰਦਾ ਵੀ ਕਿਸ ਤਰ੍ਹਾਂ ਛੱਡੀਏ, ਸਾਡੇ ਤੋਂ ਛੱਡਿਆ ਨਹੀਂ ਜਾਂਦਾ, ਸਾਡੇ ਤੋਂ ਤੋੜ ਲੱਗਦੀ ਆ ਸਾਨੂੰ, ਮਤਲਬ ਕਿ ਸਾਡੇ ਤੋਂ ਰਿਹਾ ਨਹੀਂ ਜਾਂਦਾ। ਤਾਂ ਮਤਲਬ ਕਿ ਤੁਸੀਂ ਫਿਰ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਮਤਲਬ ਕਿ ਛੱਡਣ ਲਈ? ਮੈਂ ਦੇਖੋ ਜੀ ਜਦੋਂ ਰਾਤ ਨੂੰ ਨਾ ਵਾਈਫ ਨੂੰ ਦੱਸਿਆ ਆਪਦੀ ਨੂੰ ਹਨਾ, ਤੇ ਸੁਬਾਹ ਮੈਂ ਕਿਉਂਕਿ ਚਾਚਾ ਜੀ ਛੋਟੇ ਚਾਚਾ ਜੀ ਜਿਹੜੇ ਉਹਨਾਂ ਨਾਲ ਮੇਰਾ ਜਿਵੇਂ ਕਹਿ ਦਈਏ ਫਰੈਂਡ ਦਾ ਵੀ ਚਾਚਾ ਭਤੀਜਾ ਦਾ ਸਰਕਲ ਸੀਗਾ, ਮੈਂ ਆਪਦੀ ਵਾਈਫ ਨੂੰ ਕਿਹਾ ਮੈਂ ਚਾਚਾ ਜੀ ਨੂੰ ਸੱਦੋ। ਉਹ ਆ ਗਏ ਮੇਰੇ ਕੋਲੇ, ਕਹਿੰਦੇ ਹਾਂ ਪੁੱਤ ਦੱਸ। ਮੈਂ ਕਿਹਾ ਚਾਚਾ ਮੈਂ ਨਾ ਵੀ ਛੱਡਣਾ ਚਾਹੁੰਦਾ ਤੇ ਦਵਾਈ ਦਵਾ ਦਿਓ ਮੈਨੂੰ, ਮੈਂ ਅੱਜ ਤੋਂ ਬਾਅਦ ਨਹੀਂ ਕਰਦਾ। ਉਹ ਕਹਿੰਦੇ ਅੱਗੇ ਵੀ ਤੈਨੂੰ ਇੱਕ ਵਾਰੀ ਦਵਾਈ ਦੀ, ਤੂੰ ਉਦੋਂ ਵੀ ਨਹੀਂ ਛੱਡਿਆ ਕਿਤੇ, ਹੁਣ ਐਂ ਤਾਂ ਨਹੀਂ ਵੀ ਤੇਰੇ ਕੋਲੇ ਹੁਣ ਪੈਸੇ ਨਹੀਂ ਕਰਨ ਵੀ ਤੂੰ ਤਾਂ ਕਹਿਣਾ। ਮੈਂ ਕਿਹਾ ਨਹੀਂ ਚਾਚਾ ਜੀ ਹੁਣ ਮੈਂ ਛੱਡਣਾ ਚਾਹੁੰਦਾ। ਤੇ ਕਹਿੰਦੇ ਪੁੱਤ ਕੋਈ ਗੱਲ ਨਹੀਂ। ਮੈਂ ਕਿਹਾ ਤੇ ਵੀ ਛੱਡ ਦੂੰਗਾ। ਮੈਂ ਕਿਹਾ ਹੁਣ ਮੈਂ ਜਮਾ ਨਹੀਂ ਕਰਦਾਗਾ, ਵੀ ਭਾਵੇਂ ਮੇਰੇ ਤੋਂ ਵੀ ਕੁਛ ਮਰਜ਼ੀ ਲਿਖਾ ਲਓ, ਕੁਛ ਕਰ ਲਓ, ਯਾਨੀ ਕਿ ਮੈਂ ਨਹੀਂ ਕਰਦਾ ਹੁਣ, ਭਾਵੇਂ ਮੈਂ ਮਰ ਜਾ। ਤੇ ਕਹਿੰਦੇ ਪੁੱਤ ਕੋਈ ਨਹੀਂ, ਪੈਸੇ ਕਿੰਨੇ ਮਰਜ਼ੀ ਲੱਗ ਜਾਣ ਭਾਵੇਂ, ਪਰ ਜੇ ਤੂੰ ਮਨ ਬਣਾ ਲਿਆ ਫਿਰ ਦਵਾ ਦਿੰਦੇ ਆ ਦਵਾਈ। ਹਾਂਜੀ। ਤੇ ਵੈਸੇ ਹੀ ਮੇਰੇ ਖਿਆਲ ਕਿਸੇ ਘਰ 'ਚ ਇਹੋ ਜਿਹਾ ਹੁੰਦਾ ਵੀ ਜਿੱਥੇ ਚਾਚੇ ਤਾਏ ਤੁਹਾਡਾ ਸਾਥ ਦਿੰਦੇ ਹਨਾ, ਨਹੀਂ ਹਰ ਇੱਕ ਜੈਲਸੀ ਕਰਦੇਗਾ। ਤੇ ਉਹ ਚਾਚੇ ਬਾਰੇ ਮਤਲਬ ਕਿ ਸਾਨੂੰ ਥੋੜਾ ਜਿਹਾ ਹੋਰ ਵੀ ਡਿਟੇਲ 'ਚ ਦੱਸ ਦਿਓ ਵੀ ਕੀ ਤੁਹਾਨੂੰ ਉਹ ਪਹਿਲਾਂ ਵੀ ਸਮਝਾਉਂਦੇ ਰਹੇ ਆ ਜਾਂ ਪਹਿਲਾਂ ਵੀ ਤੁਹਾਡੇ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਜੋ ਵੀ ਮਤਲਬ ਕਿ ਨਸ਼ਾ ਛਡਾਉਣ ਦੀ? ਹਾਂਜੀ ਬਾਈ ਜੀ, ਉਹਨਾਂ ਨੇ ਸ਼ੁਰੂ ਤੋਂ ਜਦੋਂ ਮੈਂ ਖਰਾਬ ਹੁੰਦਾ ਜਦੋਂ, ਤੇ ਉਦੋਂ ਵੀ ਉਹਨਾਂ ਨੇ ਬਹੁਤ ਸਮਝਾਇਆ ਮੈਨੂੰ ਵੀ ਪੁੱਤ ਇਸ ਪਾਸੇ ਕੁਛ ਨਹੀਂ ਰੱਖਿਆ, ਆਪਣੇ ਖਾਨਦਾਨ 'ਚ ਇਹ 7 ਪੀੜ੍ਹੀਆਂ 'ਚ ਨਹੀਂ ਗਏ ਚੀਜ਼ਾਂ,
ਨਾ ਕੋਈ ਬਦਮਾਸ਼ੀ ਆ ਤੇ ਨਾ ਹੀ ਕੋਈ ਇਹ ਨਸ਼ਾ ਕਿਸੇ ਨੇ ਕੀਤੇ ਆ ਜਾਂ ਕੰਮ ਕੀਤੇ ਆ, ਤੇ ਵੀ ਤੂੰ ਪੁੱਤ ਹਟ ਜਾ ਇਹ ਚੀਜ਼ਾਂ ਤੋਂ। ਤੇ ਪਹਿਲਾਂ ਵੀ 1-2 ਵਾਰੀ ਦਵਾਈ ਕੋਈ 20 ਦਿਨਾਂ ਦੀ ਮੈਂ ਛੱਡੀ ਰੱਖਿਆ, 20 ਦਿਨ ਹੀ ਛੱਡਿਆ ਸੀ ਉਦੋਂ ਦਵਾਈ ਨਾਲ ਜਾ ਕੇ ਵੀ ਇੱਕ ਵੀ ਆਪਦੇ ਪੁੱਤਾਂ ਨੂੰ ਉਹਨਾਂ ਨੇ ਮੈਨੂੰ ਵੀ ਰੱਖਿਆ, ਤੇ ਇੱਕ ਜਾਂ ਕਹਿ ਦਈਏ ਆਪਾਂ ਦੋਸਤ ਮਿੱਤਰ ਹੁੰਦਾ ਉਸ ਤਰ੍ਹਾਂ ਵੀ ਸਮਝਾਇਆ, ਪਿਆਰ ਨਾਲ ਸਮਝਾਇਆ ਉਹਨਾਂ ਨੇ। ਕਦੇ ਕੁੱਟਿਆ ਨਹੀਂ ਮਤਲਬ? ਨਾ ਕੁੱਟਿਆ ਨਹੀਂ ਕਦੇ, ਤੇ ਨਾ ਹੀ ਕਦੇ ਕੋਈ ਗਲਤ ਐ ਰਹਿ ਦਿੱਤੀ ਵੀ ਤੂੰ ਕੋਈ ਨਹੀਂ ਚੱਕਦੇ ਫੱਟੇ ਜਾਂ ਫਲਾਣਾ, ਉਹ ਚੀਜ਼ ਜਿਸ ਤਰ੍ਹਾਂ ਆਪਣੇ ਕਰਦੇ ਆ। ਹਾਂਜੀ। ਤੇ ਕੋਈ ਹੋਰ ਵੀ ਪਿੰਡ ਦੇ ਵਿੱਚ ਘਟਨਾ ਹੋਈ ਹੋਵੇ ਜਾਂ ਕੁਝ ਹੋਰ ਹੋਈ ਹੋਵੇ ਜਿਹਦੇ ਕਰਕੇ ਤੁਹਾਨੂੰ ਐ ਲੱਗਿਆ ਹੋਵੇ ਵੀ ਹਾਂ ਨਸ਼ਾ ਛੱਡ ਦੇਣਾ ਚਾਹੀਦਾ? ਇੱਕ ਨਾ ਜੀ ਰਿਸ਼ਤੇਦਾਰ ਲਾ ਲਓ ਜਾਂ ਨਾ ਕਿਸੇ ਪਿੰਡ ਸੁਣਦਾ ਹੁੰਦਾ, ਚਾਚਾ ਜੀ ਦੱਸਦੇ ਹੁੰਦੇ ਸੀ ਕਿਸੇ ਪਿੰਡ ਕੋਈ ਸੀਗਾ, ਹਾਂਜੀ, ਉਹਨੂੰ ਜਾਣਦੇ ਸੀ ਚਾਚਾ ਜੀ, ਹਾਂਜੀ ਹਾਂਜੀ, ਉਹਦੇ ਬਾਰੇ ਦੱਸਦੇ ਹੁੰਦੇ ਸੀ ਵੀ ਉਹ ਉਹਨਾਂ ਟਾਈਮਾਂ 'ਚ ਵੀ ਲਾ ਲਓ ਅੱਜ ਤੋਂ 20-30 ਸਾਲ ਪਹਿਲਾਂ ਗੋਲੀਆਂ ਖਾਂਦਾ ਸੀ ਬੰਦਾ, ਤੇ ਉਹਨੇ ਆਪਦੀ ਘਰ ਵਾਲੀ ਵੀ ਕੁੱਟ ਕੇ ਕੱਢਤੀ, ਜਵਾਕ ਵੀ ਕੱਢਤੇ ਘਰੋਂ, ਤੇ ਉਹ ਫਿਰ ਹੌਲੀ ਹੌਲੀ ਆਪਦੀ ਘਰ ਵਾਲੀ ਦੇ ਕੱਪੜੇ ਵੇਚਤੇ, ਬੈੱਡ, ਮੰਜੇ, ਪੇਟੀ, ਅਲਮਾਰੀ, ਜੋ ਵੀ ਮਤਲਬ ਕਿ ਦਾਜ ਦਾ ਸਮਾਨ ਸਭ ਵੇਚਤਾ। ਜਦੋਂ ਸਭ ਕੁਝ ਮੁੱਕ ਗਿਆ, ਪੈਰ ਥੱਲੇ ਪੈਂਦਾ ਹੁੰਦਾ ਸੀ ਕਮਰੇ 'ਚ, ਫਿਰ ਉਹਨੇ ਕੀ ਕੀਤਾ ਬਾਈ ਜੀ, ਛੱਤ ਸੀ ਬਾਲਿਆਂ ਵਾਲੀ ਤੇ ਆਪਣੀ ਟਾਈਲਾਂ ਵਾਲੀ ਪੁਰਾਣੀ ਹੁੰਦੀ ਉਸ ਟਾਈਮ ਇਹੀ ਹੁੰਦੀ ਸੀ ਆਪਣੀ, ਤੇ ਉਹ ਪੱਟ ਕੇ ਬਾਲੇ ਤੇ ਗਾਡਰ ਤੇ ਟਾਈਲਾਂ ਵੇਚਤੀਆਂ, ਛੱਤ ਸਾਰੀ ਛੱਤ ਤੱਕ ਵੇਚਤੀ, ਫਿਰ ਇੱਟਾਂ ਢਾਹ ਕੇ ਕਮਰੇ ਦੀਆਂ ਵੇਚਣ ਲੱਗ ਗਿਆ। ਮਤਲਬ ਖੁਦ ਇਕੱਲਾ ਆਪਦਾ ਘਰ, ਮਤਲਬ ਕਿ ਨਸ਼ੇ ਦੇ ਵਿੱਚ ਇੰਨੇ ਲੋਕ ਅੰਨੇ ਹੋ ਜਾਂਦੇ ਆ ਵੀ ਉਹਨਾਂ ਨੂੰ ਆਪਦੇ ਪੈਣ ਲਈ ਵੀ ਥਾਂ ਉਨੀ ਚੰਗੀ ਨਹੀਂ ਲੱਗਦੀ ਜਿੰਨਾ ਉਹਨਾਂ ਨੂੰ ਨਸ਼ਾ ਚੰਗਾ ਲੱਗਣ ਲੱਗ ਜਾਂਦਾ ਗਾ। ਤੇ ਉਹਨਾਂ ਨੇ ਜਿਸ ਤਰ੍ਹਾਂ ਮੇਰਾ ਵੀਰ ਦੱਸ ਰਿਹਾ ਗਾ ਵੀ ਉਹਨਾਂ ਨੇ ਘਰ ਦੀ ਇਕੱਲੀ ਇੱਟ ਵੇਚਤੀ ਹੈ। ਆਪਾਂ ਕਹਿੰਦੇ ਸੁਣਦੇ ਹੀ ਆ ਵੀ ਘਰ ਨਸ਼ਿਆਂ ਦੇ ਵਿੱਚ ਘਰ ਬਰਬਾਦ ਹੋ ਜਾਂਦੇ ਆ, ਪਰ ਉਸ ਬੰਦੇ ਨੇ ਖੁਦ ਆਪਦੇ ਹੱਥੀਂ ਮਤਲਬ ਕਿ ਘਰ ਦੀ ਇਕੱਲੀ ਇੱਟ ਵੇਚਦੀ ਆ। ਤਾਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਕਿੰਨੀ ਮਤਲਬ ਕਿ ਬੁਰਾਈ ਆ, ਕਿੰਨਾ ਮਤਲਬ ਕਿ ਨੁਕਸਾਨ ਆਪਣਾ, ਤੁਹਾਨੂੰ ਇਸ ਚੀਜ਼ ਆਪਣੇ ਸਾਰੇ ਮਿੱਤਰਾਂ ਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਤੇ ਜਲਦੀ ਤੋਂ ਜਲਦੀ ਇਸ ਨਸ਼ੇ ਦੇ ਵਿੱਚੋਂ ਨਿਕਲਣ ਦੀ ਲੋੜ ਆ। ਤੇ ਵੀਰ ਨੂੰ ਅੱਗੇ ਪੁੱਛਦੇ ਆ ਵੀ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਨਸ਼ਾ ਛੱਡਿਆ, ਹਨਾ, ਉਹ ਆਪਣੀ ਗੱਲ ਵਿੱਚ ਰਹਿ ਗਈ ਸੀ, ਤੇ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਨਸ਼ਾ ਛੱਡਣ ਲਈ ਕੋਸ਼ਿਸ਼ ਲਈ ਕੀ ਕੀਤਾ? ਹਾਂਜੀ ਬਾਈ ਜੀ, ਇੱਕ ਤਾਂ ਮੈਂ ਨਾ ਦਵਾਈ ਸੀ ਉਹ 40 ਦਿਨਾਂ ਦਾ ਸੀ ਕੋਰਸ, ਵੀ ਹਰਬਲ ਸੀਗੀ ਪ੍ਰੋਡਕਟ, ਕੋਈ ਅੰਗਰੇਜ਼ੀ ਦਵਾਈ ਨਹੀਂ ਸੀਗੀ ਉਹ। ਤੇ ਇੱਕ ਮੈਂ ਬਾਈ 40 ਦਿਨ ਉਹ ਜਿਹੜਾ ਕਮਰੇ 'ਚ ਮੈਂ ਰਹਿ ਸੀਗਾ ਉਸ 'ਚ ਹੀ ਰਿਹਾ, ਮੈਂ ਅਟੈਚ ਸੀਗਾ ਲਾ ਲਓ, ਹਨਾ, ਵੀ ਉਸ ਅਟੈਚਮੈਂਟ ਵੀ ਸੀ ਉੱਥੇ ਜ਼ਿਆਦਾ, ਕਿਉਂਕਿ ਪਾਪਾ ਵੀ ਉੱਥੇ ਰਹਿੰਦੇ ਸੀ। ਉਹ ਚੀਜ਼ ਮੈਨੂੰ ਥੋੜਾ ਜਿਹਾ ਵੀ ਹੌਸਲਾ ਦਿੰਦੀ ਸੀ ਇੱਕ ਤਾਂ, ਤੇ ਉੱਥੇ ਰਿਹਾ ਵੱਧ ਤੋਂ ਵੱਧ ਬਾਥਰੂਮ ਕਰਨ, ਹਨਾ, ਵੀ ਨਹਾਉਣ ਜਾਂਦਾ ਵੀ ਬਾਹਰ ਜੇ ਜਾਂਦਾ ਤਾਂ ਬਾਥਰੂਮ ਨਾਲ ਸੀ ਕਮਰੇ ਦੇ। ਤੇ ਫਿਰ ਬਾਈ ਜੀ ਇੱਕ ਬਾਈ ਹਰਦੀਪ ਗਰੇਵਾਲਾ ਸਿੰਗਰ ਆ ਨਾ, ਉਹਨਾਂ ਦੇ ਮੋਟੀਵੇਸ਼ਨਲ ਸੌਂਗ ਬਹੁਤ ਆਏ, ਜਿਵੇਂ ਆ ਜਾ ਜ਼ਿੰਦਗੀ, ਤੇਰੇ ਨਾਲ ਮੱਥਾ ਲਾਉਣਾ। ਉਹ ਕੁਦਰਤੀ ਨਾ ਮੈਂ ਫੇਸਬੁੱਕ ਦੇਖ ਰਿਹਾ ਸੀਗਾ, ਕਿਉਂਕਿ ਮੈਂ ਫੋਨ ਤਾਂ ਤੁਹਾਨੂੰ ਮੈਂ ਵੇਚਤਾ ਸੀਗਾ ਆਪਦਾ, ਉਹ ਵਾਈਫ ਕੋਲੇ ਜਿਹੜਾ ਘਰੇ ਫੋਨ ਸੀਗਾ ਉਹ, ਤੇ ਉਹ ਫੋਨ ਤੇ ਜਦੋਂ ਮੈਂ ਫੇਸਬੁੱਕ ਦੇਖ ਉਹਨਾਂ ਸੌਂਗ ਕੁਦਰਤੀ ਅੱਗੇ ਆ ਗਿਆ, ਆ ਜਾ ਜ਼ਿੰਦਗੀ, ਕਿਸੇ ਨੇ ਸ਼ੇਅਰ ਕੀਤਾ ਸੀ। ਮੈਂ ਬਾਈ ਜੀ ਹੈੱਡਫੋਨ ਲਾ ਲੈਂਦਾ ਸੀ, ਫਿਰ ਉਹ ਫੋਨ ਮੈਂ ਇਕੱਲਾ ਜਦੋਂ ਕੋਲੇ ਹੁੰਦਾ ਉਦੋਂ ਨਹੀਂ ਰੱਖਦਾ ਸੀ, ਜਦੋਂ ਮੇਰੀ ਵਾਈਫ ਮੇਰੇ ਕੋਲ ਹੁੰਦੀ ਸੀ ਮੈਂ ਉਦੋਂ, ਕਿਉਂਕਿ ਪਾਸਵਰਡ ਮੈਂ ਉਹਨੂੰ ਕਹਿਤਾ ਸੀ ਵੀ ਲੌਕ ਲਾ ਦੇ ਇੱਥੇ, ਕਿਉਂਕਿ ਮਨ ਭਟਕਦਾ ਜਿੱਥੋਂ ਦਾ ਟਾਈਮ ਹੋਇਆ, ਕਿਉਂਕਿ ਆਪਣੇ ਭਾਵੇਂ ਨੰਬਰ ਬਦਲ ਦਈਏ, ਭਾਵੇਂ ਫੋਨ ਸਿੱਟ ਦਈਏ, ਨੰਬਰ ਆਪਣੇ ਮੂੰਹ ਜ਼ਬਾਨੀ ਯਾਦ ਹੁੰਦੇ ਕਈਆਂ ਦੇ, ਗਲਤ ਬੰਦਿਆਂ ਦੇ, ਵੀ ਤੂੰ ਮੈਨੂੰ ਪਾਸਵਰਡ ਨਹੀਂ ਦੱਸਣਾ ਇਹਦਾ, ਜਦੋਂ ਕੋਲੇ ਹੋਏਗੀ ਉਦੋਂ ਮੈਨੂੰ ਖੋਲ ਕੇ ਦੇ ਦੀ, ਮੈਂ ਕੋਈ ਦੇਖਣਾ ਹੋਇਆ ਤਾਂ ਕੁਛ ਕੋਈ ਟਾਈਮ ਪਾਸ ਵਾਸਤੇ। ਤੇ ਜਦੋਂ ਕੋਲੇ ਹੁੰਦੇ ਸੀਗੇ ਤਾਂ ਮੈਂ ਕੰਨਾਂ 'ਚ ਹੈੱਡਫੋਨ ਲਾ ਕੇ ਉਹ ਸਾਊਂਡ ਸੁਣਦਾ ਸੀ ਉਹਨਾਂ ਦਾ। ਮੇਨ ਜਿਹੜਾ ਮਤਲਬ ਕਿ ਪਹਿਲਾਂ ਤਾਂ ਤੁਸੀਂ ਨਸ਼ਾ ਛੱਡਣ ਲਈ ਮੈਡੀਕਲ ਯੂਜ਼ ਕੀਤਾ, ਹੈ ਨਾ, ਵੀ ਮੈਡੀਕਲੀ ਹੈਲਪ ਲਈ ਡਾਕਟਰਾਂ ਦੀ, ਤੇ ਫਿਰ ਤੁਸੀਂ ਮਤਲਬ ਕਿ ਆਪਣੇ ਆਪ ਨੂੰ ਵੀ ਚੁਭਣ ਦੇ ਲਈ ਜਾਂ ਆਪਣੇ ਆਪ ਨੂੰ ਅਹਿਸਾਸ ਕਰਾਉਣ ਦੇ ਲਈ ਆਪਣਾ ਫਾਦਰ ਦਾ ਜਿਹੜਾ ਰੂਮ ਚੂਜ਼ ਕੀਤਾ, ਹੈ ਨਾ, ਵੀ ਕਿਤੇ ਨਾ ਕਿਤੇ ਮੈਨੂੰ ਅਹਿਸਾਸ ਹੁੰਦਾ ਰਹੇ ਵੀ ਮੈਂ ਆਪਦੇ ਫਾਦਰ ਦੇ ਕਿਤੇ ਨਾ ਕਿਤੇ ਵੀ ਮੈਂ ਦੋਸ਼ੀ ਮੈਂ ਆ, ਹੈ ਨਾ, ਕਿਤੇ ਨਾ ਕਿਤੇ ਮੈਂ ਆਪਦੇ ਫਾਦਰ ਦਾ। ਤੇ ਤੀਸਰਾ ਜਿਹੜਾ ਮਤਲਬ ਕਿ ਜਦੋਂ ਆਪਾਂ, ਹੈ ਨਾ, ਕਿਸੇ ਰਾਹ ਤੇ ਤੁਰ ਲਈਏ ਜਾਂ ਕਿਸੇ ਕਦਮ ਪੁੱਟ ਲਈ ਤਾਂ ਆਪਾਂ ਨੂੰ ਰਾਹ ਆਪਣੇ ਆਪ ਮਿਲਣੇ ਸਟਾਰਟ ਹੋ ਜਾਂਦੇ ਆ, ਤਾਂ ਆਪਾਂ ਨੂੰ ਉਹੋ ਜਿਹੇ ਲੋਕ ਜਾਂ ਉਹੋ ਜਿਹੀਆਂ ਚੀਜ਼ਾਂ ਮਿਲਣੀਆਂ ਸਟਾਰਟ ਹੋ ਜਾਂਦੀਆਂ, ਤੁਹਾਨੂੰ ਮਤਲਬ ਕਿ ਉਹੋ ਜਿਹੇ ਮੋਟੀਵੇਸ਼ਨਲ ਗਾਣੇ ਮਿਲਣੇ ਸਟਾਰਟ ਹੋ ਗਏ, ਹੈ ਨਾ। ਤਾਂ ਕਿਤੇ ਨਾ ਕਿਤੇ ਮਤਲਬ ਕਿ ਜਦੋਂ ਆਪਾਂ ਚਾਹੁੰਦੇ ਆ, ਹੈ ਨਾ, ਕਿਸੇ ਦੇ ਕਹਿਣ ਵਾਂਗੂ ਵੀ ਜਦੋਂ ਆਪਾਂ ਸ਼ਿੱਦਤ ਨਾਲ ਚਾਹੁੰਦੇ ਆ ਤਾਂ ਸਾਰੀ ਕੁਦਰਤ ਕਾਇਨਾਤ ਆਪਣੇ ਨਾਲ ਹੋ ਜਾਂਦੀ ਹੈ, ਤਾਂ ਉਹ ਕਾਇਨਾਤ ਦੀ ਤਰ੍ਹਾਂ ਕੋਈ ਨਾ ਕੋਈ ਮਤਲਬ ਕਿ ਬਹਾਨਾ ਆਪਾਂ ਨੂੰ ਮਿਲਦੇ, ਜਿਹੜਾ ਆਪਣਾ ਸਾਥ ਮਿਲੇ। ਤੇ ਇਸ ਤੋਂ ਬਾਅਦ ਮਤਲਬ ਕਿ ਤੁਸੀਂ ਹੋਰ ਫਿਰ ਇਸ ਕਮਰੇ ਦੇ ਵਿੱਚ ਰਹੇ, ਕਿੰਨੇ ਦਿਨ ਰਹੇ, ਹੈ ਨਾ? ਮੈਂ 40 ਦਿਨ ਤੁਹਾਨੂੰ ਦੱਸਿਆ ਵੀ 40 ਦਿਨਾਂ ਦੀ ਦਵਾਈ ਸੀ। 40 ਦਿਨ ਤਾਂ ਬਾਈ ਜੀ ਮੈਂ ਜਮਾਂ ਕੁਛ ਨਹੀਂ, ਕੰਮ ਨਹੀਂ ਕੀਤਾ, ਪਿਆ ਰਿਹਾ, ਤੇ ਔਕੜ ਬਹੁਤ ਆਈ, ਮਨ ਭਟਕਦਾ ਸੀਗਾ ਵੀ ਮੈਂ, ਕਿਉਂਕਿ 10-15 ਦਿਨ ਇਹ ਚੀਜ਼ ਹੋਈ ਵੀ ਮੈਂ ਨਸ਼ਾ ਕਰਨ ਜਾਵਾਂ, ਤੇ ਉਹ ਮੇਰੀ ਮਿਸਿਸ ਨੇ ਮੈਨੂੰ ਆਖਿਆ ਜਦੋਂ ਤੇਰਾ ਨਸ਼ਾ ਕਰਨ ਨੂੰ ਦਿਲ ਕਰੇ ਮੈਨੂੰ ਦੱਸੇ। ਤੇ ਮੈਂ ਜਦੋਂ ਦਿਲ ਕਰਦਾ ਸੀ, ਮੇਰਾ ਭਟਕਦਾ ਸੀ ਵੀ ਮੈਂ ਨਸ਼ਾ ਕਰਨਾ, ਦੱਸਦਾ ਸੀ,
ਉਹ ਮੈਨੂੰ ਕਦੇ ਬਦਾਮ ਦੇ ਦਿੰਦੇ, ਅੱਛਾ ਅੱਛਾ ਕਦੇ ਕੋਈ ਫਰੂਟ ਕੱਟ ਕੇ ਲਿਆ ਦਿੰਦੇ, ਕਦੇ ਜੂਸ, ਕਦੇ ਦੁੱਧ, ਦਹੀਂ, ਲੱਸੀ। ਇਦਾਂ ਉਹਨਾਂ ਨੇ ਵੀ ਮਾੜੇ ਪਾਸਿਓਂ ਮੈਨੂੰ ਖੁਰਾਕ ਵਾਲੇ ਪਾਸੇ ਮੂਵ ਕਰਤਾ। ਹਾਂਜੀ, ਤੁਹਾਡੇ ਸਰੀਰ ਦੇ ਵਿੱਚ ਹੋਰ ਮਤਲਬ ਕਿ ਕਿਵੇਂ ਨਾ ਕਿਵੇਂ ਤਾਕਤ ਆਵੇ, ਤਾਕਤ ਆਵੇ। ਤਾਕਤਾਂ ਚੀਜ਼ਾਂ ਖਵਾਈਆਂ। ਡੇਲੀ ਮਤਲਬ ਕਿ ਜਿਹੜੀ ਰੂਟੀਨ ਸੀਗਾ ਤੁਹਾਡੀ ਡਾਈਟ ਦਾ, ਮਤਲਬ ਕਿ ਤੁਹਾਡੇ ਖਾਣੇ ਦਾ, ਉਹ ਵੀ ਡਾਕਟਰ ਨੇ ਦੱਸਿਆ ਸੀ ਜਾਂ ਮਤਲਬ ਕਿ ਤੁਹਾਡੇ ਮਤਲਬ ਕਿ ਫੈਮਿਲੀ ਖੁਦ ਹੀ ਮਤਲਬ ਕਿ ਤਾਕਤ ਵਾਲੀਆਂ ਚੀਜ਼ਾਂ ਖਵਾਉਣੀਆਂ ਨਾਲ ਸਟਾਰਟ ਕਰਤੀਆਂ ਸੀ? ਉਹ ਨਾ ਜੀ ਜਿਹੜੀ ਦਵਾਈ ਲੈਂਦਾ ਸੀ ਨਾ ਮੈਂ, ਉਹ ਸਿਰਫ ਦੁੱਧ, ਦਹੀਂ ਤੇ ਲੱਸੀ ਨਾਲ ਲਈ ਜਾਂਦੀ ਸੀ। ਅੱਛਾ ਅੱਛਾ, ਹੋਰ ਪਾਣੀ ਨਾਲ ਨਹੀਂ ਲਈ ਜਾਂਦੀ ਸੀ। ਉਹ ਡਾਕਟਰ ਨੇ ਦੱਸੀ ਸੀ, ਉਹ ਤਾਂ ਚੀਜ਼ ਹੋ ਗਈ ਹੈ ਨਾ ਜੀ। ਉਹਦੇ ਨਾਲ ਹੀ ਦੇਖੋ ਤੁਸੀਂ ਕਿੰਨੀ ਤਾਕਤ ਹੁੰਦੀ ਉਹਨਾਂ ਚੀਜ਼ਾਂ 'ਚ। ਤੇ ਬਾਕੀ ਮੈਂ ਕਿਉਂਕਿ ਖੇਡਦਾ ਕਰਕੇ ਥੋੜਾ ਜਿਹਾ ਮੈਨੂੰ ਆਪ ਨੂੰ ਵੀ ਪਤਾ ਸੀ ਡਾਈਟ ਦਾ ਵੀ ਕਿੱਦਾਂ ਕਿਵੇਂ ਲੈਣੀ ਆ। ਉਹ ਮੈਂ ਹੌਲੀ ਹੌਲੀ ਇੱਕੋ ਦਮ ਨਹੀਂ ਮੈਂ ਵਧਾਈ, ਕਿਉਂਕਿ ਨਸ਼ਾ ਕਰ ਲਿਵਰ ਮਿਹਦੇ ਕਮਜ਼ੋਰ ਹੋ ਜਾਂਦੇ, ਪਚਦਾ ਨਹੀਂ ਛੇਤੀ। ਹੌਲੀ 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 ਆਪਦੀ ਖੁਰਾਕ ਮੈਂ ਵਧਾਉਂਦਾ ਗਿਆ ਜੀ, ਡਾਈਟ ਵਧਾਉਂਦਾ ਗਿਆ। ਇੱਦਾਂ ਸੀ। ਹਾਂਜੀ, ਮਤਲਬ ਕਿ ਪਹਿਲਾਂ ਜਿਵੇਂ ਇਹੋ ਜਿਹੀਆਂ ਚੀਜ਼ਾਂ ਖਾਧੀਆਂ, ਜਿਵੇਂ ਦਲੀਆ ਹੋਇਆ ਜਾਂ ਕੋਈ ਹੋਰ ਦਾਲ ਹੋਈ, ਹਾਂਜੀ ਹਾਂਜੀ, ਤੇ ਨਾਲ ਕੋਈ ਤਾਕਤ ਦੀਆਂ ਚੀਜ਼ਾਂ ਖਾਧੀਆਂ ਪੀਤੀਆਂ, ਉਹਦੇ ਨਾਲ ਮਤਲਬ ਕਿ ਸਰੀਰ ਨੂੰ ਹੋਰ ਸਟਰੋਂਗ ਹੋ ਗਏ ਪਹਿਲਾਂ। ਹਾਂਜੀ, ਤਾਂ ਮੈਂ ਉਸ ਦਿਨ ਦੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਤੁਸੀਂ 40 ਦਿਨਾਂ ਬਾਅਦ ਜਾਂ ਕਿੰਨੇ ਵੀ ਦਿਨਾਂ ਬਾਅਦ ਤੁਸੀਂ ਕਮਰੇ ਤੋਂ ਬਾਹਰ ਆਏ, ਹਾਂਜੀ, ਜਦੋਂ ਇੱਕ ਕਮਰੇ ਤੋਂ ਬਾਹਰ ਨਿਕਲੇ ਤਾਂ ਤੁਹਾਨੂੰ ਕੀ ਮਹਿਸੂਸ ਹੋਇਆ? ਮਹਿਸੂਸ ਬਾਈ ਜੀ ਆਏ ਆ, ਤੁਹਾਨੂੰ ਮੈਂ ਦੱਸਦਾ। ਪਹਿਲਾਂ ਜਦੋਂ ਨਸ਼ਾ ਕਰਦੇ ਸੀ, ਉਹ ਚੀਜ਼ਾਂ ਮੇਰੇ ਵਾਸਤੇ ਸੁਪਨਾ ਜਿਹਾ ਸੀਗੀਆਂ, ਵੀ ਜਿਵੇਂ ਸੁਪਨਾ ਜਿਹਾ ਦੇਖ ਰਹੇ ਆ। ਪਰ ਜਦੋਂ ਮੈਂ ਉਦੋਂ ਰਿਐਲਿਟੀ ਨੂੰ ਅਸਲ 'ਚ ਜਿਵੇਂ ਆਪਾਂ ਕਹਿ ਦਿੰਦੇ ਆ, ਉਦੋਂ ਮੈਂ ਸੂਰਜ ਨੂੰ ਐ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ, ਜਿਵੇਂ ਆਪਾਂ ਕਹਿੰਦੇ ਚੜ੍ਹਦੇ ਸੂਰਜ, ਉਦੋਂ ਸਹੀ ਦੇਖਿਆ ਮੈਂ ਵੀ ਐਂ ਚੜ੍ਹਦਾ ਸੂਰਜ, ਨਹੀਂ ਤਾਂ ਕਦੇ ਦੇਖਿਆ ਨਹੀਂ ਸੀ ਬਾਈ। ਕਿਉਂਕਿ ਰਾਤ ਨੂੰ ਲੇਟ ਆਈਦਾ ਸੀ, ਨਸ਼ਾ ਕੀਤਾ, ਤੜਕੇ ਲੇਟ ਉੱਠੀਦਾ ਸੀ ਬਾਈ ਜੀ। ਮਤਲਬ ਕਿ ਇੱਕ ਸੁਪਨੇ ਦੀ ਤਰ੍ਹਾਂ, ਜਿੰਨਾ ਟਾਈਮ ਨਸ਼ਾ ਕੀਤਾ ਇੱਕ ਸੁਪਨੇ ਦੀ ਤਰ੍ਹਾਂ ਬੀਤੀ ਤੁਹਾਡੀ ਜ਼ਿੰਦਗੀ। ਜਵਾਨੀ ਮੇਰੀ ਬਾਈ ਜੀ ਐਂ ਬੀਤੀ ਹੈ, ਸੁਪਨੇ 'ਚ ਹੀ ਬੀਤੀ ਹੈ। ਮੈਂ ਆਪਦੀ ਹੰਡਾਈ ਨਹੀਂ ਜਵਾਨੀ, ਜਿਵੇਂ ਆਪਾਂ ਕਹਿੰਦੇ ਵੀ ਜਵਾਨੀ 'ਚ ਆਪਾਂ ਆਹ ਕਰ ਦਈਏ ਉਹ ਕਰ ਦਈਏ, ਨਾ, ਸਿਰਫ ਨਸ਼ਾ ਹੀ ਕੀਤਾ ਜੀ। ਹੋਰ ਮਤਲਬ ਕਿ ਜਿਸ ਟਾਈਮ ਤੁਹਾਡੇ ਕੋਲ ਬਣਨ ਦਾ ਮੌਕਾ ਸੀ ਨਾ, ਕੁਛ ਕਿਤੇ ਮਤਲਬ ਕਿ ਆਪਣੇ ਆਪ ਨੂੰ ਕਰਕੇ ਦਿਖਾਉਣ ਦਾ ਮੌਕਾ ਸੀ ਜਾਂ ਆਪਣੇ ਘਰਦਿਆਂ ਨੂੰ ਕਰਕੇ ਦਿਖਾਉਣ ਦਾ ਮੌਕਾ ਸੀ, ਉਸ ਟਾਈਮ ਆਪਾਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਆਪਾਂ ਪੂਰੀ ਤਰ੍ਹਾਂ ਭਟਕ ਗਏ। ਆਪਣੇ ਮਾਂ-ਬਾਪ ਨੂੰ ਪੂਰੀ ਤਰ੍ਹਾਂ ਮਤਲਬ ਕਿ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਕਈ ਵੱਡੀਆਂ ਵੱਡੀਆਂ ਘਟਨਾਵਾਂ ਹੋਈਆਂ। ਤਾਂ ਇਸ ਤੋਂ ਬਾਅਦ ਮਤਲਬ ਕਿ ਤੁਸੀਂ ਫਿਰ ਕੀ ਨਿਰਣਾ ਲਿਆ? ਮਤਲਬ ਕਿ ਇੱਕ ਬੰਦਾ ਮਹੀਨਾ ਨਸ਼ਾ ਛੱਡ ਲੈਂਦਾ, ਕਈ ਵਾਰੀ ਬੰਦਾ 2 ਮਹੀਨੇ ਨਸ਼ਾ ਛੱਡ ਲੈਂਦਾ, ਤੇ ਫਿਰ ਵੀ ਬੰਦਾ ਕਿਤੇ ਨਾ ਕਿਤੇ ਜਾ ਕੇ ਲੱਗ ਜਾਂਦਾ ਨਸ਼ੇ 'ਚ, ਬਾਹਰ ਜਾਂਦਾ, ਉਹੀ ਦੋਸਤ ਮਿੱਤਰ ਮਿਲਣੇ ਸਟਾਰਟ ਹੋ ਜਾਂਦੇ ਆ। ਦੋਸਤ ਮਿੱਤਰ ਦਾ ਕਾਹਦੇ ਮਤਲਬ ਕਿ ਸਾਡੇ ਨਸ਼ੇ ਲਾਉਂਦੇ ਆ, ਉਹ ਦੋਸਤ ਮਿੱਤਰ ਤਾਂ ਨਹੀਂ ਆਪਾਂ ਕਹਿਣ ਦੇ ਕਾਬਿਲ ਹੈ, ਪਰ ਫਿਰ ਵੀ ਉਹ ਮਿਲਣੇ ਸਟਾਰਟ ਹੋ ਜਾਂਦੇ ਆ। ਇਹਨਾਂ ਚੀਜ਼ਾਂ ਤੋਂ ਮਤਲਬ ਕਿ ਤੁਸੀਂ ਕਿਵੇਂ ਬਚੇ? ਮੈਂ ਤੁਹਾਨੂੰ ਦੱਸਦਾ ਬਾਈ ਜੀ, ਮੈਂ ਜਦੋਂ ਵੀ 40 ਦਿਨ ਹੋ ਗਏ ਹਨਾ ਜੀ, ਮੈਂ ਥੋੜਾ ਥੋੜਾ ਘਰ ਦਾ ਕੰਮ ਕਰਨ ਸਟਾਰਟ ਕਰਤਾ। ਜਿਵੇਂ ਪਹਿਲੀ ਤਾਂ ਜ਼ਮੀਨ ਤਾਂ ਮੇਰੀ ਠੇਕੇ ਤੇ ਹੁੰਦੀ ਹੈ ਜੀ, ਚਾਚਾ ਜੀ ਕੋਲ ਹੀ ਹੁੰਦੀ ਹੈ ਆਪਣੀ, ਤੇ ਉੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਉੱਥੋਂ ਕੰਮ ਦੀ ਮੋਟੀਵੇਸ਼ਨ ਜਿੱਥੋਂ ਮਿਲੀ, ਘਰੇ ਹੀ ਸੀ ਸਾਰਾ ਕੁਝ, ਪਰ ਮੈਂ ਬਾਹਰ ਲੱਭਦਾ ਹੁੰਦਾ ਚੀਜ਼ਾਂ। ਮੇਰੇ ਚਾਚਾ ਜੀ ਇੱਕ ਦਿਨ ਨਾ, ਜਿਹੜੇ ਵਿਚਾਲੜੇ ਚਾਚਾ ਜੀ ਜਿਹੜੇ, ਉਹਨਾਂ ਦੀ ਬਾਂਹ ਕੱਟੀ ਹੋਈ, ਉਹਨਾਂ ਨੂੰ ਕਰੰਟ ਲੱਗ ਗਿਆ ਸੀ ਇੱਥੋਂ। ਅੱਛਾ, ਤੇ ਪਰ ਕੰਮ ਉਹ ਕਰਦੇ ਸੀ 2 ਬੰਦਿਆਂ ਜਿੰਨਾ, ਵੀ ਇੱਕ ਹੱਥ ਨਾਲ ਕਈ ਚਲਾਉਣੀ ਜਾਂ ਟਰੈਕਟਰ ਚਲਾਉਣਾ, ਮੋਟਰਸਾਈਕਲ ਚਲਾਉਣਾ, ਸਾਰਾ ਦਿਨ ਤੁਰੇ ਫਿਰਦੇ ਕੰਮ ਕਰਦੇ ਸੀ ਉਹ ਇੱਕ ਬਾਂਹ ਨਾਲ ਹੀ। ਕੁਦਰਤੀ ਮੇਰੇ ਦਿਮਾਗ 'ਚ ਆਈ ਵੀ ਮੈਂ ਕਿਹਾ ਵੀ ਚਾਚਾ ਜੀ ਇੱਕ ਬਾਂਹ ਨਾਲ ਕੰਮ ਕਰ ਸਕਦੇ, ਵੀ ਪਤੰਦਰਾ ਤੂੰ ਤਾਂ ਸਾਰਾ ਸਹੀ ਸਲਾਮਤ, ਤੂੰ ਵੀ ਕਰ ਕੁਛ। ਤੇ ਮੈਂ ਉਹਨਾਂ ਨਾਲ ਹੱਥ ਵਟਾਉਣ ਲੱਗ ਗਿਆ ਉਹ ਚੀਜ਼ ਕੰਮ 'ਚ, ਤੇ ਪੱਠੇ ਵੱਢ ਲਿਆਂਦੇ ਜਾਂ ਕੋਈ ਹੋਰ ਖੇਤ ਕੰਮ ਆ, ਵੱਟਾਂ ਕੱਢਣੀਆਂ ਜਾਂ ਇੱਦਾਂ ਦਾ ਕੋਈ ਪਾਣੀ ਦੀ ਵਾਰੀ ਨਾਲ ਜਾਣ ਲੱਗ ਗਿਆ, ਕਿਉਂਕਿ ਉਦੋਂ ਬਿਜੀ ਰੱਖਣ ਲੱਗ ਗਿਆ ਆਪਣੇ ਆਪ ਨੂੰ। ਇੱਕ ਮੈਂ ਫੋਨ ਨਹੀਂ ਲਿਆ, ਮੈਂ ਫੋਨ ਮੈਨੂੰ ਮਹੀਨਾ ਹੋਇਆ ਹੁਣ ਲਈ ਨੂੰ, ਮਹੀਨਾ ਜਾਂ 1.5 ਮਹੀਨਾ ਹੋਇਆ ਹੋਊਗਾ ਬਾਈ ਜੀ ਫੋਨ ਲਈ ਨੂੰ ਮੈਨੂੰ। ਮੈਂ ਫੋਨ ਨਹੀਂ ਰੱਖਿਆ ਸੀ ਇੱਕ ਆਪਦੇ ਕੋਲੇ ਬਾਈ। ਮੇਨ ਮਤਲਬ ਕਿ ਇਹੀ ਮੁੱਦਾ ਜਿੱਥੇ ਤੁਹਾਡੇ ਨੂੰ ਮਤਲਬ ਕਿ ਪੁਰਾਣੇ ਉਹ ਮਿਲਦੇ ਆ ਬੰਦੇ, ਜਿਨ੍ਹਾਂ ਕਰਕੇ ਤੁਸੀਂ ਨਸ਼ਾ ਕਰਦੇ ਰਹੇ ਜਾਂ ਨਸ਼ੇ ਵੇਚਦੇ ਰਹੇ, ਹਨਾ, ਤਾਂ ਮੇਨ ਤਾਂ ਇਹੀ ਹੈ ਮੇਰੇ ਖਿਆਲ ਸਭ ਨੂੰ ਪਹਿਲਾਂ ਤਾਂ ਆਪਦਾ ਫੋਨ ਕੱਟ ਆਫ ਕਰ ਲੈਣਾ ਚਾਹੀਦਾ, ਫੋਨ ਨੂੰ ਸੈੱਟ ਹੀ ਦੇਣਾ ਚਾਹੀਦਾ। ਹਾਂਜੀ, ਕਿਉਂਕਿ ਇਹੀ ਇੱਕ ਜ਼ਰੀਆ ਹੈਗਾ ਜਿੱਥੇ ਤੁਹਾਡੇ ਨਾਲ ਉਹੀ ਪੁਰਾਣਾ ਜਿਹੜਾ ਬੀਤਿਆ ਹੋਇਆ ਸਮਾਂ ਗਾ, ਬੁਰਾ ਸਮਾਂ ਗਾ, ਉਹਦੇ ਲੋਕ ਫਿਰ ਤੁਹਾਡੇ ਨਾਲ ਜੁੜ ਜਾਂਦੇ ਆ, ਬਾਈ। ਹਾਂਜੀ। ਮੈਂ ਪੁੱਛਣਾ ਚਾਹੁੰਦਾ ਵੀ ਉਦੋਂ ਬਾਅਦ ਮਤਲਬ ਕਿ ਜਦੋਂ ਤੁਸੀਂ ਨਸ਼ਾ ਛੱਡਤਾ, ਖੇਤੀਬਾੜੀ ਦੇ ਕੰਮ 'ਚ ਪੈ ਗਏ ਜਾਂ ਨਾਲ ਮਦਦ ਕਰਾਉਣ ਲੱਗ ਗਏ, ਵੀ ਤੁਸੀਂ ਉਸੇ ਕੰਮ 'ਚ ਰੁਝਾਨ ਵੱਧ ਗਿਆ ਜਾਂ ਤੁਹਾਡਾ ਕੋਈ ਹੋਰ ਵੀ ਏਮ ਬਣਿਆ ਵੀ ਮੈਨੂੰ ਆਹ ਕਰਨਾ ਚਾਹੀਦਾ ਜਾਂ ਉਹ ਕਰਨਾ? ਕੋਈ ਦਿਲ 'ਚ ਰੀਝਾਂ ਰਹਿ ਜਾਂਦੀ ਹਨਾ ਵੀ ਮੈਂ ਜਵਾਨੀ ਵੇਲੇ ਆਹ ਨਹੀਂ ਕੀਤਾ, ਮੈਂ ਹੁਣ ਸ਼ਾਇਦ ਕਰਕੇ ਦੇਖ ਲਾਂ, ਕਿਉਂਕਿ ਉਮਰ ਤਾਂ ਜਸਟ ਇੱਕ ਨੰਬਰ ਆ ਹਨਾ, ਵੀ ਕਦੋਂ ਵੀ ਆਪਾਂ ਕੁਛ ਵੀ ਕਰ ਸਕਦੇ ਹਾਂ। ਤਾਂ ਤੁਹਾਡੇ ਦਿਮਾਗ 'ਚ ਕੋਈ ਇੱਦਾਂ ਦਾ ਏਮ ਆਇਆ ਜਾਂ ਤੁਹਾਡਾ ਕੋਈ ਏਮ ਹੈ ਹੁਣ? ਹਾਂਜੀ ਬਾਈ ਜੀ, ਮੈਂ ਤੁਹਾਨੂੰ ਦੱਸਦਾ ਨਾ, ਮੈਂ ਤਾਂ ਕੰਮ ਕਰਕੇ ਬਸ ਕੰਮ ਖੇਤੋਂ ਘਰੇ ਇੱਦਾਂ ਦਾ ਬਿਜੀ ਕਰ ਲਈ ਸੀ ਲਾਈਫ। ਤੇ ਮੈਂ ਜਦੋਂ ਬਾਈ ਸੁਖਵੀਰ ਦੀ ਇੰਟਰਵਿਊ ਆਈ ਜਦੋਂ ਚੈਨਲ ਤੇ ਕਿਤੇ, ਤੇ ਮੈਂ ਬਾਈ ਜੀ ਉਹ ਦੇਖੀ ਹਨਾ, ਤੇ ਮੈਂ ਜਦੋਂ ਸਾਰੀ ਇੰਟਰਵਿਊ ਦੇਖੀ, ਬਾਈ ਜਿਵੇਂ ਜਿਮ ਲਾਉਂਦੇ ਆ, ਬੋਡੀ ਬਿਲਡਿੰਗ ਦਾ ਉਹਨਾਂ ਨੂੰ ਸ਼ੌਂਕ ਆ,
ਤੇ ਮੈਨੂੰ ਵੀ ਹੋਇਆ ਜਿਵੇਂ ਬਾਈ ਦੀ ਏਜ ਵੀ 40 ਪਲੱਸ ਆ ਹਨਾ। ਹਾਂਜੀ ਹਾਂਜੀ ਤੇ ਮੈਨੂੰ ਹੋਇਆ ਬਾਈ ਜਦੋਂ ਇੰਨੀ ਏਜ ਚਾਹ ਕਰ ਸਕਦੇ ਆ ਤੇ ਮੈਨੂੰ ਹਜੇ ਕੀ ਹੋਇਆ। ਹਾਂਜੀ ਤੇ ਜਿਵੇਂ ਬਾਈ ਦੇ ਇਦਾਂ ਸੱਟਾਂ ਲੱਗੀਆਂ ਸੀ ਹਨਾ, ਜਿਵੇਂ ਉਹਨਾਂ ਨੇ ਦੱਸਿਆ ਵੀ ਲੱਤ ਵੀ ਟੁੱਟੀ ਹੈ, ਬਾਂਹ ਵੀ, ਤੇ ਵੀ ਮੈਂ ਤਾਂ ਸਹੀ ਸਲਾਮਤ ਆ ਵੀ ਮੈਂ ਵੀ ਕੁਝ ਕਰ ਸਕਦਾ। ਫਿਰ ਮੈਂ ਉਹਦੇ ਉਹ ਕ੍ਰਿਕਟ ਵਾਲੇ ਨੂੰ, ਕ੍ਰਿਕਟ ਜਿਹੜੀ ਖੇਡਦਾ ਉਹ ਸ਼ੌਂਕ ਨੂੰ ਫਿਰ ਜਗਾਇਆ ਬਾਈ ਜੀ। ਮੈਂ ਦੁਬਾਰੇ ਫਿਰ ਤੁਸੀਂ ਮਤਲਬ ਕਿ ਉਧਰ ਨੂੰ ਆਪਦਾ ਰੁਝਾਨ ਕੀਤਾ। ਹਾਂਜੀ ਹਾਂਜੀ ਬਾਈ ਜੀ, ਕ੍ਰਿਕਟ ਵਾਲੇ ਪਾਸੇ ਫਿਰ ਆਪਦਾ ਏਮ ਮਿੱਥਿਆ ਵੀ ਮੈਂ ਵੀ ਕ੍ਰਿਕਟ ਖੇਡੂੰਗਾ ਫਿਰ, ਤੇ ਉਹ 'ਚ ਪੂਰਾ 100% ਆਪਦਾ ਹੋ ਕੇ ਦਿਖਾਊਂਗਾ, ਕਰਕੇ ਦਿਖਾਊਂਗਾ ਕੁਝ। ਹਾਂਜੀ। ਤੇ ਹੁਣ ਤੁਸੀਂ ਮਤਲਬ ਕਿ ਕੋਈ ਮੈਚ ਖੇਡਣ ਜਾਂਦੇ ਹੋ ਜਾਂ ਇਕੱਲਾ ਆਪਦੇ ਸ਼ੌਂਕੀਏ ਤੌਰ ਤੇ ਜਾਂਦੇ ਹੋ? ਨਹੀਂ ਨਹੀਂ ਬਾਈ ਜੀ, ਮੈਂ ਮੈਚ ਖੇਡਣ ਜਾਂਦਾ ਬਾਈ ਜੀ। ਹਾਂਜੀ ਹਾਂਜੀ। ਜਿੱਥੇ ਵੀ ਕਈ ਹੁਣ ਲੀਗਾਂ ਚੱਲ ਰਹੀਆਂ ਜਿਵੇਂ ਹੁੰਦੇ ਆ ਅੱਡੋ ਅੱਡ ਪਿੰਡਾਂ ਦੇ ਖਿਡਾਰੀ, ਇੱਕ ਟੀਮ ਬਣਦੀ ਆ, ਤੇ ਪਹਿਲਾਂ ਮੈਂ ਆਉਂਦਾ ਸੀ 6ਵੇਂ 7ਵੇਂ ਨੰਬਰ ਤੇ ਮੇਰੀ ਬੈਟਿੰਗ ਆਉਂਦੀ ਹੁੰਦੀ ਸੀ। ਤੇ ਹੁਣ ਮਿਹਨਤ ਬਾਈ ਇੰਨੀ ਲਾਈ ਹੈ ਨਾ, ਓਪਨਰ ਤਾਂ ਬੈਟਿੰਗ ਕਰਦਾ ਬਾਈ ਜੀ। ਅੱਛਾ ਅੱਛਾ। ਤੇ ਪਹਿਲਾ ਜਾਂ ਦੂਜਾ ਓਵਰ ਹੁੰਦਾ ਮੇਰਾ ਜੀ। ਇੰਨੀ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਆ ਵੀ ਸੱਚੇ ਦਿਲੋਂ ਆਪਾਂ ਜਦੋਂ ਕੋਈ ਮਿਹਨਤ ਕਰਦੇ ਆ ਨਾ ਜੀ, ਤੇ ਪਰਮਾਤਮਾ ਹੀ ਫਿਰ ਕੁਝ ਨਹੀਂ ਲਗਾਉਂਦਾ ਬਾਈ ਜੀ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਕੋਈ ਵੀ ਸਮਾਂ ਇਹ ਨਹੀਂ ਹੁੰਦਾ ਵੀ ਸਾਥੋਂ ਖੁੰਝ ਗਿਆ ਜਾਂ ਸਾਥੋਂ ਨਿਕਲ ਗਿਆ। ਤੁਸੀਂ ਕਿਸੇ ਵੀ ਟਾਈਮ ਕਿਸੇ ਵੀ ਸਮੇਂ ਆਪਦੀ ਮਤਲਬ ਕਿ ਆਪਦੀ ਜ਼ਿੰਦਗੀ ਦੀ ਸ਼ੁਰੂਆਤ ਦੁਬਾਰਾ ਕਰ ਸਕਦੇ ਹੋ। ਕੋਈ ਇੱਦਾਂ ਨਹੀਂ ਹੁੰਦਾ ਵੀ ਮੈਨੂੰ ਹੁਣ ਤਾਂ ਇੰਨਾ ਸਮਾਂ ਚਲਿਆ ਗਿਆ ਵੀ ਮੈਂ ਹੁਣ ਕੀ ਕਰ ਸਕਦਾ ਗਾ। ਤਾਂ ਹਰ ਇੱਕ ਲਈ ਇੱਕ ਮੋਟੀਵੇਸ਼ਨਲ ਚੀਜ਼ ਆ, ਹਰ ਇੱਕ ਲਈ ਇੱਕ ਐਗਜ਼ਾਮਪਲ ਨੇ ਸਾਡੇ ਵੀਰ ਹੈ ਨਾ। ਅਤੇ ਸੁਖਵੀਰ ਬਾਈ ਜੀ ਉਹਨਾਂ ਨੇ ਮਤਲਬ ਕਿ 40 ਤੋਂ ਪਲੱਸ ਜਿੰਮ ਦੁਬਾਰੇ ਸਟਾਰਟ ਕੀਤੀ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵਾਲੀ ਵੀਡੀਓ 'ਚ ਦੇਖਿਆ ਉਹਨਾਂ ਦੀ ਕਿਸ ਤਰ੍ਹਾਂ ਬੋਡੀ ਬਣੀ ਹੋਈ ਆ ਹੈ ਨਾ। ਤਾਂ ਤੁਸੀਂ ਹਰ ਇੱਕ ਆਪਦੀ ਜ਼ਿੰਦਗੀ ਦੇ ਵਿੱਚ ਕਦੋਂ ਵੀ ਸ਼ੁਰੂਆਤ ਕਰ ਸਕਦੇ ਹੋ। ਤਾਂ ਉਸ ਤੋਂ ਮਤਲਬ ਕਿ ਤੁਸੀਂ ਦੱਸੋਗੇ ਫਿਰ ਬਾਈ ਨਾਲ ਜੁੜੇ ਕਿਵੇਂ? ਬਾਈ ਜੀ ਦਾ ਨੰਬਰ ਸੀਗਾ ਉਹ ਚੈਨਲ ਨੇ ਅੱਛਾ ਅੱਛਾ ਦਿੱਤਾ, ਬਾਈ ਜੀ ਬੋਲੇ ਸੀਗੇ, ਤੇ ਮੈਂ ਉਹ ਨੰਬਰ ਤੇ ਬਾਈ ਨੂੰ ਜਦੋਂ ਕਾਲ ਕੀਤੀ ਸਾਡਾ ਰਾਬਤਾ ਕਾਇਮ ਹੋਇਆ ਬਾਈ ਨਾਲ। ਹਾਂਜੀ ਹਾਂਜੀ। ਤੇ ਫਿਰ ਬਾਈ ਜੀ ਨੇ ਮੈਨੂੰ ਦੱਸਿਆ ਵੀ ਮੈਂ ਇੱਕ ਗਰੁੱਪ ਬਣਾਇਆ ਇੱਦਾਂ ਨਸ਼ਾ ਛੱਡੋ ਕੋਡ ਵੱਡੋ, ਹਾਂਜੀ ਤੇ ਮੈਂ ਤੁਹਾਨੂੰ ਉਹ ਚੈਟ ਕਰਦਾ। ਮੈਂ ਕਿਹਾ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ਾ ਛੱਡੋ ਕੋਡ ਵੱਡੋ, ਉਹ ਚੀਜ਼। ਹਾਂਜੀ, ਵੀ ਕਿਸੇ ਨਾ ਕਿਸੇ ਆਪਣੇ ਜਿਹੜੇ ਪੰਜਾਬ ਦੇ ਨਸ਼ੇ ਦੇ ਵਿੱਚ ਗਰਕੇ ਹੋਏ ਆ ਆਪਣੇ ਨੌਜਵਾਨ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ। ਹਾਂਜੀ। ਤੇ ਫਿਰ ਬਾਈ ਜੀ ਨੇ ਮੈਨੂੰ ਉਹ ਗਰੁੱਪ 'ਚ ਐਡ ਕੀਤਾ ਜੀ, ਨਸ਼ਾ ਛੱਡੋ ਕੋਡ ਵੱਡੋ। ਉਸ ਗਰੁੱਪ ਦੇ ਵਿੱਚ ਮਤਲਬ ਕਿ ਤੁਸੀਂ ਕੀ ਇਹੋ ਜਿਹੀ ਚੀਜ਼ ਸੀ ਜਿਹੜੀ ਮਤਲਬ ਕਿ ਕਰਦੇ ਸੀ? ਉਹ ਗਰੁੱਪ 'ਚ ਬਾਈ ਜੀ ਐਡ ਹੁੰਦੇ ਨਾ ਜਦੋਂ, ਵੀ ਸਭ ਤੋਂ ਪਹਿਲਾਂ ਆਪਾਂ ਵੀ ਜਿਹੜਾ ਨਵੇਂ ਬੰਦੇ ਨੂੰ ਵੀ ਐਡ ਕਰਕੇ, ਜਦੋਂ ਮੈਂ ਵੀ ਐਡ ਆ, ਬਾਈ ਨੇ ਇਹ ਚੀਜ਼ ਦੱਸੀ ਸੀ ਵੀ ਇਹ ਗਰੁੱਪ ਨਾਲ ਜਦੋਂ ਅਟੈਚ ਹੋ ਗਿਆ ਆਪਾਂ, ਨਸ਼ਾ ਤਾਂ ਛੱਡਣਾ ਹੀ ਛੱਡਣਾ, ਚੋਰੀ, ਠੱਗੀ, ਝੂਠ ਤੇ ਗੁੱਸਾ, ਇਹ ਚੀਜ਼ਾਂ ਵੀ ਤਿਆਗੋ ਜੀ ਨਸ਼ੇ ਦੇ ਨਾਲ ਨਾਲ। ਹਾਂਜੀ, ਮਤਲਬ ਇੱਕ ਮੋਟੀਵੇਸ਼ਨ ਕਰਦੇ ਸੀ ਕਿਸ ਤਰ੍ਹਾਂ ਆਪਾਂ ਆਪਦੀਆਂ ਉਹਨਾਂ ਚੀਜ਼ਾਂ ਤੇ ਕਾਬੂ ਪਾ ਸਕਦੇ, ਗੁੱਸੇ ਤੇ ਕਾਬੂ ਪਾਉਣਾ ਸਕੇ ਹੈ ਨਾ, ਆਪਣੇ ਲਾਲਚ ਜਾਂ ਕੋਈ ਚੋਰੀ ਤੇ ਜਿਹੜੀਆਂ ਆਪਣੀਆਂ ਬੁਰੀਆਂ ਆਦਤਾਂ ਨੇ ਉਹਨਾਂ ਤੋਂ ਕਿਵੇਂ ਮਤਲਬ ਕਿ ਕਾਬੂ ਪਾਉਣਾ ਸਿੱਖੇ। ਹਾਂਜੀ, ਕਿਸੇ ਦੀ ਕੋਈ ਬੁਰੀ ਆਦਤ ਹੁੰਦੀ ਆ, ਹਾਂਜੀ ਹਾਂਜੀ, ਉਹ ਚੀਜ਼ਾਂ ਤੇ ਕਾਬੂ ਪਾਉਣਾ। ਤੇ ਉਸ ਗਰੁੱਪ 'ਚ ਬਾਈ ਜੀ ਇੱਕ ਹੋਰ ਚੀਜ਼ ਆ ਵੀ ਹਰੇਕ ਗਰੁੱਪ ਮੈਂਬਰ ਆ ਜਿਹੜਾ ਦਿਨ 'ਚ ਜੋ ਵੀ ਉਹਦੇ ਨਾਲ ਕੋਈ ਹੋਇਆ ਜਾਂ ਕੁਛ ਸਿੱਖਿਆ ਜਾਂ ਕੋਈ ਗਲਤੀ ਹੋਈ ਆ, ਸ਼ਾਮ ਨੂੰ ਉਹ ਗਰੁੱਪ 'ਚ ਸ਼ੇਅਰ ਕਰਦਾ ਬਾਈ ਜੀ। ਜੋ ਵੀ ਮਤਲਬ ਕਿ ਕਿਸੇ ਬੰਦੇ ਨਾਲ ਘਟਨਾ ਹੁੰਦੀ ਆ, ਹਾਂਜੀ, ਉਹ ਉਸ ਗਰੁੱਪ ਦੇ ਵਿੱਚ ਸ਼ੇਅਰ ਹੁੰਦੀ ਹੈ ਸ਼ਾਮ ਨੂੰ। ਹਾਂਜੀ, ਮਤਲਬ ਇਹ ਘਟਨਾ ਉਹ ਇਸ ਤਰ੍ਹਾਂ ਕਿਸੇ ਨਸ਼ੇੜੀ ਬੰਦੇ ਦੀ ਹੁੰਦੀ, ਮੈਂ ਜੇ ਨਸ਼ਾ ਕੀਤਾ ਜਾਂ ਉੱਦਾਂ ਹੁੰਦਾ ਮੈਂ ਅੱਜ ਇਸ ਚੀਜ਼ ਤੋਂ ਬਚਿਆ ਜਾਂ ਕੀ ਕੀਤਾ। ਹਾਂਜੀ, ਬਚਿਆ ਵੀ ਲਾ ਲਓ ਵੀ ਇਹ ਚੀਜ਼ ਤੋਂ ਮੈਂ ਬਚਿਆ, ਵੀ ਕੋਈ ਮੈਨੂੰ ਕੋਈ ਪੁਰਾਣਾ ਕੋਈ ਸੱਜਣ ਮਿੱਤਰ ਮਿਲ ਗਿਆ ਸੀਗਾ, ਉਹਨੇ ਮੈਨੂੰ ਜ਼ੋਰ ਲਾਇਆ ਪਰ ਮੈਂ ਉਹ ਚੀਜ਼ ਨਹੀਂ ਗਿਆ ਨੀਗਾ। ਤੇ ਜਾਂ ਲਾ ਲਓ ਵੀ ਕੋਈ ਸਿੱਖਣ ਨੂੰ ਕਿਸੇ ਤੋਂ ਮਿਲਿਆ ਮੈਨੂੰ, ਵੀ ਕੋਈ ਬੰਦਾ ਹੀ ਜਿਹੜਾ ਟੱਕਰਿਆ, ਉਹਨੇ ਮੈਨੂੰ ਗੱਲਾਂ ਜਿਹੜੀਆਂ ਸਿਖਾਈਆਂ, ਉਹ ਮੈਂ ਗਰੁੱਪ 'ਚ ਸ਼ੇਅਰ ਕੀਤੀਆਂ ਆ ਕੇ। ਇਹ ਚੀਜ਼ਾਂ ਜੀ, ਮਤਲਬ ਕਿ ਆਪਾਂ ਜਿੰਨਾ ਮਰਜ਼ੀ ਜ਼ਿੰਦਗੀ ਦੇ ਵਿੱਚ ਜ਼ੋਰ ਲਾਈਏ ਹੈ ਨਾ, ਵੀ ਹਰ ਟਾਈਮ ਮੋਟੀਵੇਸ਼ਨਲ ਰਹਿਣਾ। ਹਾਂਜੀ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਦੂਸਰੇ ਲੋਕਾਂ ਦੀ ਵੀ ਐਗਜ਼ਾਮਪਲ ਦੀ ਲੋੜ ਪੈਂਦੀ ਆ। ਤਾਂ ਮੇਰੇ ਖਿਆਲ ਇਹ ਬਹੁਤ ਹੀ ਵਧੀਆ ਗਰੁੱਪ ਆ ਜਿਹਦੇ ਵਿੱਚ ਮਤਲਬ ਕਿ ਹਰ ਬੰਦੇ ਨਾਲ ਨਵੀਂ ਘਟਨਾ ਹੁੰਦੀ ਆ, ਕੋਈ ਨਵੀਂ ਸਿੱਖਿਆ ਮਿਲਦੀ ਆ ਹੈ ਨਾ, ਨਵੀਂ ਕਹਾਣੀ ਮਿਲਦੀ ਆ। ਹਰ ਟਾਈਮ ਆਪਣੇ ਆਪ ਦੇ ਵਿੱਚ ਆਪਾਂ ਜੋਸ਼ ਭਰ ਕੇ ਰੱਖਦੇ ਵੀ ਹਾਂ ਮੈਂ ਵੀ ਇਹਨਾਂ ਵਾਂਗੂ ਬਚਿਆ ਇਹਨਾਂ ਚੀਜ਼ਾਂ ਤੇ ਹੈ ਨਾ, ਵੀ ਹੋਰ ਬੰਦੇ ਬਚ ਰਹੇ ਆ ਇਹਨਾਂ ਚੀਜ਼ਾਂ ਤੋਂ, ਜਾਂ ਜਵਾਨੀ ਆਪਣੇ ਪੰਜਾਬ ਦੀ ਨਿਕਲ ਰਹੀ ਹੈ ਨਸ਼ਿਆਂ ਤੋਂ ਬਾਹਰ। ਤਾਂ ਇਸ ਤਰ੍ਹਾਂ ਮਤਲਬ ਕਿ ਤੁਸੀਂ ਇਸ ਗਰੁੱਪ ਨਾਲ ਵੀ ਜੁੜੇ ਹੋਏ ਹੋ, ਤੇ ਅੱਗੇ ਤੁਸੀਂ ਵੀ ਕੋਈ ਉਦਮ ਕਰਦੇ ਮਤਲਬ ਕਿ ਲੋਕਾਂ ਨੂੰ, ਹੋਰਾਂ ਨੂੰ ਮਤਲਬ ਕਿ ਇਸ ਲਈ ਸਮਝਾਉਂਦੇ ਹੋ ਵੀ ਹਾਂ ਨਸ਼ੇ 'ਚੋਂ ਛੱਡੋ ਜਾਂ? ਹਾਂਜੀ ਬਾਈ ਜੀ, ਪਹਿਲਾਂ ਤਾਂ ਮੈਂ ਨਾ ਕਿਉਂਕਿ ਜਦੋਂ ਪ੍ਰੈਕਟਿਸ ਬਾਈ ਦੀ ਵੀਡੀਓ ਦੇਖੀ, ਮੈਂ ਸੁਬਾਹ ਅਗਲੇ ਦਿਨ ਹੀ ਪ੍ਰੈਕਟਿਸ ਲਾਉਣ ਉੱਠਿਆ, ਪ੍ਰੈਕਟਿਸ ਲਾਉਣ ਵਾਸਤੇ। ਮੇਰੇ ਤੋਂ ਮੇਰਾ ਖੇਤ ਆ ਜਿਹੜਾ 2-2.5 ਕਿਲੋਮੀਟਰ ਹੈ। ਪਹਿਲਾਂ ਤਾਂ ਤੁਰ ਕੇ ਜਾਂਦਾ ਹੁੰਦਾ ਸੀਗਾ 2-4 ਦਿਨ, ਫਿਰ ਹੌਲੀ ਹੌਲੀ ਜੋਗਿੰਗ ਕਰਕੇ ਜਾਣ ਲੱਗਿਆ। 10-15 ਦਿਨ ਤਾਂ ਮੈਂ ਬਾਈ ਜੀ ਇਕੱਲਾ ਜਾਂਦਾ ਰਿਹਾ। ਫਿਰ ਹੌਲੀ ਹੌਲੀ ਦੇਖ ਕੇ ਜਦੋਂ ਵੀ ਕੁਛ ਮੇਰੇ ਛੋਟੇ ਭਰਾ ਜਿਹੜੇ ਉੱਥੇ ਪਿੰਡ 'ਚ ਸੀਗੇ, ਉਹਨਾਂ ਨੂੰ ਪਤਾ ਲੱਗਿਆ ਵੀ ਇਕੱਲਾ ਮਿਹਨਤ ਲਾਉਣ ਜਾਂਦਾ, ਤੇ ਉਹ ਮੇਰੇ ਨਾਲ ਜੁੜਦੇ ਗਏ ਬਾਈ ਜੀ। 1-2-3 ਐ ਹੁੰਦੇ ਹੁਣ ਮੇਰੇ ਨਾਲ ਵੀ ਬਾਈ ਜੀ 17-18 ਮੁੰਡੇ ਆ, ਵਿੱਚ ਬੱਚੇ ਵੀ ਆ ਛੋਟੇ। ਕਿੱਥੇ ਬਾਈ ਜੀ ਪਹਿਲਾਂ ਮੇਰੇ ਤੋਂ ਨਫ਼ਰਤ ਕਰਦੇ ਹੁੰਦੇ ਸੀਗੇ, ਵੀ ਮੂੰਹ ਪਾਸੇ ਕਰ ਲੈਂਦੇ ਸੀ ਵੀ ਪਵਿੱਤਰ ਆਉਂਦਾ, ਜਾਂ ਆਪਦੇ ਬੱਚਿਆਂ ਨੂੰ ਦੂਰ ਕਰ ਲੈਂਦੇ ਸੀ ਵੀ ਇਹ ਪਵਿੱਤਰ ਤੁਹਾਨੂੰ ਨਸ਼ੇ ਤੇ ਲਾਊਗਾ, ਇਹਦੇ ਕੋਲ ਨਹੀਂ ਖੜਨਾ। ਕੁੱਟਦੇ ਵੀ ਸੀ ਆਪਦੇ ਜਵਾਕਾਂ ਨੂੰ ਵੀ ਉਹਦੇ ਕੋਲ ਤੂੰ ਕਾਹਤੋਂ ਖੜਾ।
ਮੇਰੇ ਖਿਆਲ ਇਹ ਪੰਜਾਬ ਦਾ ਆਪਣਾ ਸ਼ਾਇਦ ਪਹਿਲਾ ਹੀ ਪਿੰਡ ਹੋਊਗਾ ਜਿੱਥੇ ਮਤਲਬ ਕਿ ਤੁਹਾਡਾ ਸਾਥ ਦਿੱਤਾ ਗਿਆ। ਹਾਂਜੀ, ਪਿੰਡ ਨੇ ਬਹੁਤ ਸਾਥ ਦਿੱਤਾ ਬਾਈ ਜੀ। ਸਾਰੇ ਪਿੰਡ ਦਾ ਮੈਂ ਇਸ ਗੱਲੋਂ ਬਹੁਤ ਧੰਨਵਾਦ ਕਰਦਾ। ਜਦੋਂ ਮੈਂ ਸਹੀ ਹੋਇਆ ਉਹਨਾਂ ਨੇ ਆਪਦੇ ਮੈਨੂੰ ਇੱਕ ਤਰ੍ਹਾਂ ਦਾ ਹੌਸਲਾ ਦਿੱਤਾ ਵੀ ਪੁੱਤ ਤੂੰ ਹੁਣ ਸਹੀ ਆ ਤੇ ਸਾਡੇ ਬੱਚਿਆਂ ਨੂੰ ਨਾਲ ਜਾਇਆ ਕਰ। ਕਿਉਂਕਿ ਸਾਰੇ ਦੇਖੋ ਜੀ 13 ਤੋਂ ਲੈ ਕੇ 20-21 ਸਾਲ ਦੇ ਵਿੱਚ ਆ ਸਾਰੇ, ਤੇ ਇਹੀ ਥੋੜਾ ਜਿਹਾ ਟਾਈਮ ਹੁੰਦਾ ਜਿੱਥੇ ਵੀ ਬੱਚੇ ਦਾ ਪੈਰ ਫਿਸਲਦਾ, ਉਹਨੂੰ ਪਤਾ ਨਹੀਂ ਲੱਗਦਾ ਵੀ ਸਹੀ ਕੀ ਹੈ ਤੇ ਗਲਤ ਕੀ ਹੈ, ਇਹ ਚੀਜ਼ਾਂ ਦਾ ਜੀ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਕੋਈ ਵੀ ਆਪਣੇ ਪਿੰਡ ਜਿਹੜਾ ਗਾ ਆਪਣਾ ਮੋਗੇ ਦੇ ਵਿੱਚ ਪੈਂਦਾ ਗਾ, ਪਿੰਡ ਖਿੜਕੀਆਂ ਮੁਕਤਸਰ ਦੇ ਵਿੱਚ, ਤੇ ਤੁਸੀਂ ਕੋਈ ਵੀ ਆਪਣਾ ਉੱਥੋਂ ਦਾ ਰਿਸ਼ਤੇਦਾਰ ਕੋਈ ਵੀ ਪਤਾ ਕਰਨਾ ਚਾਹਣਾ ਤਾਂ ਆਪਣੇ ਵੀਰ ਬਾਰੇ ਪਤਾ ਕਰ ਸਕਦਾ। ਇਹ ਨਹੀਂ ਗਾ ਵੀ ਅਸੀਂ ਇੱਥੇ ਬੈਠੇ ਹਾਂ ਜਾਂ ਕੋਈ ਝੂਠ ਬੋਲ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਹਾਂ, ਤੇ ਹਰ ਇੱਕ ਦੇ ਲਿੰਕ ਹੁੰਦੇ, ਹਰ ਇੱਕ ਪਿੰਡ ਨਾਲ ਕਿਤੇ ਨਾ ਕਿਤੇ, ਤਾਂ ਤੁਸੀਂ ਕਿਤੇ ਵੀ ਬੇਝਿਜਕ ਇਹਨਾਂ ਬਾਰੇ ਪਤਾ ਕਰ ਸਕਦੇ ਹੋ ਹਨਾ, ਵੀ ਕਿਸ ਤਰ੍ਹਾਂ ਇਹਨਾਂ ਨੇ ਨਸ਼ਾ ਛੱਡਿਆ ਜਾਂ ਇਹ ਅੱਜ ਨਸ਼ਾ ਛੱਡ ਚੁੱਕੇ ਆ ਜਾਂ ਉਦਾਂ ਹੀ ਮਤਲਬ ਕਿ ਇੱਥੇ ਫੇਮ ਦੇ ਲਈ ਬੈਠੇ ਆ। ਸਾਡਾ ਕੰਮ ਆ ਇੱਥੇ ਕਿਸੇ ਨੂੰ ਫੇਮ ਦੇਣਾ ਜਾਂ ਕਿਸੇ ਦੀ ਫੇਮ ਦੇ ਲਈ ਨਹੀਂ ਆ। ਸਾਡਾ ਮਕਸਦ ਇਹੀ ਆ ਵੀ ਨਸ਼ੇ ਦੇ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਕੱਢਿਆ ਜਾਵੇ ਸਾਰਿਆਂ ਨੂੰ ਬਾਹਰ। ਤਾਂ ਮਤਲਬ ਕਿ ਤੁਸੀਂ ਪਹਿਲੇ ਦਿਨ ਸਟਾਰਟ ਕੀਤੀ, ਪਹਿਲੇ ਦਿਨ ਮੇਰੇ ਖਿਆਲ ਉੱਥੇ ਗਰਾਊਂਡ ਤੱਕ ਜਾਣਾ ਜਾਂ ਕਿਤੇ ਵੀ ਜਾਣਾ ਤੁਹਾਡਾ ਮਤਲਬ ਕਿ ਪਹਿਲਾਂ ਬਹੁਤ ਮੁਸ਼ਕਲ ਲੱਗਦਾ ਹੋਊਗਾ। ਮੁਸ਼ਕਲ ਹਾਂਜੀ ਆਉਂਦੀ ਹੈ ਜੀ, ਮੁਸ਼ਕਲਾਂ ਤਾਂ ਆਉਂਦੀਆਂ ਕਿਉਂਕਿ ਇੰਨਾ ਟਾਈਮ ਸਰੀਰ ਦੇ ਵਿੱਚ ਕੀ ਕੁਛ ਹੰਡਾਇਆ ਆਪਾਂ ਜੀ, ਭੰਨਿਆ ਇੱਕ ਹਿਸਾਬ ਦਾ, ਤੋੜਿਆ ਸਰੀਰ ਪਿਆ ਸੀਗਾ, ਬਹੁਤ ਕਮਜ਼ੋਰੀ ਆ ਜਾਂਦੀ ਸੀ ਬਾਈ ਜੀ। ਤੇ ਪਰ ਉਹ ਚੀਜ਼ ਨੂੰ ਮੈਂ ਥੋੜਾ ਜਿਹਾ ਪੋਜ਼ਿਟਿਵ ਲਈ, ਉਹ ਚੀਜ਼ ਪੋਜ਼ਿਟਿਵ ਐ ਲਈ ਬਾਈ ਜੀ, ਵੀ ਮੈਂ ਸੋਚਿਆ ਵੀ ਮਨਾ ਜਦੋਂ ਤੂੰ ਜਿਹੜੀ ਚੀਜ਼ ਤੋਂ ਤੂੰ ਬਚ ਨਹੀਂ ਸਕਦਾ ਸੀਗਾ ਵੀ ਤੈਨੂੰ ਐਸੀ ਨਸ਼ਾ ਛੱਡਤਾ ਤਾਂ ਮੈਂ ਮਰ ਜੂ, ਜਦੋਂ ਉਹ ਛੁੱਟ ਗਈ ਤੇ ਆ ਲੱਤਾਂ ਬਾਹਾਂ ਦੁਖਣਾ ਕਿੱਡੀ ਕੀ ਚੀਜ਼ ਹੈ ਵੀ ਇਹ ਤੇਰੇ ਵਾਸਤੇ ਕੋਈ ਵੱਡੀ ਚੀਜ਼ ਨਹੀਂ, ਸਹਿਜ ਹੈ ਵੀ ਪੀੜ, ਕੁਛ ਨਹੀਂ ਹੁੰਦਾਗਾ ਜਦੋਂ ਉਹ ਚੀਜ਼ ਤੂੰ ਛੱਡਤੀ ਆ। ਉਹ ਚੀਜ਼ ਨੂੰ ਮੈਂ ਪੋਜ਼ਿਟਿਵ ਲਿਆ ਬਾਈ। 2 ਵੇ ਹੁੰਦੇ ਆ ਹਰੇਕ ਚੀਜ਼ ਦੇ। ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੋਈ ਗੱਲ ਦੇ, ਜਿਵੇਂ ਕਿਸੇ ਨੇ ਮੈਨੂੰ ਕਹਿਤਾ ਵੀ ਨਸ਼ੇੜੀ ਕਹਿਤਾ ਮੈਨੂੰ, 2 ਮੇਰੇ ਕੋਲੇ ਆਪਸ਼ਨ ਆ, ਜਾਂ ਤਾਂ ਮੈਂ ਫੜ ਕੇ ਡਾਂਗ ਉਹਦਾ ਸਿਰ ਪਾੜੂੰਗਾ, ਲੜੂੰਗਾ ਉਹਦੇ ਨਾਲ, ਮੰਨ ਲਓ ਗਾਲੀ ਗਲੋਚ ਕਰੂੰਗਾ, ਤੇ ਜਾਂ ਉਹ ਚੀਜ਼ ਨੂੰ ਪੋਜ਼ਿਟਿਵ ਲਾਉਂਗਾ ਵੀ ਮੈਂ ਇਹਨੂੰ ਅਮਲੀ ਦਾ ਆਪਦੇ ਤੋਂ ਧੱਗਾ ਨਸ਼ੇੜੀ ਦਾ ਧੱਬਾ ਹਟਾਊਂਗਾ, ਸਹੀ ਬਣ ਕੇ ਦਿਖਾਊਂਗਾ, ਲਾ ਕੇ ਦਿਖਾਊਂਗਾ। ਹਾਂਜੀ ਬਾਈ, ਤੇ ਮੈਂ ਇਹ ਚੀਜ਼ ਸਮਝਦਾ ਵੀ 2 ਪਹਿਲੂ ਹੁੰਦੇ ਆ, ਨੈਗੇਟਿਵ ਤੇ ਪੋਜ਼ਿਟਿਵ। ਹਮੇਸ਼ਾ ਪੋਜ਼ਿਟਿਵ ਲੈ ਕੇ ਚੱਲੋ, ਕਿਸੇ ਨਾਲ ਕੋਈ ਬਹਿਸ ਕੋਈ ਕਰਨ ਦੀ ਲੋੜ ਹੀ ਨਹੀਂ ਬਾਈ ਜੀ। ਆਪਦਾ ਚੁੱਪ ਕਰਕੇ ਤੁਹਾਡੀ ਮਿਹਨਤ ਬੋਲੇ, ਚੁੱਪ ਕਰਕੇ ਸੱਚੇ ਦਿਲੋਂ ਮਿਹਨਤ ਕਰੋ ਤੇ ਮਿਹਨਤ ਨਾਲ ਜਵਾਬ ਦਿਓ, ਕਿਸੇ ਨੂੰ ਜ਼ਬਾਨ ਨਾਲ ਨਾ ਦਿਓ ਬਾਈ। ਅਸਲੀ ਬੰਦਾ ਉਹੀ ਆ ਜੋ ਆਪਣੀ ਮਤਲਬ ਕਿ ਮਿਹਨਤ ਨਾਲ ਆਪਣਾ ਕੁਝ ਕਰਕੇ ਦਿਖਾਉਂਦਾ ਹਨਾ, ਤੇ ਜ਼ਬਾਨ ਨਾਲ ਮਤਲਬ ਕਿ ਜਿੰਨਾ ਆਪਾਂ ਜਵਾਬ ਦੇਣਾ ਚਾਹੋਗੇ ਉੱਥੇ ਤਾਂ ਲੜਾਈ ਝਗੜਾ ਜੀ। ਹਾਂਜੀ। ਉਧਰੋਂ ਕੋਈ ਲੋਕਾਂ ਨੂੰ ਕੁਝ ਨਾ ਕੁਝ ਕਰਕੇ ਦਿਖਾਓ, ਕੁਝ ਨਾ ਕੁਝ ਬਣ ਕੇ ਦਿਖਾਓ, ਤੇ ਇਸ ਤਰ੍ਹਾਂ ਮਤਲਬ ਕਿ ਤੁਹਾਡਾ ਜਿਹੜਾ ਜਦੋਂ ਗਰਾਊਂਡ ਦਾ ਰੁਝਾਨ ਹੋ ਗਿਆ ਹਨਾ, ਮਤਲਬ ਕਿ ਕ੍ਰਿਕਟ ਦੇ ਵਿੱਚ ਖੇਡਣ ਲੱਗ ਗਏ, ਤਾਂ ਅੱਜ ਤੁਸੀਂ ਮਤਲਬ ਕਿ ਕੀ ਫੀਲ ਕਰਦੇ ਹੋ, ਮਤਲਬ ਕਿ ਜਦੋਂ ਘਰੇ ਜਾਂਦੇ ਹੋ ਹਨਾ, ਜਾਂ ਆਪਣੀ ਬੇਟੀ ਨੂੰ ਮਿਲਦੇ ਹੋ, ਜਾਂ ਘਰ ਵਾਲੀ ਨੂੰ ਮਿਲਦੇ ਹੋ, ਜਾਂ ਮਾਂ ਨੂੰ ਮਿਲਦੇ ਹੋ, ਤਾਂ ਮੇਰੇ ਖਿਆਲ 'ਚ ਸਭ ਤੋਂ ਪਹਿਲਾਂ ਤਾਂ ਨਜ਼ਰਾਂ ਮਿਲਾ ਕੇ ਹੀ ਤੁਸੀਂ ਘਰੇ ਵੜਦੇ ਹੋਵੋਗੇ। ਹਾਂਜੀ ਬਾਈ ਜੀ, ਹਾਂਜੀ। ਇਹ ਤੁਹਾਨੂੰ ਮੈਂ ਦੱਸਦਾ ਵੀ ਅੱਗੇ ਦੇਖੋ ਵੀ ਰੋਟੀ ਮੈਂ ਨਸ਼ੇ 'ਚ ਹੁੰਦਾ ਸੀ, ਕਦੇ ਰੋਟੀ ਖਾਣੀ ਨਹੀਂ ਖਾਣੀ, ਹੁਣ ਸਾਰਾ ਪਰਿਵਾਰ ਬਾਈ ਜੀ ਇੱਕ ਥਾਂ ਬਹਿ ਕੇ ਰੋਟੀ ਖਾਂਦੇ, ਹਾਸਾ ਖੇਡਾ ਹੁੰਦਾ, ਉਧਰੋਂ ਚਾਚੇ ਚਾਚੀਆਂ ਵੀ ਆਪਣੇ ਘਰੇ ਆਉਂਦੇ ਜਾਂ ਅਸੀਂ ਉਧਰ ਚਲੇ ਜਾਂਦੇ, ਕਿਉਂਕਿ ਬਾਰੀਆਂ ਰੱਖੀਆਂ ਇੱਕ ਦੂਜੇ ਦੇ ਘਰਾਂ 'ਚ। ਸ਼ਾਮ ਨੂੰ ਸਾਡਾ ਅਕਸਰ ਹਾਸਾ ਠੱਠਾ ਚੱਲਦਾ ਰੋਜ਼। ਅੱਗੇ ਮੈਂ ਤਾਂ ਡੱਕ ਕੇ ਘਰੇ ਅੰਦਰ ਪਿਆ ਰਹਿੰਦੇ, ਉੱਪੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਸੀ ਘਰੇ ਬਾਈ ਜੀ। ਤੇ ਹੁਣ ਇੰਨਾ ਕੁ ਸਵਰਗ ਬਣਿਆ ਬਾਈ ਜੀ, ਤੇ ਵੀ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੁਣ ਆਇਆ ਜੀ। ਤੇ ਪਹਿਲਾਂ ਤਾਂ ਐਵੇਂ ਬਸ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਨੀਂਦ 'ਚ ਤੁਰੇ, ਜਾਗੇ ਹੀ ਨਹੀਂ ਗਏ। ਮੇਰੇ ਖਿਆਲ 'ਚ ਜਦੋਂ ਘਰੇ ਪਹੁੰਚਦੇ ਹੋਵੋਗੇ ਤੁਹਾਨੂੰ ਬੇਟੀ ਭੱਜ ਕੇ ਬੁਲਾਉਂਦੀ ਹੋਊ, ਤਾਂ ਉਹ ਅਹਿਸਾਸ ਮੇਰੇ ਖਿਆਲ ਇੱਕ ਆਮ ਬੰਦਾ ਹੀ ਮਹਿਸੂਸ ਕਰ ਸਕਦਾ ਗਾ, ਕੋਈ ਮੇਰੇ ਖਿਆਲ ਨਸ਼ੇ ਵਾਲਾ ਬੰਦਾ ਜਾਂ ਹੋਰ ਕੋਈ ਨਹੀਂ ਕਰ ਸਕਦਾ ਪਹਿਲਾਂ। ਕਿਉਂਕਿ ਉਹ ਕਈ ਵਾਰੀ ਫੋਨ ਨਾ ਵਿੱਚ ਜਦੋਂ ਮੈਂ ਜਾ ਵੜਦਾ ਸੀਗਾ ਬਾਹਰ ਅੰਦਰ ਕਿਤੇ, ਉਹ ਫੋਨ ਕਿਉਂਕਿ ਮੇਰੀ ਮਿਸਿਸ ਉਹਦੇ ਕੰਨ ਨੂੰ ਲਾ ਦਿੰਦੀ ਸੀ ਫੋਨ ਬੇਟੀ ਦੇ ਨੂੰ ਵੀ, ਪਾਪਾ ਕਿੱਥੇ ਹੋ, ਮੈਂ ਅੱਗੋਂ ਭੱਜ ਕੇ ਪੈਣਾ, ਕੀ ਗੱਲ ਆਉਣਾ ਮੈਂ। ਤੇ ਹੁਣ ਜਦੋਂ ਮੈਨੂੰ ਦੇਖ ਲੈਂਦੀ ਆ ਉਹ, ਤੇ ਪੂਰਾ ਚਾਅ ਚੜ ਜਾਂਦਾ, ਭੱਜ ਕੇ ਗੱਲ ਵੱਖਰੀ ਰੋਜ਼ ਆਉਂਗਾ ਇਹਦਾ। ਜਦੋਂ ਮੈਂ ਸੁਬਾਹ ਵੀ ਆਉਣਾ ਮਿਹਨਤ ਲਾ ਕੇ, ਉਦੋਂ ਵੀ ਡੈਡੂ ਆ ਜਾਓ, ਤੁਸੀਂ ਚਾਹ ਪੀ ਲਓ, ਬਿਸਕੁਟ ਖਾ ਲਓ, ਜਾਂ ਏਦਾਂ ਖਾਈ ਜਾਂਦੀ ਹੁੰਦੀ ਸੁਬਾਹ, ਤੇ ਜਾਂ ਸ਼ਾਮ ਨੂੰ ਵੀ ਡੈਡੂ ਆ ਜਾਓ ਰੋਟੀ ਖਾਈਏ ਆਪਾਂ। ਤੇ ਉਹ ਚੀਜ਼ ਦਾ ਫਰਕ ਪੈ ਗਿਆ। ਇੱਕ ਮੈਂ ਨਾ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਹੀ ਪਾਉਣਾ ਨਾ, ਪ੍ਰੈਕਟਿਸ ਲਾਉਂਦੇ ਦੀਆਂ ਸੁਬਾਹ ਖੇਤ 'ਚ, ਤੇ ਉਹ ਦੇਖਦੀ ਰਹਿੰਦੀ ਆ। ਉਹ ਦੇਖ ਕੇ ਉਹ ਕਦੇ ਤਾਂ ਹੁਣ ਡੰਡ ਲਾਉਣ ਲੱਗ ਜੂਗੀ, ਉਦਾਂ ਮੇਰੀ ਰੀਸ ਕਰਦੀ ਆ, ਕਦੇ ਯੋਗਾ ਤੇ ਕਦੇ ਕੋਈ ਜਿਵੇਂ ਛਾਲਾਂ ਲਾਉਣ ਲੱਗ ਗਈ, ਵੀ ਜਾਣੀ ਕਿ ਉਹ ਹੁਣ ਆਪਣੇ ਤੇ ਹੁੰਦਾ ਬਾਈ ਜੀ, ਆਪਣੇ ਬੱਚੇ ਨੂੰ ਆਪਾਂ ਕਿਹੜੀ ਲਾਈਨ ਤੇ ਜਿਹੜੀ ਚੀਜ਼ ਆਪਾਂ ਕਰਾਂਗੇ
ਉਹੀ ਸਾਡਾ ਉਹੀ ਆਪਣਾ ਆਪਣੇ ਬੱਚਾ। ਬੱਚੇ ਨੇ ਗਾਂ ਸਿੱਖਣੀ ਆ ਬਾਈ ਜੀ। ਮਤਲਬ ਕਿ ਕਿਤੇ ਨਾ ਕਿਤੇ ਬੱਚੇ ਨੂੰ ਵੀ ਮੇਰੇ ਖਿਆਲ ਅਹਿਸਾਸ ਹੋ ਗਿਆ ਸੀ ਵੀ ਸ਼ਾਇਦ ਮੇਰਾ ਡੈਡੀ ਹੈ ਜਿਹੜਾ ਹੁਣ ਸੁਧਰ ਚੁੱਕਿਆ ਹਾਂਜੀ ਜਾਂ ਬਹੁਤ ਵਧੀਆ ਲਾਈਨ ਤੇ ਪੈ ਚੁੱਕਿਆ। ਹਾਂਜੀ ਹਾਂਜੀ ਤੁਹਾਡੇ ਖੁਦ ਦੇ ਬੱਚੇ ਮਤਲਬ ਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਨਸ਼ੇ ਦੇ ਵਿੱਚ ਤੁਹਾਡੇ ਖੁਦ ਦੇ ਬੱਚੇ ਤੁਹਾਡੇ ਨਾਲ ਮੋਹ ਤੋੜ ਜਾਂਦੇ ਆ ਹਾਂਜੀ ਹਨਾ, ਕਿਤੇ ਨਾ ਕਿਤੇ ਤੁਹਾਡੇ ਨਾਲ ਨਫ਼ਰਤ ਕਰਨ ਲੱਗ ਜਾਂਦੇ ਆ ਹਾਂਜੀ। ਵੀ ਸ਼ਾਇਦ ਸਾਡੇ ਪਿਓ ਦੀ ਡਿਊਟੀ ਨਹੀਂ ਨਿਭਾ ਰਿਹਾ। ਡਿਊਟੀ ਨਹੀਂ ਨਿਭਾ ਰਿਹਾ ਜੀ, ਹਨਾ? ਡਰਨ ਲੱਗ ਜਾਂਦੇ ਹਾਂਜੀ, ਕਿਉਂਕਿ ਹਾਂਜੀ, ਪਹਿਲਾਂ ਆਏ ਸੀ ਜੇ ਮੈਂ ਘਰੇ ਆ ਕੇ ਮੜਾ ਜਿਹਾ ਬੁਲਾਉਂਦਾ ਵੀ ਤਾਂ ਉਹ ਜਾਨੀ ਜਿਵੇਂ ਆਪਾਂ ਕਹਿੰਦੇ ਬੱਚਾ ਕੰਬਣ ਨਹੀਂ ਡਰ ਜਾਂਦਾ, ਪਿੱਛੇ ਸਹਿਮ ਜਾਂਦਾ। ਉਹਦੀ ਮੰਮੀ ਦੀ ਬੁੱਕਲ ਜਾ ਕੇ ਐ ਹੋ ਜਾਂਦੀ ਸੀ ਵੀ ਕਿਉਂਕਿ ਮੈਂ ਘਰੇ ਕਲੇਸ਼ ਰਾਦੇ ਉੱਚੀ ਬੋਲਦਾ ਸੀ, ਉਹਦੇ ਦਿਮਾਗ 'ਚ ਪਹਿਲਾਂ ਇਹੀ ਡਰ ਬੈਠਾ ਸੀ ਵੀ ਡੈਡੀ ਆ ਗਿਆ ਹੁਣ ਉੱਚੀ ਬੋਲੂ ਜਾਂ ਮੇਰੀ ਮੰਮੀ ਨੂੰ ਬੋਲੂ ਜਾਂ ਆਪਦੀ ਵੀ ਦਾਦੀ ਨੂੰ ਕੁਝ ਕਹੂਗਾ ਮੇਰੀ ਨੂੰ, ਉਹ ਚੀਜ਼ ਸਹਿਮੀ ਪਈ ਸੀ ਉਹ। ਪਰ ਹੁਣ ਬਾਈ ਜੀ ਉਹੀ ਹਾਸਾ ਖੇਡਾ ਸਾਰਾ ਐ ਜਮਾਂ ਸਵਰਗ ਬਣਿਆ ਵੀ ਪ੍ਰਮਾਤਮਾ ਮੈਂ ਤਾਂ ਇਹੀ ਮੰਗਦਾ ਵੀ ਜਿਹੜੇ ਭਰਾ ਮੇਰੇ ਇਸ ਦਲਦਲ 'ਚ ਬਾਈ ਨਿਕਲੋ ਤੇ ਫਿਰ ਅਹਿਸਾਸ ਕਰਿਓ ਜੀ ਕਿੰਨਾ ਸਕੂਨ ਮਿਲਦਾ ਬਾਈ ਜੀ ਜ਼ਿੰਦਗੀ 'ਚ। ਹਾਂਜੀ ਬਾਈ, ਮਤਲਬ ਕਿ ਉਹ ਇੱਕ ਗਲਤ ਫਹਿਮੀ ਤੁਰੇ ਫਿਰਦੇ ਵੀ ਸਾਨੂੰ ਖਾਣੀ ਨਸ਼ੇ ਨਾਲ ਸਕੂਨ ਮਿਲ ਰਿਹਾ, ਨਸ਼ੇ ਨਾਲ ਖੁਸ਼ੀ ਮਿਲ ਰਹੀ ਆ, ਤਾਂ ਮੇਰੇ ਖਿਆਲ 'ਚ ਕਹਿਣਾ ਵੀ ਉਹ ਤੁਹਾਡੀ ਗਲਤ ਫਹਿਮੀ ਆ। ਅਸਲੀ ਜਿਹੜਾ ਸਕੂਨ ਆ, ਅਸਲੀ ਜਿਹੜਾ ਪਿਆਰ ਆ ਉਹ ਤੁਹਾਡੇ ਪਰਿਵਾਰ ਤੋਂ ਹੀ ਮਿਲ ਸਕਦਾ, ਕਿ ਕਿਸੇ ਯਾਰ ਦੋਸਤ ਤੋਂ ਨਹੀਂ ਮਿਲ ਸਕਦਾਗਾ। ਤਾਂ ਬਾਕੀ ਮੇਰਾ ਵੀਰ ਆ ਜਿਹੜਾ ਇਹ ਨਸ਼ੇ ਛੱਡੇ ਆ, ਇਹਨੇ ਕਿਸ ਤਰ੍ਹਾਂ ਤੁਹਾਡੇ ਨਾਲ ਬੀਤਿਆ ਹਨਾ, ਤੁਹਾਨੂੰ ਸਾਰੀ ਕਹਾਣੀ ਸੁਣਾ ਚੁੱਕਿਆ। ਜੇ ਤੁਹਾਡੇ ਦੇ ਵਿੱਚ ਵੀ ਕੋਈ ਨਸ਼ੇ ਛੱਡਣਾ ਚਾਹੁੰਦਾਗਾ ਜਾਂ ਕਿਸੇ ਤਰ੍ਹਾਂ ਦੀ ਮਦਦ ਲੈਣਾ ਚਾਹੁੰਦਾਗਾ ਤਾਂ ਸਾਡਾ ਸੁਖਵੀਰ ਸਿੱਧੂ ਵੀਰ, ਉਹਦਾ ਨੰਬਰ ਤੁਹਾਨੂੰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ। ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਉਹਨਾਂ ਨਾਲ ਕਨੈਕਟ ਕਰ ਸਕਦੇ ਹੋ। ਉਹਨਾਂ ਨੂੰ ਤੁਸੀਂ ਫੋਨ ਕਰਨਾ ਤਾਂ ਮੇਰੀ ਇਹੀ ਬੇਨਤੀ ਹੈ ਵੀ ਸ਼ਾਇਦ ਐਤਵਾਰ ਵਾਲੇ ਦਿਨ ਤੁਸੀਂ ਫੋਨ ਕਰੋ, ਕਿਉਂਕਿ ਉਹ ਉਸ ਦਿਨ ਵਿਹਲੇ ਹੁੰਦੇ ਆ। ਉਸ ਦਿਨ ਵੀ ਉਹਨਾਂ ਕੋਲ ਟਾਈਮ ਹੁੰਦਾ ਗਾ, ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਆ। ਅਤੇ ਬਾਕੀ ਮੈਂ ਜਾਂਦੇ ਹੋਏ ਆਪਣੇ ਵੀਰ ਨੂੰ ਕੁਛ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕੋਈ ਮੈਸੇਜ ਤੁਹਾਨੂੰ ਦੇਣਾ ਚਾਹੁੰਦੇ ਆ ਤਾਂ ਤੁਸੀਂ ਕੀ ਦੇਣਾ ਚਾਹੋਗੇ? ਮੈਸੇਜ ਤਾਂ ਬਾਈ ਜੀ ਇਹੀ ਹੈ ਮੇਰਾ, ਹੱਥ ਬੰਨ੍ਹ ਕੇ ਸਾਰੇ ਭਰਾਵਾਂ ਨੂੰ ਜਿਹੜੇ ਇਸ ਦਲਦਲ 'ਚ ਆ ਬਾਈ ਜੀ, ਵੀ ਇਸ 'ਚ ਕੁਛ ਨਹੀਂ ਰੱਖਿਆ। ਵੀ ਕਈ ਵਾਰੀ ਆਪਾਂ ਨਸ਼ੇ ਦੇ ਨਾਲ ਬਦਮਾਸ਼ੀ ਵਾਲਾ ਰਾਹ ਵੀ ਚੁਣ ਲੈਂਦੇ ਆ ਬਾਈ ਕਈ, ਤੇ ਬਾਈ ਫਿਰ ਉਹ ਬਹੁਤ ਔਖਾ ਹੋ ਜਾਂਦਾ ਬਾਈ ਉਹ ਚੀਜ਼ 'ਚੋਂ, ਕਿਉਂਕਿ ਨਸ਼ੇ 'ਚੋਂ ਹਜੇ ਬੰਦਾ ਨਿਕਲ ਸਕਦਾ, ਚਾਂਸ ਹੁੰਦੇ ਆ। ਪਰ ਜਦੋਂ ਬਾਈ ਨਾਲ ਨਸ਼ੇ ਨਾਲ ਤੁਸੀਂ ਬਦਮਾਸ਼ੀ ਵਾਲਾ ਰਾਹ ਚੁਣ ਲੈਂਦੇ ਨਾ ਬਾਈ ਜੀ, ਉਹ ਤਾਂ ਫਿਰ ਪਤਾ ਹੀ ਆਪਾਂ ਹੁਣ ਸੁਣਦੇ ਹਾਂ ਵੀ ਲਾਸ਼ ਬਾਅਦ 'ਚੋਂ ਘਰੇ ਆਉਂਦੀ, ਮਾਵਾਂ ਤਰਸ ਜਾਂਦੀਆਂ ਬਾਈ ਜੀ। ਵੀ ਇਹ ਚੀਜ਼ਾਂ ਨਸ਼ਾ ਛੱਡੋ, ਨਾਲੇ ਬਾਈ ਆ ਬਦਮਾਸ਼ੀਆਂ ਫੋਕੀ ਸ਼ੌਹਰਤਾਂ ਬਾਈ ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ ਭਰਾ ਮੇਰਾ। ਤੇ ਇੱਕ ਜ਼ਿੰਦਗੀ 'ਚ ਇੱਕ ਟੀਚਾ ਰੱਖ ਲਓ ਬਾਈ ਜੀ ਵੀ ਮੈਂ ਆਹ ਚੀਜ਼ ਕਰਨੀ ਹੈ ਤੇ ਇਹੀ ਕਰਨੀ ਹੈ। ਦਿਮਾਗ 'ਚ ਸਾਰਾ ਦਿਨ ਉਹੀ ਸੋਚੀ ਜਾਓ ਵੀ ਮੈਂ ਇੱਥੇ ਪਹੁੰਚਣਾ, ਇਸ ਗੋਲ ਤੇ ਮੈਂ ਪਹੁੰਚਣਾ। ਕੋਈ ਬਿਜ਼ਨਸ ਲਾ ਲਓ ਜਾਂ ਕੋਈ ਗੇਮ ਆ, ਕੋਈ ਜਿਮ ਆ, ਕਿਸੇ ਤਰ੍ਹਾਂ ਦਾ ਵੀ ਲਾ ਲਓ ਤੁਸੀਂ, ਵੀ ਉਹੀ ਚੀਜ਼ਾਂ ਆਪਦੇ ਕਮਰੇ 'ਚ। ਮੈਂ ਤਾਂ ਇੱਥੋਂ ਤੱਕ ਹੈਗਾ ਵੀ ਆਪਦੇ ਕਮਰੇ 'ਚ ਇੱਕ ਚਾਰਟ ਲਾ ਕੇ ਰੱਖੋ, ਉਹ ਤੇ ਲਿਖ ਕੇ ਰੱਖੋ ਆਪਦਾ ਗੋਲ। ਜਦੋਂ ਤੁਸੀਂ ਉੱਠੋ ਤੁਹਾਡੇ ਨਜ਼ਰ ਉਹ ਚੀਜ਼ ਤੇ ਪਵੇ ਪਹਿਲਾਂ ਉੱਠਣ ਸਾਰ ਵੀ ਹਾਂ ਮੈਂ ਆਹ ਚੀਜ਼ ਕਰਨੀ। ਹਾਂਜੀ ਬਾਈ ਵੀਰ ਜੀ ਨੇ ਬਹੁਤ ਸੋਹਣੀਆਂ ਗੱਲਾਂ ਨਾਲ ਤੁਹਾਨੂੰ ਸਮਝਾਇਆ ਹੈ ਨਾ ਵੀ ਕਿਸ ਤਰ੍ਹਾਂ ਆਪਾਂ ਇਸ ਚੀਜ਼ 'ਚੋਂ ਬਾਹਰ ਨਿਕਲ ਸਕਦੇ, ਕਿਸ ਤਰ੍ਹਾਂ ਆਪਦਾ ਏਮ ਕਰ ਸਕਦੇ ਹਾਂ ਹੈ ਨਾ। ਅਤੇ ਮੇਰੇ ਹਿਸਾਬ ਨਾਲ ਅਸਲੀ ਟੌਰ ਉਹੀ ਆ ਜੇ ਤੁਹਾਡੇ ਮਾਂ-ਬਾਪ ਦੇ ਵਿੱਚ, ਤੁਹਾਡੇ ਦੋਸਤਾਂ ਮਿੱਤਰਾਂ ਦੇ ਵਿੱਚ, ਤੁਹਾਡੇ ਭੈਣ ਭਾਈ ਦੇ ਵਿੱਚ, ਤੁਹਾਡੀ ਬੇਟੀ ਦੇ ਵਿੱਚ, ਤੁਹਾਡੇ ਬੱਚਿਆਂ ਦੇ ਵਿੱਚ ਜੇ ਤੁਹਾਡੀ ਨਜ਼ਰ 'ਚ ਤੁਹਾਡੀ ਇੱਜ਼ਤ ਆ ਨਾ ਤਾਂ ਅਸਲੀ ਹੀਰੋ ਤੁਸੀਂ ਹੋ। ਬਦਮਾਸ਼ੀ ਦੇ ਵਿੱਚ ਜਾਂ ਨਸ਼ੇ ਕਰਕੇ ਕੋਈ ਗੁੰਡਾਗਰਦੀ ਕਰਨ ਦੇ ਵਿੱਚ ਤੁਹਾਡੀ ਇੱਜ਼ਤ ਵਾਲਾ ਟਾਈਮ ਨਹੀਂ, ਉਹ ਕੋਈ ਇੱਜ਼ਤ ਹੀ ਨਹੀਂ ਮੇਰੇ ਹਿਸਾਬ ਨਾਲ, ਬੇਇੱਜ਼ਤੀ ਹੋਈ ਆ। ਤਾਂ ਤੁਹਾਡੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਸਾਡੇ ਲਈ ਇੰਨਾ ਸਮਾਂ ਸਾਡੀ ਵੀਡੀਓ ਦੇਖੀ ਹੈ ਨਾ। ਤੁਸੀਂ ਮੇਰੇ ਖਿਆਲ 'ਚ ਸਾਡੀ ਨਿੱਕੀ ਜਿਹੀ ਕੋਸ਼ਿਸ਼ ਆ, ਸ਼ਾਇਦ ਤੁਸੀਂ ਮੋਟੀਵੇਟ ਹੋ ਸਕੋ, ਸ਼ਾਇਦ ਕੋਈ ਨਾ ਕੋਈ ਮੇਰਾ ਵੀਰ, ਮੇਰਾ ਭਾਈ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕੇ ਸਾਡੇ ਇਹਨਾਂ ਕਦਮਾਂ ਕਰਕੇ। ਤਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਗਲੀ ਵਾਰ ਫਿਰ ਕਿਸੇ ਨਵੀਂ ਵੀਡੀਓ ਨਾਲ, ਨਵੇਂ ਕਿਸੇ ਸ਼ਖਸ ਨਾਲ ਮਿਲਾਂਗੇ ਜਿਹੜਾ ਨਸ਼ਾ ਛੱਡ ਚੁੱਕਿਆ ਹੋਊਗਾ। ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਦਾ ਸਤਿ ਸ੍ਰੀ ਅਕਾਲ।